ਜਾਂ ਸਾਡੇ ਦੇਸ਼ ਦੀ ਨਹੀਂ। ਇਸ ਸਮੱਸਿਆ ਨਾਲ ਦੁਨੀਆ ਪੱਧਰ ਤੇ ਜਿਹੜੇ ਦੇਸ਼ ਹੈ ਉਹ ਸਾਡੇ ਲੜ ਰਹੇ ਨੇ। ਸੋ ਇਸ ਸੰਕਟ ਦੇ ਵਿੱਚ ਨਿਕਲਣ ਦੇ ਲਈ ਅਸੀਂ ਅੱਜ ਇਸ ਵੈਬੀਨਾਰ ਦਾ ਜਿਹੜਾ ਵਿਸ਼ਾ ਚੁਣਿਆ ਹੈ, ਕੋਵਿਡ-19 ਸਮਾਜਿਕ ਆਰਥਿਕ ਆਵਾਰ ਉਜਵਲ ਭਵਿੱਖ ਦੇ ਪ੍ਰਸੰਗ ਵਿੱਚ। ਸੋ ਆਪਣੇ ਭਵਿੱਖ ਦੇ ਲਈ ਹਰ ਕੋਈ ਚਿੰਤਤ ਹੁੰਦਾ ਹੈ ਤੇ ਆਪਣੇ ਭਵਿੱਖ ਨੂੰ ਲੈ ਕੇ ਅਸੀਂ ਅੱਜ ਕੀ ਹੈ ਕੋਈ ਸੇਧ ਲੈਣੀ ਚਾਹੁੰਦੇ ਹਾਂ। ਤੇ ਅੱਜ ਸਾਡੇ ਨਾਲ ਇਸ ਚਰਚਾ ਦੇ ਵਿੱਚ ਸਾਡੇ ਬੁੱਧੀਜੀਵੀ ਜੁੜੇ ਹੋਏ ਹੈ ਤੇ ਇਹਨਾਂ ਬੁੱਧੀਜੀਵੀਆਂ ਦਾ ਇਸ ਵੈਬੀਨਾਰ ਦੇ ਵਿੱਚ ਸਵਾਗਤ ਕਰਨ ਦੇ ਲਈ ਮੈਂ ਸਾਡੇ ਕਾਲਜ ਦੇ ਪ੍ਰਿੰਸੀਪਲ, ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਜਗਮੋਹਨੀ ਗਾਬਾ ਜੀ ਨੂੰ ਰਿਕੁਐਸਟ ਕਰਾਂਗੀ ਕਿ ਸਾਡੇ ਆਏ ਹੋਏ ਮਹਿਮਾਨਾਂ ਦਾ ਅੱਜ ਦੇ ਇਸ ਵੈਬੀਨਾਰ ਵਿੱਚ ਸਵਾਗਤ ਕਰਨਗੇ, ਜੀ ਆਇਆਂ ਆਖਣਗੇ ਤੇ ਸਾਨੂੰ ਇੱਕ ਆਸ਼ੀਰਵਾਦ ਵੀ ਦੇਣਗੇ। ਓਵਰ ਟੂ ਪ੍ਰਿੰਸੀਪਲ ਜਗਮੋਹਨੀ ਗਾਬਾ ਜੀ। ਥੈਂਕ ਯੂ। हेलो, बहुत बलजीत मैम आवाज आ रही है जी? मेरे कैमरा तो देखने से सेट है, चल कोई नहीं, पता ही लगना। हेलो, बिल्कुल आ रही है। उठाएंगे मौके पे मेरे उधरले कमरे च ले जा। ठीक है जी। हम इत्थे बैठी हां। सिर्फ ये कह दियो कि ਜਿਹੜੇ ਪਾਰਟਿਸਪੈਂਟ ਬੋਲ ਨਹੀਂ ਨਾ ਰਹੇ ਉਹ ਬੰਦ ਕਰ ਦੇਣ। ਆਨਲਾਈਨ ਸਾਡੇ ਨਾਲ ਜੁੜੇ ਵਾਦੀ ਚੀਫ ਗੈਸਟ ਡਾਕਟਰ ਵਰਿੰਦਰ ਸਿੰਘ ਜੀ, ਵਾਈਸ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਪੰਜਾਬੀ ਪਾਠਕਾਂ ਦੇ ਹਰਮਨ ਪਿਆਰੇ ਸਾਹਿਤਕਾਰ ਤੇ ਆਲੋਚਕ ਡਾਕਟਰ ਰਜਿੰਦਰਪਾਲ ਸਿੰਘ ਜੀ ਬਰਾੜ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤੇ ਸਾਡੇ ਕੀਨੋਟ ਸਪੀਕਰ ਡਾਕਟਰ ਕਮਲਜੀਤ ਕੌਰ ਮਰਵਾਹਾ, ਐਸੋਸੀਏਟ ਪ੍ਰੋਫੈਸਰ ਇਨ ਇਕਨੋਮਿਕਸ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ। ਮੈਂ ਆਪ ਸਭ ਨੂੰ ਇਸ ਵੈਬੀਨਾਰ ਵਿੱਚ ਆਉਣ ਤੇ ਆਪਣੇ ਮੈਨੇਜਿੰਗ ਕਮੇਟੀ, ਆਪਣੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ, ਆਪ ਸਭ ਦਾ ਅਭਿਨੰਦਨ ਕਰਦੀ ਹਾਂ। ਕੁਦਰਤ ਦੀ ਇਸ ਖੇਡ ਵਿੱਚ ਜਦੋਂ ਮਨੁੱਖ ਨੇ ਲੋੜ ਤੋਂ ਵੱਧ ਦਖਲ ਦੇਣਾ ਸ਼ੁਰੂ ਕਰ ਦਿੱਤਾ ਤਾਂ ਕੁਦਰਤ ਨੇ ਵੀ ਇਨਸਾਨ ਦੇ ਜੀਉਣ ਦਾ ਢੰਗ ਬਦਲ ਦਿੱਤਾ। ਭਾਵੇਂ ਤਬਦੀਲੀ ਤਾਂ ਆਉਣੀ ਹੀ ਸੀ, ਦੁਨੀਆ ਨੇ ਤਾਂ ਬਦਲਣਾ ਹੀ ਸੀ, ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਪਰੰਤੂ ਇਹ ਤਬਦੀਲੀ ਇੱਕੋ ਹੀ ਸਮੇਂ ਦੇ ਵਿੱਚ ਐਡੀ ਵੱਡੀ ਮਾਰ ਕਰ ਜਾਏਗੀ, ਇਹ ਕਿਸੇ ਨੇ ਨਹੀਂ ਸੋਚਿਆ ਸੀ। ਅੱਜ ਸਾਡਾ ਪੂਰਾ ਦਾ ਪੂਰਾ ਲਾਈਫ ਸਟਾਈਲ ਬਦਲ ਕੇ ਰਹਿ ਗਿਆ ਹੈ। ਜਿਹੜੇ ਡਿਜੀਟਲ ਦੁਨੀਆ ਦੀ ਗੱਲ ਅਸੀਂ ਬੜੇ ਸਲੋ ਚਾਲ ਦੇ ਵਿੱਚ ਕਰ ਰਹੇ ਸੀ, ਬੜੇ ਹੌਲੇ ਸਾਡੀ ਡਿਜੀਟਲ ਦੁਨੀਆ ਚੱਲ ਰਹੀ ਸੀ, ਅੱਜ ਉਸ ਡਿਜੀਟਲਾਈਜੇਸ਼ਨ ਨੇ ਇੱਕਦਮ ਜ਼ੋਰ ਫੜ ਲਿਆ ਤੇ ਆਨਲਾਈਨ ਹੋਣਾ ਸਾਡੀ ਇੱਕ ਮਜਬੂਰੀ ਹੋ ਗਈ। ਕਲਾਸਰੂਮ ਦੀ ਥਾਂ ਅਸੀਂ ਆਨਲਾਈਨ ਸਟੱਡੀ ਵੱਲ ਤੁਰ ਪਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਨਲਾਈਨ ਸਟੱਡੀ ਵੀ ਗਿਆਨ ਅਰਜਿਤ ਕਰਨ ਦਾ ਇੱਕ ਬਹੁਤ ਵਧੀਆ ਸਾਧਨ ਹੈ, ਪਰ ਸਾਡੇ ਵਰਗੇ ਮੁਲਕ ਦੇ ਵਿੱਚ ਜਿੱਥੇ ਅਜੇ ਸਾਰੀ ਦੁਨੀਆ ਨੂੰ, ਸਾਰੇ ਦੇਸ਼ ਨੂੰ ਡਿਜੀਟਲਾਈਜੇਸ਼ਨ ਦੀ ਸਮਝ ਨਹੀਂ ਹੈ, ਕਿੰਨੀਆਂ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਸਾਡੇ ਵਿਦਵਾਨ ਅੱਛੀ ਤਰ੍ਹਾਂ ਜਾਣਦੇ ਹਨ। ਪਰੰਤੂ ਆਪਦਾ ਨੂੰ ਅਵਸਰ ਵਿੱਚ ਬਦਲਣਾ ਹੀ ਹੈ। ਅਸੀਂ ਜਿਸ ਸਮੱਸਿਆ ਨਾਲ ਸਾਰੀ ਦੁਨੀਆ ਜੂਝ ਰਹੀ ਹੈ, ਇਸ ਦਾ ਕੋਈ ਨਾ ਕੋਈ ਸਮਾਧਾਨ ਨਿਕਾਲਣਾ ਹੈ ਤੇ ਇਹਨਾਂ ਸਮਾਧਾਨ ਦੇ ਰਸਤੇ ਤੇ ਚਲਦਿਆਂ ਹੋਇਆਂ ਅੱਜ ਸਾਰੀਆਂ ਯੂਨੀਵਰਸਿਟੀਆਂ, ਸੰਸਥਾਵਾਂ, ਕਾਲਜ ਕਿਸੇ ਨਾ ਕਿਸੇ ਪੱਖੋਂ ਇਹ ਯਤਨ ਕਰ ਰਹੇ ਹਨ ਕਿ ਅਸੀਂ ਸਾਰੀ ਦੁਨੀਆ ਇੱਕ ਦੂਜੇ ਨਾਲ ਜੁੜੇ ਰਹੀਏ। ਗਲੋਬਲਾਈਜੇਸ਼ਨ ਦੇ ਇਸ ਯੁੱਗ ਦੇ ਵਿੱਚ ਸਾਨੂੰ ਗਲੋਬਲ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ, ਕਿਉਂਕਿ ਸਾਡੀ ਬਿਮਾਰੀ ਵੀ ਗਲੋਬਲ ਹੈ। ਕਿਤੇ ਨਾ ਕਿਤੇ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ ਨੇ ਇਹ ਗੱਲ ਕਹੀ ਹੈ। ਮੈਂ ਅੱਜ ਇਸ ਵੈਬੀਨਾਰ ਵਿੱਚ ਜੁੜ ਰਹੇ ਆਪਣੇ ਸਾਰੇ ਹੀ ਸਪੀਕਰਸ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਡਾਕਟਰ ਰਜਿੰਦਰਪਾਲ ਸਿੰਘ ਜੀ ਬਰਾੜ ਦੀ ਪੰਜਾਬੀ ਆਲੋਚਨਾ, ਪੰਜਾਬੀ ਅਦਬ, ਪੰਜਾਬੀ ਜੀਵਨ ਦੇ ਵਿੱਚ ਬਹੁਤ ਵੱਡਾ ਨਾਮ ਹੈ। ਉਹਨਾਂ ਬਾਰੇ ਜੇ ਜਾਣ ਪਛਾਣ ਕਰਾਉਣ ਲੱਗੀਏ ਤਾਂ ਇੱਕ ਪੂਰਾ ਵੈਬੀਨਾਰ ਉਹਨਾਂ ਬਾਰੇ ਰੱਖਿਆ ਜਾ ਸਕਦਾ ਹੈ।
ਉਹਨਾਂ ਦੀਆਂ ਕਿੱਡੀਆਂ ਪ੍ਰਕਾਸ਼ਨਾਵਾਂ ਹਨ, ਕਿੰਨਾ ਕੁ ਉਹਨਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰਿਸਰਚ ਸਕਾਲਰਸ ਨਾਲ ਜੁੜ ਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ, ਇਸ ਦੀ ਇੱਕ ਬਹੁਤ ਵੱਡੀ ਲੰਬੀ ਲਿਸਟ ਹੈ। ਇਹ ਮੇਰੇ ਹਮੇਸ਼ਾ ਲਈ ਪ੍ਰੇਰਣਾ ਸਰੋਤ ਰਹੇ ਹਨ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਇੱਕ ਫੋਨ ਕਾਲ ਤੇ ਇਹਨਾਂ ਨੇ 2 ਮਿੰਟ ਦਾ ਵੀ ਵਕਤ ਸੋਚਣ ਦਾ ਨਹੀਂ ਲਗਾਇਆ ਤੇ ਸਾਡੇ ਵੈਬਿਨਾਰ ਵਿੱਚ ਸ਼ਿਰਕਤ ਕਰਨ ਦੇ ਲਈ ਸਾਨੂੰ ਪ੍ਰਵਾਨਗੀ ਦਿੱਤੀ। ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਸਾਹਿਬ। ਤੇ ਦੂਜੇ ਮੇਰੇ ਪ੍ਰੇਰਣਾ ਸਰੋਤ ਹਨ ਵਾਈਸ ਚਾਂਸਲਰ ਸਾਹਿਬ ਡਾਕਟਰ ਵਰਿੰਦਰ ਸਿੰਘ ਜੀ, ਜਿਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਇਨਿੰਗ ਮਾਨਸਾ ਦੇ ਵਿੱਚ ਹੀ ਗੁਜ਼ਰੀ। ਉਹਨਾਂ ਨੇ ਆਪਣਾ ਅਕਾਦਮਿਕ ਖੇਤਰ ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਤੋਂ ਸ਼ੁਰੂ ਕਰਕੇ ਉੱਥੇ ਤਕਰੀਬਨ 34-35 ਸਾਲ ਦੀ ਨੌਕਰੀ ਕਰਨ ਉਪਰੰਤ ਨੈਸ਼ਨਲ ਕਾਲਜ ਭਿੱਖੀ ਵਿਖੇ ਪ੍ਰਿੰਸੀਪਲਸ਼ਿਪ ਕੀਤੀ। ਅੱਜ ਕੱਲ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇੱਕ ਲੰਬੇ ਅਰਸੇ ਤੋਂ ਵਾਈਸ ਚਾਂਸਲਰ ਸਾਹਿਬ ਦਾ ਅਹੁਦਾ ਸੰਭਾਲੀ ਬੈਠੇ ਹਨ ਤੇ ਉੱਥੇ ਵੀ ਖੋਜਾਰਥੀਆਂ ਤੇ ਵਿਦਿਆਰਥੀਆਂ ਦੇ ਲਈ ਚਾਨਣ ਮੁਨਾਰਾ ਬਣੇ ਹੋਏ ਹਨ। ਮੈਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਸਾਡੇ ਵੈਬਿਨਾਰ ਵਿੱਚ ਆਣਾ ਮਨਜ਼ੂਰ ਕੀਤਾ। ਮੈਂ ਡਾਕਟਰ ਸਾਹਿਬ ਵੀਸੀ ਸਾਹਿਬ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਇੱਕ ਇਸ ਚੀਜ਼ ਦੀ ਵੀ ਅਨਾਉਂਸਮੈਂਟ ਇਸ ਮੰਚ ਤੋਂ ਕਰਨਾ ਚਾਹੁੰਦੀ ਹਾਂ ਕਿ ਵਾਈਸ ਚਾਂਸਲਰ ਦੇ ਅਹੁਦੇ ਤੋਂ ਬਾਅਦ ਆਪ ਕੋਲ ਚਾਂਸਲਰ ਦੇ ਪਦਵੀ ਤੇ ਕੰਮ ਕਰਨ ਦੀ ਪੇਸ਼ਕਸ਼ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਉੱਥੇ ਚਾਂਸਲਰ ਦਾ ਕੰਮ ਕਰਕੇ ਮਾਨਸਾ ਦਾ ਨਾਮ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਰੌਸ਼ਨ ਕਰਨਗੇ। ਆਪ ਦਾ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਇਹਨਾਂ ਦੀਆਂ ਵੀ ਪ੍ਰਕਾਸ਼ਨਾਵਾਂ ਇਤਿਹਾਸ ਵਿਭਾਗ ਦੇ ਵਿੱਚ ਬਹੁਤ ਲੰਬੀ ਲਿਸਟ ਹੈ। ਇਤਿਹਾਸ ਵਿਭਾਗ ਦੇ ਵਿਦਿਆਰਥੀ ਆਪ ਦੀਆਂ ਪੁਸਤਕਾਂ ਨੂੰ ਹਰ ਥਾਂ ਤੇ ਬਹੁਤ ਪਸੰਦ ਕਰਦੇ ਹਨ, ਪੜ੍ਹਦੇ ਹਨ। ਆਪ ਦੀਆਂ ਪ੍ਰਕਾਸ਼ਨਾਵਾਂ ਵੀ ਦੇਸ਼ ਵਿਦੇਸ਼ ਤੱਕ ਪਹੁੰਚੀਆਂ ਹੋਈਆਂ ਹਨ। ਤੀਜੇ ਸਾਡੇ ਕੀਨੋਟ ਸਪੀਕਰ ਮੈਡਮ ਡਾਕਟਰ ਕਮਲਜੀਤ ਕੌਰ ਮਰਵਾਹਾ ਜੀ ਸਿਟੀ ਬਿਊਟੀਫੁਲ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਪਿਛਲੇ ਕਾਫੀ ਲੰਬੇ ਅਰਸੇ ਤੋਂ ਇਕਨੋਮਿਕਸ ਵਿਭਾਗ ਨਾਲ ਜੁੜੇ ਹੋਏ ਹਨ। ਉਹ ਵੀ ਆਰਥਿਕਤਾ, ਬੈਂਕਿੰਗ, ਇੰਡਸਟਰੀ, ਹੈਲਥ ਆਦਿ ਵਰਗੇ ਡੂੰਘੇ ਤੇ ਗੂੜੇ ਵਿਸ਼ਿਆਂ ਦਾ ਜਿਹੜਾ ਵਿਚਾਰ ਕਰਕੇ ਤੇ ਉਹਨਾਂ ਉੱਪਰ ਨਜ਼ਰਸਾਨੀ ਕਰ ਰਹੇ ਹਨ, ਕਿਉਂਕਿ ਦੇਸ਼ ਦੀ ਰੋਜ਼ੀ ਰੋਟੀ ਦਾ ਜਿਹੜਾ ਸਵਾਲ ਹੈ ਉਹ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਹੈ। ਮੈਡਮ ਦੇ ਨਿਮਰ ਸੁਭਾਅ ਬਾਰੇ, ਉਹਨਾਂ ਦੀ ਨਿਮਰਤਾ ਬਾਰੇ ਮੈਂ ਪਿਛਲੇ ਲੰਬੇ ਅਰਸੇ ਤੋਂ ਸੁਣਦੀ ਆ ਰਹੀ ਹਾਂ। ਉਹਨਾਂ ਦਾ ਐਜ਼ ਕੀਨੋਟ ਸਪੀਕਰ ਸਾਡੇ ਨਾਲ ਜੁੜਨਾ ਸਾਡੇ ਲਈ ਬਹੁਤ ਖੁਸ਼ੀ ਦੀ ਔਰ ਬੜੀ ਵੱਡੀ ਕਿਸਮਤ ਵਾਲੀ ਗੱਲ ਹੈ। ਤੇ ਮੈਂ ਹੁਣ ਇਸ ਤੋਂ ਵੱਧ ਸਮਾਂ ਨਾ ਲੈਂਦੀ ਹੋਈ ਆਪਣੇ ਕਾਲਜ ਦੇ ਵਿਭਾਗ ਦੇ, ਪੰਜਾਬੀ ਵਿਭਾਗ ਦੇ ਔਰ ਇਕਨੋਮਿਕਸ ਵਿਭਾਗ ਦੇ ਪ੍ਰੋਫੈਸਰ ਸਹਿਬਾਨ ਪ੍ਰੋਫੈਸਰ ਬਲਜੀਤ ਕੌਰ, ਕਨਵੀਨਰ ਤੇ ਕੋਆਰਡੀਨੇਟਰ ਡਾਕਟਰ ਜੋਤੀ ਬਾਲਾ ਜੀ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ, ਜਿਨ੍ਹਾਂ ਦੇ ਐਡੇ ਸਿੰਸੀਅਰ ਐਫਰਟਸ ਦੇ ਨਾਲ ਅਸੀਂ ਅੱਜ ਵੈਬਿਨਾਰ ਕਰਾਉਣ ਦੇ ਵਿੱਚ ਕਾਬਲ ਹੋਏ ਹਾਂ। ਪੂਰੇ ਸਟਾਫ ਦਾ, ਮੇਰੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦਾ ਸਹਿਯੋਗ ਇਸ ਵੈਬਿਨਾਰ ਦੇ ਵਿੱਚ ਹੈ। ਮੈਂ ਪੂਰੇ ਸਟਾਫ ਨੂੰ ਵੀ ਇਸ ਵੈਬਿਨਾਰ ਦੇ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ। ਟੈਕਨੀਕਲ ਲਾਈਨ ਨਾਲ ਜੁੜੇ ਹੋਏ ਸਾਡੇ ਪ੍ਰੋਫੈਸਰ ਕਮਲਜੀਤ ਕੌਰ, ਮਿਸਟਰ ਗੁਰਦੀਪ ਸਿੰਘ, ਮਿਸਟਰ ਕੌਸ਼ਲ ਕੁਮਾਰ, ਸ਼੍ਰੀ ਓਮ ਪ੍ਰਕਾਸ਼ ਜੀ, ਇਹਨਾਂ ਦਾ ਇੰਨਾ ਕੁ ਵੱਡਾ ਹੱਥ ਇਸ ਵੈਬਿਨਾਰ ਨੂੰ ਕਰਾਉਣ ਵਿੱਚ ਹੈ ਕਿ ਇਹ ਆਪਣੇ ਆਪ ਦੇ ਵਿੱਚ ਮੁਬਾਰਕਬਾਦ ਦੇ ਭਾਗੀ ਹਨ। ਤਾਂ ਮੈਂ ਇੱਥੇ ਆਪਣੀ ਗੱਲ ਖਤਮ ਕਰਦੇ ਹੋਏ ਫਿਰ ਇੱਕ ਵਾਰ ਪੂਰੇ ਐਸਡੀ ਪਰਿਵਾਰ ਵੱਲੋਂ ਆਪ ਸਾਰੇ ਵਿਦਵਾਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਮੈਂ ਜਿੱਥੇ ਇੱਥੇ ਦੇਖ ਪਾ ਰਹੀ ਹਾਂ ਕਿ ਮੇਰੇ ਕੋਲ 400 ਤੋਂ ਵੱਧ ਪਾਰਟਿਸਿਪੈਂਟਸ ਜੁੜ ਚੁੱਕੇ ਹਨ। ਮੈਨੂੰ ਇਸ ਗੱਲ ਦੀ ਹਾਰਦਿਕ ਖੁਸ਼ੀ ਹੈ ਕਿ ਜਦੋਂ ਸਾਡਾ ਵਿਸ਼ਾ ਔਰ ਸਾਡੇ ਸਪੀਕਰ ਇਸ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਅਗਾਊਂ ਹੀ ਮੁਬਾਰਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਔਰ ਇਹ ਕਹਿ ਕੇ ਕਿ ਅਸੀਂ ਡਾਕਟਰ ਜਿੰਦਰਪਾਲ ਬਰਾੜ ਜੀ ਨੂੰ ਜ਼ਰੂਰ ਸੁਣਨਾ ਹੈ, ਅਸੀਂ ਵੀਸੀ ਸਾਹਿਬ ਨੂੰ ਜ਼ਰੂਰ ਸੁਣਨਾ ਹੈ। ਮੈਨੂੰ ਅਤਿਅੰਤ ਖੁਸ਼ੀ ਹੋਈ ਤੇ ਹੁਣ ਮੈਂ ਉਹਨਾਂ ਸਾਰੇ ਪਾਰਟਿਸਿਪੈਂਟਸ ਨੂੰ ਵੀ ਸਾਡੇ ਨਾਲ ਜੁੜਨ ਤੇ ਜੀ ਆਇਆਂ ਨੂੰ ਕਹਿੰਦੀ ਹਾਂ, ਨਿੱਘਾ ਸੱਦਾ ਦਿੰਦੀ ਹਾਂ। ਮੈਂ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਗੱਲ ਸਮਾਪਤ ਕਰਾਂਗੀ। ਇੱਕ ਵਾਰ ਫਿਰ ਸਾਰਿਆਂ ਦਾ ਸਾਡੇ ਨਾਲ ਜੁੜਨ ਤੇ ਬਹੁਤ-ਬਹੁਤ ਸਵਾਗਤ। ਥੈਂਕ ਯੂ ਵੈਰੀ ਮਚ। Over to Baljit ma'am. Thank you ma'am. ਹਾਂਜੀ, ਬਹੁਤ-ਬਹੁਤ ਧੰਨਵਾਦ ਮੈਮ। ਸਾਡੇ ਕਾਲਜ ਦੇ ਪ੍ਰਿੰਸੀਪਲ ਹਮੇਸ਼ਾ ਹੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ। ਇਹਨਾਂ ਦੀ ਪ੍ਰੇਰਨਾ ਦੇ ਲਈ ਮੈਂ ਇੱਕ ਲਾਈਨ ਬੋਲਣਾ ਚਾਹਾਂਗੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬੰਦੀ। ਇਹ ਸਾਨੂੰ ਹਮੇਸ਼ਾ ਹੀ ਨਵੇਂ ਰਾਹ ਦੇਣ ਦੇ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਸੋ ਬਹੁਤ-ਬਹੁਤ ਧੰਨਵਾਦ ਮੈਮ।
ਸੋ ਅੱਜ ਦੀ ਅਸੀਂ ਇਹ ਵਿਸਤਾਰਪੂਰਵਕ ਚਰਚਾ ਕਰਨ ਤੋਂ ਪਹਿਲਾਂ ਮੈਂ ਸੁਰਜੀਤ ਪਾਤਰ ਦੀਆਂ ਲਾਈਨਾਂ ਬੋਲਣਾ ਚਾਹਾਂਗੀ ਕਿ ਜਿਹੜੀਆਂ ਇਹ ਲਾਈਨਾਂ ਹੈ ਸਾਨੂੰ ਹਮੇਸ਼ਾ ਹੀ ਆਸ਼ਾਵਾਦੀ ਰਹਿਣ ਦਾ ਸੁਨੇਹਾ ਦਿੰਦੀਆਂ। ਜੇ ਆਈ ਪਤਝੜ ਤਾਂ ਫੇਰ ਕੀਏ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੋ ਅੱਜ ਅਸੀਂ ਜਿਹੜੀ ਇਹ ਕਰੋਨਾ ਦੀ ਪਤਝੜ ਦੇ ਵਿੱਚੋਂ ਲੰਘ ਰਹੇ ਹਾਂ, ਇਸ ਪਤਝੜ ਨੂੰ ਦੂਰ ਕਰਦੇ ਹੋਏ ਅਸੀਂ ਕਿਵੇਂ ਉੱਭਰਨਾਗਾ, ਤੇ ਉਹ ਕਿਹੜੀਆਂ ਕਲਮਾਂ ਨੇ ਜਿਹੜੀਆਂ ਸਾਨੂੰ ਸਹੀ ਸੇਧ ਹੈ ਜਿਹੜੀ ਉਹ ਦੇ ਸਕਦੀਆਂ। ਉਹਨਾਂ ਕਲਮਾਂ ਦੇ ਧਨੀ ਡਾਕਟਰ ਰਜਿੰਦਰਪਾਲ ਬਰਾੜ ਜੀ ਅੱਜ ਸਾਡੇ ਵਿੱਚ ਸ਼ਾਮਿਲ ਹੈ। ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਅੱਜ 400 ਤੋਂ ਵੱਧ ਪਾਰਟਿਸਪੈਂਟ ਹੈ ਜਿਹੜੇ ਉਹ ਜੁੜੇ ਹੋਏ ਹੈ। ਉਹ ਸ਼ਾਇਦ ਸਾਰੇ ਬਰਾੜ ਸਰ ਨੂੰ ਸੁਣਨਾ ਚਾਹੁੰਦੇ ਹੈ। ਸੋ ਅਸੀਂ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਡਾਕਟਰ ਸਾਹਿਬ ਦੀ ਐਡੀ ਕੋਈ ਸ਼ਖਸੀਅਤ ਹੈ, ਪੋਸਟ ਪੰਜਾਬ ਵਰਗੀ ਪੁਸਤਕ ਹੈ ਜਿਹੜੀ ਉਹਨਾਂ ਦੀ ਸ਼ਖਸੀਅਤ ਦੇ ਨਾਲ ਹੋਂਦ ਦੇ ਵਿੱਚ ਆਉਂਦੀ ਹੈ। ਸ਼ਾਇਦ ਮੈਨੂੰ ਲੱਗਦਾ ਹੈ ਕਿ ਜੇ ਡਾਕਟਰ ਰਜਿੰਦਰਪਾਲ ਬਰਾੜ ਨੂੰ ਪੜ੍ਹਨਾ ਹੋਵੇ ਤਾਂ ਸਾਡੇ ਅੱਜ ਦੇ ਜਿਹੜੇ ਵਿਦਿਆਰਥੀ ਹੈ ਜੋ ਸਾਡੇ ਨਾਲ ਜੁੜੇ ਹੋਏ ਹੈ, ਖੁਜਾਰਥੀ ਹੈ, ਉਹਨਾਂ ਨੂੰ ਗੋਸਟ ਪੰਜਾਬ ਵਰਗੀ ਪੁਸਤਕ ਹੈ ਜਿਹੜੀ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਉਂਕਿ ਇਸ ਨਾਲ ਅੱਜ ਦੂਸਰੇ ਰਾਜਾਂ ਤੋਂ ਵੀ ਜਿਹੜੇ ਪਾਰਟਿਸਪੈਂਟ ਜੁੜੇ ਹੋਏ ਹੈ, ਤਾਂ ਅਸੀਂ ਡਾਕਟਰ ਬਰਾੜ ਨੂੰ ਇੱਥੇ ਬੁਲਾਉਣ ਤੋਂ ਪਹਿਲਾਂ ਇੱਕ ਬਰੀਫ ਜੀ ਇੰਟਰੋਡਕਸ਼ਨ ਪੇਸ਼ ਕਰਨਾ ਚਾਹਾਂਗੇ। ਤੇ ਇਸ ਲਈ ਸਾਡੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਡਾਕਟਰ ਕਮਲਜੀਤ ਕੌਰ ਜੀ ਨੂੰ ਮੈਂ ਬੇਨਤੀ ਕਰਾਂਗੀ ਕਿ ਇੱਕ ਬਰੀਫ ਜੀ ਇੰਟਰੋਡਕਸ਼ਨ ਡਾਕਟਰ ਬਰਾੜ ਬਾਰੇ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਡਾਕਟਰ ਰਜਿੰਦਰਪਾਲ ਬਰਾੜ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਧੰਨਵਾਦ ਜੀ। ਓਵਰ ਟੂ ਡਾਕਟਰ ਕਮਲਜੀਤ ਕੌਰ। ਹਾਂਜੀ ਕਮਲ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ, ਥੈਂਕ ਯੂ ਬਲਜੀਤ ਮੈਮ। ਹਾਂਜੀ ਹਾਂਜੀ, ਹੁਣ ਬੋਲੋ। ਮੈਂ ਅੱਜ ਇਸ ਵੈਬੀਨਾਰ ਦੇ ਜ਼ਰੀਏ ਮੁੱਖ ਵਕਤਾ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਬਾਰੇ ਤੁਹਾਡੇ ਸਭਨਾਂ ਨਾਲ ਉਹਨਾਂ ਦੀ ਜਾਣ ਪਹਿਚਾਣ ਕਰਾਉਂਦੇ ਆ ਤੇ ਚੰਦ ਸ਼ਬਦ ਸਾਂਝੇ ਕਰਦੇ ਆ ਤੇ ਦੱਸਦਿਆਂ ਬੜਾ ਮਾਣ ਮਹਿਸੂਸ ਕਰਦੀ ਹਾਂ ਕਿ ਡਾਕਟਰ ਬਰਾੜ ਇੱਕ ਮਹਾਨ ਤੇ ਅਦਬੀ ਸ਼ਖਸੀਅਤ ਹਨ। ਉਹਨਾਂ ਦਾ ਸੁਭਾਅ ਬੜਾ ਨਿੱਘਾ ਤੇ ਸਾਦਾ ਹੈ। ਡਾਕਟਰ ਬਰਾੜ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜੇਕਰ ਮੈਂ ਡਾਕਟਰ ਸਾਹਿਬ ਦੇ ਅਧਿਆਪਨ ਦੇ ਖੋਜ ਕਾਰਜ ਦੀ ਗੱਲ ਕਰਾਂ ਤਾਂ ਸਰ ਕੋਲ 30 ਸਾਲ ਦਾ ਅਧਿਆਪਨ ਤਜਰਬਾ ਅਤੇ ਖੋਜ ਦਾ ਡੂੰਘਾ ਅਨੁਭਵ ਹੈ। ਉਹ ਪੰਜਾਬੀ ਯੂਨੀਵਰਸਿਟੀ ਵਿਖੇ ਮੁਖੀ ਪੰਜਾਬੀ ਵਿਭਾਗ, ਡੀਨ ਕਾਲਜ, ਵਿਕਾਸ ਕੌਂਸਲ ਆਦਿ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਜੇਕਰ ਸਰ ਦੀਆਂ ਪੁਸਤਕਾਂ ਦੀ ਗੱਲ ਕੀਤੀ ਜਾਵੇ ਤਾਂ 27 ਤੋਂ ਜ਼ਿਆਦਾ ਪੁਸਤਕਾਂ ਉਹ ਆਪਣੇ ਪਾਠਕਾਂ ਅਤੇ ਵਿਦਿਆਰਥੀਆਂ ਦੀ ਝੋਲੀ ਜਿਹੜੀ ਹੈ ਪਾ ਚੁੱਕੇ ਹਨ। ਬਤੌਰ ਖੋਜ ਨਿਗਰਾਨ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦੀ ਨਿਗਰਾਨੀ ਹੇਠ 20 ਖੋਜਾਰਥੀ PhD ਅਤੇ 28 ਖੋਜਾਰਥੀ PhD ਦੀ MPhil ਦੀ ਡਿਗਰੀ ਪੂਰੀ ਕਰ ਚੁੱਕੇ ਹਨ। ਅੱਜ ਕੱਲ 8 PhD ਤੇ 8 MPhil ਖੋਜਾਰਥੀ ਡਾਕਟਰ ਬਰਾੜ ਦੀ ਨਿਗਰਾਨੀ ਹੇਠ ਆਪਣੇ ਖੋਜ ਕਾਰਜਾਂ ਵਿੱਚ ਰੁੱਝੇ ਹੋਏ ਹਨ। ਜੇ ਸਰ ਦੇ ਕਾਰਜ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਜ਼ਿਆਦਾ ਵਿਸ਼ਾਲ ਹੈ। ਸਰ ਦਾ ਮੁੱਖ ਖੇਤਰ ਆਧੁਨਿਕ ਕਵਿਤਾ, ਆਲੋਚਨਾ, ਸੱਭਿਆਚਾਰ, ਲੋਕ ਰੰਗ ਅਤੇ ਮੀਡੀਆ ਨਾਲ ਸੰਬੰਧਿਤ ਹੈ। ਡਾਕਟਰ ਬਰਾੜ ਦੇ ਪੰਜਾਬੀ ਭਾਸ਼ਾ ਅਤੇ ਵੱਖ-ਵੱਖ ਹੋਰ ਵਿਸ਼ਿਆਂ ਨਾਲ ਸੰਬੰਧਿਤ ਪੇਸ਼ ਅਤੇ ਪ੍ਰਕਾਸ਼ਿਤ ਹੋ ਚੁੱਕੇ ਖੋਜ ਪੱਤਰਾਂ ਤੇ ਆਰਟੀਕਲਾਂ ਦੀ ਲਿਸਟ ਬੜੀ ਲੰਬੀ ਚੌੜੀ ਹੈ। ਜੇ ਮੈਂ ਇੱਥੇ ਸਾਰੇ ਬਿਆਨ ਕਰਨ ਲੱਗ ਜਾਵਾਂ ਤਾਂ ਸ਼ਾਇਦ ਮੇਰੇ ਕੋਲੇ ਵਕਤ ਦੀ ਤੇ ਲਫ਼ਜ਼ਾਂ ਦੀ ਘਾਟ ਰਹਿ ਜਾਵੇਗੀ, ਪਰ ਮੈਂ ਸੰਖੇਪ ਵਿੱਚ ਦੱਸਣਾ ਚਾਹਾਂਗੀ ਕਿ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ 74 ਖੋਜ ਪੱਤਰ, 85 ਰਿਵਿਊ ਆਰਟੀਕਲ, 83 ਆਰਟੀਕਲ ਸਰ ਦੇ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹ 132 ਖੋਜ ਪੱਤਰ ਵੱਖ-ਵੱਖ ਕਾਨਫਰੰਸਾਂ, ਸੈਮੀਨਾਰਾਂ, ਗੋਸ਼ਟੀਆਂ ਦੌਰਾਨ ਪੇਸ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਕੋਲ ਇੱਕ ਵੱਡਾ ਸੰਪਾਦਕੀ ਤਜਰਬਾ ਵੀ ਹੈ।
ਉਹ ਯੂਨੀਵਰਸਿਟੀਆਂ, ਕਾਲਜਾਂ, ਬੋਰਡਾਂ ਦੀਆਂ ਐਡਵਾਈਜ਼ਰੀ ਕਮੇਟੀਆਂ ਦੇ ਮੈਂਬਰ, ਬੋਰਡ ਆਫ ਸਟੱਡੀਜ਼ ਦੇ ਵਿਸ਼ਾ ਮਾਹਰ ਵਜੋਂ ਵੀ ਕੰਮ ਕਰ ਚੁੱਕੇ ਹਨ। ਜੇਕਰ ਮੈਂ ਸਰ ਦੀਆਂ ਪ੍ਰਾਪਤੀਆਂ ਅਤੇ ਸਨਮਾਨਾਂ ਦੀ ਗੱਲ ਕਰਾਂ ਤਾਂ ਸ਼ਾਇਦ ਉਹ ਲਿਸਟ ਵੀ ਇੰਨੀ ਲੰਬੀ ਚੌੜੀ ਹੈ ਕਿ ਸਾਡਾ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਫਿਰ ਉਹਨਾਂ ਸਨਮਾਨਾਂ ਵਿੱਚੋਂ ਹੀ ਇੱਕ ਖਾਸ ਸਨਮਾਨ ਬਾਬਾ ਫਰੀਦ ਆਗਮਨ ਪੁਰਬ 2011 ਤੇ ਤਤਕਾਲੀ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ ਜਾ ਚੁੱਕਾ ਹੈ। ਕਰੋਨਾ ਮਹਾਮਾਰੀ ਦੌਰਾਨ ਵੀ ਸਰ ਦਾ ਯੋਗਦਾਨ ਸ਼ਲਾਘਾਯੋਗ ਰਿਹਾ, ਬਹੁਤ ਵਡਮੁੱਲਾ ਰਿਹਾ। ਉਹ ਅਕਸਰ ਹੀ ਆਨਲਾਈਨ ਮਾਧਿਅਮ ਦੇ ਜ਼ਰੀਏ ਵੱਖ-ਵੱਖ ਸਮੇਂ ਤੇ ਸੰਵਾਦ ਰਚਾਉਂਦੇ ਰਹੇ ਹਨ, ਜਿਸ ਨਾਲ ਭਾਗੀਦਾਰੀਆਂ ਦਾ ਮਹਾਮਾਰੀ ਕਾਰਨ ਲਾਕਡਾਊਨ ਦੇ ਇਸ ਨਾਜ਼ੁਕ ਸਮੇਂ ਦੌਰਾਨ ਮਨੋਬਲ ਅਤੇ ਹੌਸਲਾ ਆਪਣੇ ਪੱਧਰ ਤੇ ਕਾਇਮ ਰਹਿ ਸਕਿਆ। ਮੈਂ ਅੱਜ ਇਹ ਮਹਾਨ ਅਤੇ ਅਦਬੀ ਸ਼ਖਸੀਅਤ ਸਾਡੇ ਦਰਮਿਆਨ ਹੈ। ਅਸੀਂ ਇਸ ਮੌਕੇ ਬੜਾ ਵਡਭਾਗਾ ਮਹਿਸੂਸ ਕਰ ਰਹੇ ਹਾਂ। ਹੁਣ ਮੈਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹਾਂ। ਪ੍ਰਿੰਸੀਪਲ ਮੈਡਮ ਜਗਮੋਹਨੀ ਗਾਬਾ ਜੀ ਦੀ ਪ੍ਰਵਾਨਗੀ ਨਾਲ ਪ੍ਰੋਫੈਸਰ ਡਾਕਟਰ ਰਜਿੰਦਰਪਾਲ ਬਰਾੜ ਜੀ ਦੇ ਅੱਜ ਦੇ ਵੈਬੀਨਾਰ ਦੇ ਵਿਸ਼ੇ ਸੰਬੰਧੀ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸੱਦਾ ਦਿੰਦੀ ਹਾਂ ਅਤੇ ਸਰ ਦਾ ਸਵਾਗਤ ਕਰਦੀ ਹਾਂ। ਆਸ ਹੈ ਕਿ ਅੱਜ ਦੇ ਭਾਗੀਦਾਰੀ SD ਕਾਲਜ ਮਾਨਸਾ ਦੇ ਇਸ ਉਪਰਾਲੇ ਅਤੇ ਡਾਕਟਰ ਬਰਾੜ ਦੇ ਵਿਚਾਰਾਂ ਰਾਹੀਂ ਬੜਾ ਕੁਝ ਨਵਾਂ ਸਿੱਖਣਗੇ। ਧੰਨਵਾਦ ਸਰ। ਓਵਰ ਟੂ ਸਤਿਕਾਰਤ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ। ਸਭ ਤੋਂ ਪਹਿਲਾਂ ਤਾਂ ਮੈਂ ਕਾਲਜ ਦੀ ਮੈਨੇਜਮੈਂਟ ਕਮੇਟੀ, ਕਾਲਜ ਦੇ ਪ੍ਰਿੰਸੀਪਲ ਸਾਹਿਬਾਂ ਜਗਮੋਹਨੀ ਗਾਬਾ ਜੀ, ਕਾਲਜ ਦੇ ਸਟਾਫ, ਵਿਸ਼ੇਸ਼ ਕਰਕੇ ਪੰਜਾਬੀ ਵਿਭਾਗ, ਇਕਨੋਮਿਕਸ ਡਿਪਾਰਟਮੈਂਟ, ਕੰਪਿਊਟਰ ਡਿਪਾਰਟਮੈਂਟ ਅਤੇ ਕਾਲਜ ਦਾ ਬਾਕੀ ਸਟਾਫ, ਪ੍ਰਬੰਧਕੀ ਮੈਂਬਰ ਅਤੇ ਜਿਹੜੇ ਵਿਦਿਆਰਥੀ ਤੇ ਅਧਿਆਪਕ ਆਨਲਾਈਨ ਇਸ ਸੈਮੀਨਾਰ ਵਿੱਚ ਜੁੜੇ ਆ, ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਇਸ ਸਮਾਗਮ ਨੂੰ ਸੁਣਨ ਲਈ, ਮੇਰੇ ਵਿਚਾਰਾਂ ਨੂੰ ਸੁਣਨ ਲਈ ਹਾਜ਼ਰ ਹੋਏ ਆ। ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਹੈ। ਇਹ ਜਿਹੜਾ ਅੱਜ ਦਾ ਮਸਲਾ ਹੈਗਾ, ਇਸ ਬਾਰੇ ਮੈਂ ਕੋਈ ਰਵਾਇਤੀ ਲੈਕਚਰ ਨਹੀਂ ਦੇਣਾ। ਹਾਲਾਂਕਿ ਕਵਿਤਾ ਬਾਰੇ, ਸਾਹਿਤ ਬਾਰੇ ਜਾਂ ਜ਼ਿੰਦਗੀ ਦੇ ਹੋਰ ਪੱਖਾਂ ਬਾਰੇ ਅਸੀਂ ਅਕਸਰ ਲੈਕਚਰ ਕਰਦੇ ਰਹਿੰਦੇ ਹਾਂ। ਅੱਜ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦਾ ਸੰਬੰਧ ਸਾਡਾ ਸਾਰਿਆਂ ਨਾਲ ਆ ਤੇ ਅਸੀਂ ਅਸਲ ਵਿੱਚ ਇੱਕ ਦੂਸਰੇ ਨਾਲ ਗੱਲਾਂ ਹੀ ਸਾਂਝੀਆਂ ਕਰਨੀਆਂ। ਆਰੰਭ ਕੀਤਾ ਸੀ ਇੱਕ ਸੁਰਜੀਤ ਪਾਤਰ ਦੀ ਕਵਿਤਾ ਦੇ ਨਾਲ ਕਿ ਜੇ ਆਈ ਪਤਝੜ ਹੈ ਤਾਂ ਫੇਰ ਕੀ ਆ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅਸਲ ਵਿੱਚ ਇਹ ਜਿਹੜੀਆਂ ਸਤਰਾਂ, ਇਹ ਸਾਨੂੰ ਇਸ ਗੱਲ ਦਾ ਆਸਰਾ ਦਿੰਦੀਆਂ, ਇਸ ਗੱਲ ਵੱਲ ਸੰਕੇਤ ਕਰਦੀਆਂ ਕਿ ਇੱਕ ਦਿਨ ਮਨੁੱਖਤਾ ਜਿਹੜੀ ਹੋਰ ਜਿਵੇਂ ਹਜ਼ਾਰਾਂ ਬਿਮਾਰੀਆਂ, ਸਮੱਸਿਆਵਾਂ ਤੇ ਕਾਬੂ ਪਾ ਲਿਆ, ਇਵੇਂ ਇਸ ਸਮੱਸਿਆ ਤੇ ਵੀ ਕਾਬੂ ਪਾ ਲਏਗੀ। ਇਹ ਵੀ ਗੱਲ ਹੈ ਕਿ ਇਹ ਕਾਬੂ ਆਪਣੇ ਆਪ ਵੀ ਨਹੀਂ ਪੈਣਾ, ਇਹਦੇ 'ਚ ਮਨੁੱਖ ਦੀ ਸ਼ਕਤੀ, ਮਨੁੱਖ ਦੀ ਐਫਰਟ, ਮਨੁੱਖ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਵੀ ਲੱਗਣੀਆਂ। ਤੇ ਇੱਥੇ ਫਿਰ ਮੈਨੂੰ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਯਾਦ ਆਉਂਦਾ ਹੈ ਕਿ ਬੇਹਿੰਮਤੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਬੇਹਿੰਮਤੇ ਬਹਿ ਕੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ। ਤਾਂ ਹੁਣ ਜਿਹੜੀ ਇਹ ਪਤਝੜ ਆ, ਜਿਹੜੇ ਇਹ ਪੱਥਰ ਆ, ਇਹਨਾਂ ਦਾ ਸੀਨਾ ਕਿਵੇਂ ਪਾੜਿਆ ਜਾਵੇ, ਫੁੱਲਾਂ ਜੋਗੀ ਜ਼ਮੀਨ ਕਿਵੇਂ ਤਲਾਸ਼ ਕੀਤੀ ਜਾਵੇ ਤੇ ਕਲਮਾਂ ਕਿੱਥੋਂ ਲੱਭ ਕੇ ਲਿਆਂਦੀਆਂ ਜਾਣ, ਇਹ ਸਾਡਾ ਅੱਜ ਦਾ ਮੁੱਖ ਸਰੋਕਾਰ। ਹੁਣ ਸਾਡੇ ਸਾਹਮਣੇ ਦੋ ਤਸਵੀਰਾਂ ਨੇ, ਸਾਡੇ ਸਾਹਮਣੇ ਦੋ ਪਿਕਚਰਾਂ ਨੇ। ਇੱਕ ਪਿਕਚਰ ਆ ਜਿਹੜੀ ਉਹ ਕੁਝ ਇਸ ਤਰ੍ਹਾਂ ਦੀ ਆ ਕਿ ਪਿਕਚਰ ਹੈਗੀ ਆ ਕਿ ਅੱਜ ਸੰਸਾਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਲਗਭਗ 1.5 ਕਰੋੜ ਦੇ ਕਰੀਬ ਆ ਜਿਹੜੇ ਬੰਦੇ ਉਹ ਕਰੋਨਾ ਤੋਂ ਪੀੜਿਤ ਹੋ ਚੁੱਕੇ ਆ। 6,13,000 ਬੰਦੇ ਆ ਜਿਹੜੇ ਦੁਨੀਆ ਦੇ ਵਿੱਚ ਮਰ ਚੁੱਕੇ ਆ।
ਭਾਰਤ ਦੇ ਵਿੱਚ 11.5 ਲੱਖ ਆ ਜਿਹੜੀ ਆਬਾਦੀ ਉਹ ਇਹਦੀ ਲਪੇਟ 'ਚ ਆ ਚੁੱਕੀ ਆ। 28,000 ਆ ਜਿਹੜੇ ਉਹ ਜਾ ਚੁੱਕੇ ਆ। ਇੱਥੋਂ ਤੱਕ ਸਾਡੇ ਪੰਜਾਬ ਦੇ ਵਿੱਚ ਵੀ ਜਿੱਥੇ ਕਿਹਾ ਜਾ ਸਕਦਾ ਸੀ ਕਿ ਹੁਣ ਤੱਕ ਇਹਦੀ ਘੱਟ ਮਾਰ ਸੀ, ਹੁਣ ਤੱਕ ਜਿਹੜੀ ਇਹਦੀ ਮਾਰ ਥੱਲੇ ਬੰਦੇ ਆ ਚੁੱਕੇ ਆ ਉਹ 10,500 ਦੇ ਕਰੀਬ ਆ ਚੁੱਕੇ ਆ, ਤੇ ਉਹਨਾਂ ਵਿੱਚੋਂ 262 ਕਿਹਾ ਜਾ ਸਕਦਾ ਹੈ ਕਿ ਇਹ ਸੰਸਾਰ ਵੀ ਛੱਡ ਕੇ ਜਾ ਚੁੱਕੇ ਆ। ਤਾਂ ਇਹ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਦਿਖਾਈ ਦਿੰਦੀ। ਦੂਜੇ ਪਾਸੇ ਕਿ ਜੇ ਅਸੀਂ ਦੁਨੀਆ ਭਰ ਦੇ ਵਿੱਚ ਨਜ਼ਰ ਮਾਰੀਏ ਬਿਮਾਰੀ ਤੋਂ ਛੁੱਟ, ਤਾਂ ਸਾਡੇ ਦੇਸ਼ ਵਿੱਚ ਵੀ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਸੀ। ਉਹਨਾਂ ਵਿੱਚੋਂ ਸਮੱਸਿਆ ਸਾਡੀ ਜਿਹੜਾ ਇਕਨੋਮਿਕ ਹਾਲਤ ਆ, ਆਰਥਿਕ ਹਾਲਤ ਆ, ਉਹ ਕੋਈ ਬਹੁਤੀ ਵਧੀਆ ਨਹੀਂ ਸੀਗੀ। ਅਸੀਂ ਲਗਾਤਾਰ ਇਸ ਗੱਲ ਦੀ ਕੋਸ਼ਿਸ਼ ਕਰਦੇ ਸੀ ਕਿ ਸਾਡੀ ਜਿਹੜੀ ਇਕਨੋਮਿਕਸ ਗਰੋਥ ਹੈਗੀ ਆ ਉਹ 2 ਡਿਜਿਟਸ ਚਲੀ ਜਾਵੇ, ਪਰ ਉਹ 2 ਡਿਜਿਟਸ ਨਹੀਂ ਗਈ। ਅਸੀਂ ਬਹੁਤ ਵਾਰੀ ਇਹ ਦਾਅਵਾ ਵੀ ਕਰਦੇ ਸੀ ਕਿ ਜਲਦੀ ਅਸੀਂ 4 ਟ੍ਰਿਲੀਅਨ 5 ਟ੍ਰਿਲੀਅਨ ਦੀ ਇਕਨੋਮੀ ਬਣ ਜਾ ਰਹੇ ਹਾਂ, ਪਰ ਉਹ ਸੁਪਨਾ ਵੀ ਹੁਣ ਦੂਰ ਦਾ ਲੱਗਦਾ ਹੈ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਸੀਂ ਆਏ ਦਿਨ ਇਹੋ ਜਿਹੀਆਂ ਖਬਰਾਂ ਪੜ੍ਹਦੇ ਹਾਂ ਕਿ ਪੰਜਾਬ ਵਿੱਚ ਲਗਾਤਾਰ ਕਰਜ਼ਾ ਵੱਧ ਰਿਹਾ, ਸਰਕਾਰ ਸਿਰ ਵੀ ਕਰਜ਼ਾ ਵੱਧ ਰਿਹਾ ਤੇ ਲੋਕਾਂ ਸਿਰ ਵੀ ਵੱਧ ਰਿਹਾ, ਖਾਸ ਕਰਕੇ ਕਿਸਾਨਾਂ ਸਿਰ ਵੀ ਵੱਧ ਰਿਹਾ। ਵੱਡੀ ਪੱਧਰ ਤੇ ਖੁਦਕਸ਼ੀਆਂ ਹੋ ਰਹੀਆਂ, ਨੌਜਵਾਨ ਜਿਹੜਾ ਉਹ ਨਸ਼ਿਆਂ ਦੇ ਵਿੱਚ ਗਲਤਾਨ ਆ, ਗੈਂਗਸਟਰ ਪੈਦਾ ਹੋ ਰਹੇ ਨੇ। ਸਿਹਤ, ਸਿੱਖਿਆ ਤੇ ਵਾਤਾਵਰਨ ਤਿੰਨਾਂ ਹੀ ਖੇਤਰਾਂ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਆ। ਲੋਕਾਂ ਦੀਆਂ ਜਿਹੜੀਆਂ ਜਿਹਨੂੰ ਕਹਿ ਸਕਦੇ ਆ ਕਿ ਕਮਾਉਣ ਦੀ ਸ਼ਕਤੀ ਆ ਉਹ ਘਟਦੀ ਜਾ ਰਹੀ ਹੈਗੀ ਆ, ਤਨਖਾਹਾਂ ਘਟ ਰਹੀਆਂ। ਹੁਣ ਜਿਹੜਾ ਸਭ ਤੋਂ ਲੇਟੈਸਟ ਜਿਸ ਗੱਲ ਤੇ ਬਹਿਸ ਚੱਲ ਰਹੀ ਆ ਉਹ ਇਸ ਗੱਲ ਤੇ ਬਹਿਸ ਚੱਲ ਰਹੀ ਆ ਕਿ ਪੰਜਾਬ ਸਰਕਾਰ ਹੁਣ ਤੱਕ ਉਹਦੇ ਜਿਹੜੇ ਪੇ ਸਕੇਲ ਸੀ ਉਹ ਬਾਕੀ ਸਾਰੇ ਭਾਰਤ ਦੇ ਰਾਜਾਂ ਨਾਲੋਂ ਉੱਪਰ ਸੀ, ਤੇ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਇਹ ਪੇ ਸਕੇਲ ਨਹੀਂ ਦੇ ਸਕਦੇ, ਅਸੀਂ ਤਾਂ ਹੁਣ ਕੇਂਦਰ ਦੇ ਪੇ ਸਕੇਲ ਹੀ ਦੇ ਸਕਾਂਗੇ ਜਿਹੜਾ ਕੇਂਦਰ ਦਿੰਦਾ ਸੀਗਾ। ਤਾਂ ਇਹ ਤੋਂ ਇਲਾਵਾ ਕਿ ਜਿਹੜੀ ਨਵੀਂ ਭਰਤੀ ਹੋ ਰਹੀ ਆ ਉਹ ਸਾਰੀ ਦੀ ਸਾਰੀ ਜਿਹੜੀ ਭਰਤੀ ਹੋ ਰਹੀ ਆ ਉਹ ਬੇਸਿਕ ਤੇ ਹੋ ਰਹੀ ਆ। ਇਸ ਤੋਂ ਇਲਾਵਾ ਡੀਏ ਰੁਕਿਆ ਹੋਇਆ ਹੈਗਾ, ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਕਰੋਨਾ ਸੰਕਟ ਤੋਂ ਬਾਅਦ ਬਹੁਤ ਥਾਵਾਂ ਤੇ ਇਹ ਸਮੱਸਿਆ ਆਈ ਆ ਕਿ ਵੱਖ-ਵੱਖ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜਾਂ ਉਹਨਾਂ ਦੀਆਂ ਤਨਖਾਹਾਂ ਘੱਟ ਕਰ ਦਿੱਤੀਆਂ ਗਈਆਂ। ਤਾਂ ਇਸ ਸੰਕਟ ਦੇ ਸਮੇਂ ਇਹ ਲੱਗਦਾ ਹੈ ਕਿ ਚਾਰੇ ਪਾਸੇ ਹਨੇਰਾ, ਚਾਰੇ ਪਾਸੇ ਉਦਾਸੀ ਆ, ਚਾਰੇ ਪਾਸੇ ਕੁਝ ਵੀ ਚੰਗਾ ਨਹੀਂ ਵਾਪਰ ਰਿਹਾ। ਇਸ ਤਸਵੀਰ ਦਾ ਹੁਣ ਅਸੀਂ ਜੇ ਦੂਜਾ ਪਾਸਾ ਦੇਖੀਏ ਤਾਂ ਅੱਜ ਜਿਹੜੀ ਆਪਣੀ ਗੱਲ ਹੈਗੀ ਆ ਉਹ ਦੂਜਾ ਪਾਸਾ ਵੀ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਉਣਾ ਹੈ। ਪਹਿਲੀ ਗੱਲ ਤਾਂ ਇਹ ਕਿ ਜੇ 1.5 ਕਰੋੜ ਦੁਨੀਆ ਭਰ ਦੇ ਵਿੱਚ ਲੋਕ ਇਹਦੇ ਮਾਰ ਥੱਲੇ ਆਏ ਆ ਤਾਂ ਉਹਨਾਂ ਵਿੱਚੋਂ ਮੌਤ ਸਿਰਫ 6 ਲੱਖ ਦੀ ਹੋਈ ਹੈ। ਕੁੱਲ ਜਿੰਨੀ ਆਬਾਦੀ ਆ ਉਹਦੇ ਵਿੱਚੋਂ ਮਸਾਂ 80% ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ। 80% ਨੂੰ ਬਿਮਾਰੀ ਨਹੀਂ ਹੁੰਦੀ, 20% ਨੂੰ ਬਿਮਾਰੀ ਹੁੰਦੀ ਹੈ। ਜਿਹੜੇ 20% ਨੂੰ ਬਿਮਾਰੀ ਹੁੰਦੀ ਹੈ ਉਹਨਾਂ ਚੋਂ 80% ਦੇ ਵਿੱਚ ਕੋਈ ਸਿਮਟਮ ਹੀ ਨਹੀਂ ਆਉਂਦਾ। ਉਹ ਤਾਂ ਜੇ ਉਹਨਾਂ ਦਾ ਟੈਸਟ ਕਰਾਇਆ ਜਾਵੇ ਤਾਂ ਟੈਸਟ 'ਚ ਪਤਾ ਲੱਗਦਾ ਕਿ ਇਹ ਪੋਜ਼ਿਟਿਵ ਹੈਗੀ ਹੈ। ਜਿਨ੍ਹਾਂ ਦੇ ਵਿੱਚ ਸਿਮਟਮ ਵੀ ਆਉਂਦਾ 20% ਦੇ ਵਿੱਚ, ਉਹਨਾਂ ਦੇ ਵਿੱਚ ਵੀ ਜਿਹੜਾ ਮਰਨ ਦੀ ਗਿਣਤੀ ਬਹੁਤ ਘੱਟ ਹੈ। ਸਾਰੇ ਬੰਦੇ ਮਰਦੇ ਨਹੀਂ ਹੈ। ਇਹਦਾ ਡਰ ਆ, ਅਸਲ 'ਚ ਇਹਦਾ ਡਰ ਉਸੇ ਕਿਸਮ ਦਾ ਹੈ ਜਿਸ ਕਿਸਮ ਦਾ ਡਰ ਅੱਤਵਾਦ ਦਾ ਡਰ ਹੁੰਦਾ, ਆਤੰਕ ਦਾ ਜਿਵੇਂ ਡਰ ਹੁੰਦਾ। ਇੱਕ ਡਰ ਜ਼ਿਆਦਾ ਹੈਗਾ, ਅਸਲ ਥ੍ਰੈਟ ਘੱਟ ਆ। ਪਰ ਅਸਲ ਥ੍ਰੈਟ ਜੇ ਘੱਟ ਹੈ, ਇਸ ਦੇ ਬਾਵਜੂਦ ਵੀ ਇਹਦਾ ਅਰਥ ਇਹ ਨਹੀਂ ਕਿ ਅਸੀਂ ਆਪਣੀਆਂ ਜਿਹੜੀਆਂ ਜ਼ਰੂਰੀ ਸਾਵਧਾਨੀਆਂ ਉਹ ਚਾਹੇ ਕਿਸੇ ਵੀ ਕਿਸਮ ਦੀਆਂ ਹੋਣ, ਚਾਹੇ ਹੱਥ ਧੋਣੇ ਹੋਣ, ਚਾਹੇ ਮੂੰਹ ਤੇ ਮਾਸਕ ਲਾਉਣਾ ਹੋਵੇ, ਚਾਹੇ ਇਸ ਕਿਸਮ ਦੀਆਂ ਸਾਵਧਾਨੀਆਂ ਹੋਣ ਕਿ ਅਸੀਂ ਇਕੱਠ ਨਹੀਂ ਕਰਨਾ। ਇਹ ਗੱਲਾਂ ਸਾਰੀਆਂ ਆਪਣੇ ਥਾਂ ਠੀਕ ਨੇ, ਕਿਉਂਕਿ ਇਹਦੇ ਨਾਲ ਸਾਨੂੰ ਇੱਕ ਸਮਾਂ ਮਿਲਣਾ ਹੈ ਅਸੀਂ ਹਸਪਤਾਲ ਤਿਆਰ ਕਰਨ ਲਈ, ਵੈਕਸੀਨ ਤਿਆਰ ਕਰਨ ਲਈ ਤੇ ਲੋਕਾਂ ਦੇ ਅੰਦਰ ਹਰਡ ਇਮਿਊਨਿਟੀ ਵਿਕਸਿਤ ਹੋਣ ਲਈ। ਪਰ ਇਸ ਗੱਲ ਦਾ ਮੈਨੂੰ ਪੂਰਾ ਯਕੀਨ ਆ ਕਿ ਜਿਹੜੀਆਂ ਪਹਿਲੀਆਂ ਮਹਾਮਾਰੀਆਂ ਉਹ ਚਾਹੇ ਸਪੈਨਿਸ਼ ਫਲੂ ਹੋਵੇ, ਚਾਹੇ ਉਹ ਹੈਜਾ ਹੋਵੇ, ਚਾਹੇ ਉਹ ਪਹਿਲਾਂ ਦੀਆਂ ਪਲੇਗ ਹੋਵੇ, ਉਹ ਜਿੰਨੀਆਂ ਜਾਨਾਂ ਲੈ ਕੇ ਗਈ ਸੀ ਇਹ ਬਿਮਾਰੀ ਉਦੋਂ ਘੱਟ ਜਾਨਾਂ ਲੈ ਕੇ ਹੀ ਖਤਮ ਹੋਵੇਗੀ ਤੇ ਇਹ ਖਤਮ ਹੋ ਜਾਣੀ ਆ।
ਅਸੀਂ ਜਾਂ ਤੁਸੀਂ ਇਹਦੇ ਵਿੱਚ ਕੋਈ ਵੀ ਇਹਦੀ ਲਪੇਟ ਚ ਆ ਸਕਦਾ ਹੈ, ਪਰ ਇਸ ਦੇ ਬਾਵਜੂਦ ਇਹ ਗੱਲ ਸੰਭਵ ਨਹੀਂ ਕਿ ਸਾਰੀ ਮਨੁੱਖਤਾ ਖਤਮ ਹੋ ਜੇ। ਮਨੁੱਖਤਾ ਲਾਜ਼ਮੀ ਤੌਰ ਤੇ ਜਿੱਤੂਗੀ। ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਕਿ ਰਸ਼ੀਆ ਦੇ ਵਿੱਚ ਵੀ, ਜਰਮਨ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਇਸ ਦੀ ਵੈਕਸੀਨ ਬਣਾਉਣ ਦੀ ਬਹੁਤ ਤੇਜ਼ੀ ਨਾਲ ਪ੍ਰਕਿਰਿਆ ਚੱਲ ਰਹੀ ਆ। 1 ਮਹੀਨਾ 2 ਮਹੀਨੇ ਹੱਦ 3 ਮਹੀਨਿਆਂ ਤੱਕ ਵੈਕਸੀਨ ਆ ਜਿਹੜੀ ਬਣ ਜਾਊਗੀ ਤੇ ਇਸ ਦੇ ਵਿਰੁੱਧ ਜਿਹੜਾ ਮਨੁੱਖ ਦੀ ਲੜਨ ਦੀ ਸ਼ਕਤੀ ਆ, ਪ੍ਰਤੀਰੋਧਕ ਸ਼ਕਤੀ ਜਿਹਨੂੰ ਅਸੀਂ ਹਰਡ ਇਮਿਊਨਿਟੀ ਕਹਿੰਦੇ ਆ, ਉਹ ਵੀ ਵਿਕਸਿਤ ਹੋ ਜਾਊਗੀ ਤੇ ਅਸੀਂ ਇਸ ਬਿਮਾਰੀ ਤੋਂ ਲਾਜ਼ਮੀ ਤੌਰ ਤੇ ਬਚ ਨਿਕਲਾਂਗੇ। ਲੋੜ ਸਿਰਫ ਇੰਨੀ ਗੱਲ ਦੀ ਆ ਕਿ ਉਸ ਸਮੇਂ ਤੱਕ ਅਸੀਂ ਸਾਵਧਾਨੀ ਰੱਖੀਏ ਤੇ ਉਸ ਸਮੇਂ ਤੱਕ ਅਸੀਂ ਇਸ ਸੰਕਟ ਦੇ ਸਮੇਂ ਜਿਹੜੇ ਸਬਕ ਸਿੱਖੇ ਆ ਉਹਨਾਂ ਸਬਕਾਂ ਨੂੰ ਅੱਗੇ ਤੋਰੀਏ। ਦੂਸਰੀ ਜਿਹੜੀ ਮੈਂ ਗੱਲ ਇਸ ਪ੍ਰਸੰਗ ਦੇ ਵਿੱਚ ਕਰਨੀ ਚਾਹੁੰਦਾ ਉਹ ਇਹ ਗੱਲ ਕਰਨੀ ਚਾਹੁੰਦਾ ਕਿ ਕੁਝ ਸਮੱਸਿਆਵਾਂ ਸਾਡੀਆਂ ਪਹਿਲਾਂ ਹੀ ਸੀ, ਪਰ ਇਸ ਸੰਕਟ ਨੇ ਉਹਨਾਂ ਸਮੱਸਿਆਵਾਂ ਨੂੰ ਬਾਹਰ ਲੈ ਆਂਦਾ, ਉਹਨਾਂ ਸਮੱਸਿਆਵਾਂ ਨੂੰ ਅੱਗੇ ਕਰਤਾ। ਸਾਨੂੰ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਇਸੇ ਸਮੇਂ ਹੀ ਅਸੀਂ ਕਰ ਸਕਦੇ ਹਾਂ। ਤੇ ਜਿਹੜੀ ਮੈਂ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਮੈਂ ਕਰਨੀ ਚਾਹੁੰਦਾ ਹੈਗਾ ਖੇਤੀ ਦੇ ਸੰਬੰਧ ਦੇ ਵਿੱਚ। ਪੰਜਾਬ ਦਾ ਜਿਹੜਾ ਅਰਥਚਾਰਾ ਉਹ ਖੇਤੀ ਤੇ ਆਧਾਰਿਤ ਆ। ਪੰਜਾਬ ਦੇ ਵਿੱਚ GDP ਦਾ ਹਿੱਸਾ ਜਿਹੜਾ ਖੇਤੀ ਦਾ ਲਗਭਗ 25% ਆ, ਸਨਅਤ ਦਾ 25% ਆ ਤੇ 50% ਸਾਡਾ ਸੇਵਾ ਸੈਕਟਰ ਚੋਂ ਆਉਂਦਾ ਹੈ। ਪਰ ਪੰਜਾਬ ਦੀ ਜਿਹੜੀ ਆਬਾਦੀ ਆ ਉਹ 50% ਦੇ ਕਰੀਬ ਖੇਤੀ ਤੇ ਆਸ਼ਰਿਤ ਹੈਗੀ ਆ। ਬਿਨਾਂ ਸ਼ੱਕ ਜਿਹੜੀ ਜ਼ਮੀਨ ਆ ਉਹ ਘਟਦੀ ਜਾ ਰਹੀ ਆ। ਬਿਨਾਂ ਸ਼ੱਕ ਜਿਹੜੇ ਜ਼ਮੀਨ ਦੇ ਉੱਤੇ ਖਰਚਾ ਹੋਣਾ ਉਹ ਲਾਗਤ ਜਿਹੜੀ ਉਹਦੇ ਤੇ ਆਉਂਦੀ ਆ, ਚਾਹੇ ਰੇਹਾਂ ਦੇ ਮਾਮਲੇ 'ਚ, ਚਾਹੇ ਸਪਰੇਆਂ ਦੇ ਮਾਮਲੇ 'ਚ, ਚਾਹੇ ਬੀਜਾਂ ਦੇ ਮਾਮਲੇ 'ਚ, ਚਾਹੇ ਤੇਲ ਦੇ ਮਾਮਲੇ 'ਚ। ਅੱਜ ਕੱਲ੍ਹ ਵੀ ਤੇਲ ਦੇ ਉੱਪਰ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ, ਐਜੀਟੇਸ਼ਨ ਹੋ ਰਿਹਾ ਕਿ ਤੇਲ ਦਾ ਭਾਅ ਵੱਧ ਰਿਹਾ, ਡੀਜ਼ਲ ਦਾ ਭਾਅ ਵੱਧ ਰਿਹਾ, ਖਰਚਾ ਵੱਧ ਰਿਹਾ। ਪਰ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਉਹ ਬਹੁਤਾ ਨਹੀਂ ਵੱਧ ਰਿਹਾ। ਤੇ ਹੁਣ ਤੱਕ ਨਵਾਂ ਡਰ ਪੈਦਾ ਹੋ ਗਿਆ ਕਿ ਸ਼ਾਇਦ ਇਹ ਸਮਰਥਨ ਮੁੱਲ ਖਤਮ ਵੀ ਹੋ ਜੇ। ਹਾਲ ਦੀ ਘੜੀ ਤਾਂ ਭਾਵਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਖਤਮ ਨਹੀਂ ਹੋ ਰਿਹਾ, ਪਰ ਜਿਸ ਤਰ੍ਹਾਂ ਦੇ ਗਡਕਰੀ ਸਾਹਿਬ ਦੇ ਪਹਿਲਾਂ ਬਿਆਨ ਸੀ, ਜਿਸ ਤਰ੍ਹਾਂ ਪਹਿਲਾਂ ਤੋਮਰ ਸਾਹਿਬ ਦਾ ਬਿਆਨ ਸੀ, ਜਿਸ ਤਰ੍ਹਾਂ ਸ਼ਾਂਤਾਰਾਮ ਕਮੇਟੀ ਦੀਆਂ ਸਿਫਾਰਿਸ਼ਾਂ ਨੇ, ਉੱਥੋਂ ਲੱਗਦਾ ਕਿ ਇੱਕ ਦਿਨ ਇਹ ਸਮਰਥਨ ਮੁੱਲ ਖਤਮ ਹੋ ਜਾਊਗਾ। ਤਾਂ ਫੇਰ ਕਿਸਾਨੀ ਕੋਲ ਕੀ ਰਾਹ ਰਹਿ ਜਾਂਦਾ ਹੈ? ਇੱਕ ਤਾਂ ਸਾਡੀ ਵੱਡੀ ਸਮੱਸਿਆ ਹੈ ਕਿ ਕਿਸਾਨੀ ਦੇ ਵਿੱਚ ਬਹੁਤ ਸਾਰੀ ਸਰਪਲਸ ਲੇਬਰ ਪੈਦਾ ਹੋ ਰਹੀ ਆ, ਬਹੁਤ ਸਾਰੇ ਬੰਦੇ ਬੇਰੁਜ਼ਗਾਰ ਪੈਦਾ ਹੋ ਰਹੇ ਆ, ਉਹ ਕਿੱਥੇ ਜਾਣ? ਦੂਸਰੀ ਗੱਲ ਇਹ ਕਿ ਵਿਕਸਿਤ ਮੁਲਕਾਂ ਦੇ ਵਿੱਚ ਜਿਹੜੀ ਖੇਤੀ ਦੇ ਉੱਤੇ ਆਸ਼ਰਿਤ ਆਬਾਦੀ ਆ ਉਹ ਕਿਤੇ 0.2% ਆ, ਕਿਤੇ 3% ਆ ਤੇ GDP ਦੇ ਹਿੱਸਾ ਵੀ ਉਹਦਾ ਮਸਾਂ 1 ਜਾਂ 2% ਹੀ ਆ ਵਿਕਸਿਤ ਮੁਲਕਾਂ ਦੀ। ਜੇ ਅਸੀਂ ਗੱਲ ਕਰੀਏ ਉੱਥੇ ਜਿਹੜੀ ਜ਼ਿਆਦਾ ਆਮਦਨ ਕਮਾਈ ਤੇ ਜ਼ਿਆਦਾ ਜਿਹੜੀ ਵਰਕ ਫੋਰਸ ਆ ਉਹ ਸਨਅਤੀ ਖੇਤਰ ਵਿੱਚ ਲੱਗੀ ਹੋਈ ਆ। ਤਾਂ ਪੰਜਾਬ ਦੇ ਵਿੱਚ ਸਨਅਤ ਉਸ ਪੱਧਰ ਦੀ ਵਿਕਸਿਤ ਹੀ ਨਹੀਂ ਹੋਈ ਤੇ ਹੁਣ ਉਹ ਵਿਕਸਿਤ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਆ। ਜਿੰਨਾ ਇੱਥੇ ਜ਼ਮੀਨ ਦਾ ਰੇਟ ਆ, ਜਿਵੇਂ ਇੱਥੇ ਬਿਜਲੀ ਮਹਿੰਗੀ ਆ, ਜਿਵੇਂ ਇਹ ਸਰਹੱਦੀ ਸੂਬਾ ਹੈ, ਇਸ ਹਾਲਤ ਦੇ ਵਿੱਚ ਜਿਵੇਂ ਇੱਥੇ ਕਿਰਤ ਸ਼ਕਤੀ ਮਹਿੰਗੀ ਆ, ਸਸਤੀ ਮਜ਼ਦੂਰੀ ਨਹੀਂ ਮਿਲਦੀ, ਇੱਥੇ ਲੱਗਦਾ ਹੀ ਨਹੀਂ ਕਿ ਕਦੇ ਹੁਣ ਸਨਅਤੀ ਵਿਕਾਸ ਹੋਊਗਾ। ਤੀਜਾ ਜਿਹੜਾ ਸੈਕਟਰ ਹੈਗਾ ਸੇਵਾ ਸੈਕਟਰ। ਤਾਂ ਸੇਵਾ ਸੈਕਟਰ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬ ਕੀ ਕਰ ਸਕਦਾ ਹੈ ਇਹਨਾਂ ਚੁਣੌਤੀਆਂ ਦੇ ਦਰਮਿਆਨ? ਤਾਂ ਸਭ ਤੋਂ ਜਿਹੜੀ ਮਾੜੀ ਗੱਲ ਵਾਪਰ ਰਹੀ ਹੈ, ਜਿਸ ਗੱਲ ਵੱਲ ਮੈਂ ਹੁਣ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿ ਵਾਪਰ ਕੀ ਰਿਹਾ, ਕਿ ਅਸੀਂ ਦੇਖਦੇ ਹਾਂ ਕਿ ਇਸ ਸਮੇਂ ਜੇ ਮਰੀਜ਼ਾਂ ਨੂੰ ਸਾਂਭਿਆ, ਜੇ ਤਨਦੇਹੀ ਨਾਲ ਕੰਮ ਕੀਤਾ ਤਾਂ ਉਹ ਸਰਕਾਰੀ ਹਸਪਤਾਲਾਂ ਨੇ ਕੀਤਾ ਹੈ। ਮਾੜੇ ਜਾਂ ਚੰਗੇ ਜਿਉ ਜੇ ਵੀ ਹੈਗੇ ਆ, COVID-19 ਬਾਰੇ ਜਿੰਨੇ ਵੀ ਪ੍ਰਬੰਧ ਆ ਉਹ ਸਾਰੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੇ ਕੀਤੇ ਆ। ਤੇ ਅਸੀਂ ਦਿਨੋਂ ਦਿਨ ਪ੍ਰਾਈਵੇਟ ਸੈਕਟਰ ਨੂੰ ਵਧਾ ਰਹੇ ਸੀ। ਪ੍ਰਾਈਵੇਟ ਸੈਕਟਰ ਵਾਲਿਆਂ ਨੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਸ ਸਮੇਂ ਆਪਣੇ ਹੱਥ ਪਿੱਛੇ ਖਿੱਚ ਲਏ ਸੀਗੇ। ਤਾਂ ਕੀ ਸਾਨੂੰ ਇਹ ਦੁਬਾਰਾ ਸੋਚਣ ਦੀ ਲੋੜ ਤਾਂ ਨਹੀਂ ਕਿ ਕਮ ਸੇ ਕਮ ਸਿਹਤ, ਸਿੱਖਿਆ ਤੇ ਵਾਤਾਵਰਣ ਵਰਗੇ ਜਿਹੜੇ ਮਸਲੇ ਆ, ਇਹਨਾਂ ਮਸਲਿਆਂ ਬਾਰੇ ਸਰਕਾਰ ਨੂੰ ਆਪਦਾ ਸੈਕਟਰ ਮਜ਼ਬੂਤ ਰੱਖਣਾ ਚਾਹੀਦਾ ਹੈ। ਇਸ ਸੈਕਟਰ ਨੂੰ ਕਿਸੇ ਵੀ ਹਾਲਤ ਵਿੱਚ ਸ਼ੁੱਧ ਮੁਨਾਫਾਖੋਰਾਂ ਦੇ, ਕਾਰਪੋਰੇਟਾਂ ਦੇ ਹੱਥ ਨਹੀਂ ਦੇਣਾ ਚਾਹੀਦਾ। ਮੁਸੀਬਤ ਸਮੇਂ
ਉਹ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਇਸ ਖੇਤਰ ਦੇ ਵਿੱਚ ਸਾਨੂੰ ਇਸ ਮਸਲੇ ਤੇ ਪੁਨਰ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ। ਹਾਲ ਦੀ ਘੜੀ ਸਰਕਾਰਾਂ ਪੁਨਰ ਵਿਚਾਰ ਨਹੀਂ ਕਰ ਰਹੀਆਂ, ਪਰ ਪੁਨਰ ਵਿਚਾਰ ਕਰਨ ਦੀ ਜ਼ਰੂਰਤ ਆ। ਹਾਲਤ ਤਾਂ ਇਹ ਹੋ ਗਈ ਕਿ ਉਲਟਾ ਇਸ ਸਮੇਂ ਫੈਸਲਾ ਹੋਇਆ ਹੈ ਕਿ ਜਿਹੜੀ ਰੇਲਵੇ ਆ ਉਹ ਪ੍ਰਾਈਵੇਟ ਹੋ ਜਾਊਗੀ, ਤੇ ਅਸੀਂ ਦੇਖਦੇ ਹਾਂ ਕਿ ਰੇਲਵੇ ਨੇ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਥਾਂ ਸਿਰ ਪਹੁੰਚਾਇਆ ਸੀ, ਪਰ ਜਦੋਂ ਪ੍ਰਾਈਵੇਟ ਰੇਲ ਹੋ ਗਈ ਤਾਂ ਉਸ ਸਮੇਂ ਹਰ ਵਿਅਕਤੀ ਉਹਦਾ ਕਿਰਾਇਆ ਨਹੀਂ ਭਰ ਸਕੂਗਾ। ਜਿਵੇਂ ਅੱਜ ਹਸਪਤਾਲਾਂ ਦੇ ਵਿੱਚ ਜਿਹੜੇ ਚੰਗੇ ਹਸਪਤਾਲ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਉਹਨਾਂ ਦੇ ਵਿੱਚ ਆਮ ਜਿਹੜਾ ਵਿਅਕਤੀ ਆ ਉਹਦਾ ਇਲਾਜ ਨਹੀਂ ਕਰਾ ਸਕਦਾ। ਜਿਹੜਾ ਘੱਟੋ ਘੱਟ ਸਰਕਾਰ ਨੇ ਨਿਰਧਾਰਿਤ ਕੀਤਾ ਉਹਨਾਂ ਲਈ ਵੀ ਤੁਸੀਂ ਘੱਟ ਤੋਂ ਘੱਟ ਲਓ, ਉਹ ਘੱਟ ਤੋਂ ਘੱਟ ਵੀ ਆਮ ਆਦਮੀ ਦਾ ਇੱਕ ਦਿਨ ਦਾ ਖਰਚਾ ਇੱਕ ਤਨਖਾਹ ਤੋਂ ਵੀ ਵਧੇਰੇ ਆ। ਤਾਂ ਇੱਕ ਤਾਂ ਇਸ ਮਸਲੇ ਤੇ ਸਾਨੂੰ ਪੁਨਰ ਵਿਚਾਰ ਕਰਨ ਦੀ ਲੋੜ ਆ। ਦੂਜੀ ਜਿਹੜੀ ਗੱਲ ਸਾਨੂੰ ਕਰਨ ਦੀ ਲੋੜ ਆ ਕਿ ਸਾਨੂੰ ਆਪਣੇ ਖੇਤੀ ਸੈਕਟਰ ਬਾਰੇ ਦੁਬਾਰਾ ਸੋਚਣ ਦੀ ਜ਼ਰੂਰਤ ਆ। ਪੰਜਾਬ ਨੂੰ ਇਹ ਸੋਚਣ ਦੀ ਜ਼ਰੂਰਤ ਆ ਕਿ ਉਹਦੀ ਸ਼ਕਤੀ ਕਿੱਥੇ ਆ। ਤਾਂ ਪੰਜਾਬ ਦੀ ਜਿਹੜੀ ਵੱਡੀ ਸ਼ਕਤੀ ਹੈਗੀ ਆ ਉਹ ਦੋ ਚੀਜ਼ਾਂ ਦੇ ਵਿੱਚ ਆ। ਇੱਕ ਤਾਂ ਉਹਦੀ ਇਸ ਗੱਲ 'ਚ ਸ਼ਕਤੀ ਹੈਗੀ ਆ ਕਿ ਪੰਜਾਬ ਕੁਦਰਤੀ ਤੌਰ ਤੇ ਭੂਗੋਲਿਕ ਤੌਰ ਤੇ ਇੱਕ ਅਜਿਹਾ ਖਿੱਤਾ ਹੈ ਜਿੱਥੇ ਪੱਧਰੀ ਜ਼ਮੀਨ ਆ, ਸਮਤਲ ਜ਼ਮੀਨ ਆ, ਜਿੱਥੇ ਪਾਣੀ ਮੌਜੂਦ ਆ, ਜਿੱਥੇ ਵਾਤਾਵਰਨ ਅਜਿਹਾ ਹੈ ਕਿ ਗਰਮੀ ਵੀ ਪੈਂਦੀ ਆ ਤੇ ਸਰਦੀ ਵੀ ਪੈਂਦੀ ਆ। ਅਜਿਹੀ ਗਰਮੀ ਵੀ ਨਹੀਂ, ਅਜਿਹੀ ਸਰਦੀ ਵੀ ਨਹੀਂ ਕਿ ਜਿਹੜੀ ਬਰਦਾਸ਼ਤ ਨਾ ਕੀਤੀ ਜਾ ਸਕੇ। ਜਿਹੜੇ ਬੰਦੇ ਸਾਡੇ ਬੱਚੇ ਬਾਹਰ ਜਾਂਦੇ ਆ ਉਹ ਜਾਣਦੇ ਆ ਕਿ ਕਿਹੋ ਜਿਹੇ ਇਲਾਕੇ ਹੈਗੇ ਆ ਕੈਨੇਡਾ ਦੇ ਕਿ ਜਿੱਥੇ 9 ਮਹੀਨੇ ਬਰਫ਼ ਦੀ ਮੋਟੀ ਪਰਤੀ ਜੰਮੀ ਰਹਿੰਦੀ ਹੈ। ਉੱਥੇ ਸਾਰਾ ਸਾਲ ਖੇਤੀ ਨਹੀਂ ਹੋ ਸਕਦੀ। ਤਾਂ ਇੱਕ ਤਾਂ ਇਹ ਕਿ ਜਿਹੜਾ ਅੱਜ ਤੱਕ ਦੀ ਸਾਡੀ ਖੋਜ ਆ ਉਹਦੇ ਅਨੁਸਾਰ ਅਸੀਂ ਹਰ ਚੀਜ਼ ਹੀ ਲਗਭਗ ਪ੍ਰਯੋਗਸ਼ਾਲਾ ਦੇ ਵਿੱਚ ਬਣਾ ਲੈਂਦੇ ਹਾਂ। ਉਸ ਤੋਂ ਅੱਗੇ ਅਸੀਂ ਸਨਅਤ ਦੇ ਵਿੱਚ ਬਣਾ ਲੈਂਦੇ ਹਾਂ, ਕਾਰਖਾਨਿਆਂ 'ਚ ਬਣਾ ਲੈਂਦੇ ਹਾਂ। ਪਰ ਹਜੇ ਤੱਕ ਜਿਹੜਾ ਭੋਜਨ ਆ, ਭੋਜਨ ਦੇ ਮੁੱਖ ਜਿਹੜਾ ਰੂਪ ਆ, ਚਾਹੇ ਉਹ ਰੋਟੀ ਆ ਦੇ ਲਈ ਕਣਕ ਆ, ਚਾਹੇ ਚਾਵਲ ਆ, ਚਾਹੇ ਸਬਜ਼ੀਆਂ, ਚਾਹੇ ਫਰੂਟ ਆ, ਉਹ ਨਹੀਂ ਬਣਾਈਆਂ ਜਾ ਸਕੀਆਂ। ਉਹ ਸਾਨੂੰ ਖੇਤਾਂ 'ਚ ਹੀ ਉਗਾਉਣੀਆਂ ਪੈਣੀਆਂ। ਤੇ ਇੱਕ ਤਾਂ ਸਾਨੂੰ ਇਹ ਕਿ ਨਵੇਂ ਹਰੇ ਇਨਕਲਾਬ ਦੀ ਜ਼ਰੂਰਤ ਆ, ਨਵੇਂ ਖੇਤੀ ਸੈਕਟਰ ਨੂੰ ਦੁਬਾਰਾ ਸੋਚਣ ਦੀ ਜ਼ਰੂਰਤ ਆ ਕਿ ਪੰਜਾਬ ਦੀ ਇਹ ਵੱਡੀ ਸ਼ਕਤੀ ਆ। ਹੁਣ ਅਗਲੀ ਸਾਡੀ ਸਮੱਸਿਆ ਇਹ ਕਿ ਪੰਜਾਬ ਦੀ ਜਿਹੜੀ ਇਹ ਵੱਡੀ ਸ਼ਕਤੀ ਆ ਇਹਨੂੰ ਅਸੀਂ ਵਰਤੀਏ ਕਿਵੇਂ। ਤਾਂ ਦੂਜਾ ਜਿਹੜਾ ਸਾਡੇ ਕੋਲ ਇੱਕ ਵੱਡਾ ਇੱਕ ਸੈਕਟਰ ਦੇ ਵਿੱਚ ਅਸੀਂ ਕਰ ਸਕਦੇ ਹਾਂ ਉਹ ਇਹ ਕਿ ਪੰਜਾਬ ਦੇ ਵਿੱਚ ਲੰਮਾ ਸਮਾਂ ਸੂਰਜ ਚਮਕਦਾ। ਲਗਭਗ ਬਰਸਾਤਾਂ ਦੇ 2 ਮਹੀਨਿਆਂ ਨੂੰ 1.5 ਮਹੀਨੇ ਨੂੰ ਛੱਡ ਕੇ ਸਾਰੇ ਸਾਲ ਦੇ ਵਿੱਚ ਲਗਭਗ 10.5 ਮਹੀਨੇ ਪੂਰੀ ਧੁੱਪ ਪੈਂਦੀ ਆ ਤੇ ਅਸੀਂ ਸੂਰਜੀ ਸ਼ਕਤੀ ਨੂੰ ਵਰਤ ਸਕਦੇ ਹਾਂ। ਥਰਮਲ ਪਲਾਂਟ ਆ ਜਿਹੜੇ ਉਹ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਆ ਤੇ ਸਾਨੂੰ ਉਹ ਥਰਮਲ ਪਲਾਂਟ ਦੀ ਬਜਾਏ ਸੂਰਜੀ ਸ਼ਕਤੀ ਦੀ ਵਰਤੋਂ ਕਰਨ ਵਾਲੇ ਪ੍ਰੋਗਰਾਮ ਚਾਹੀਦੇ ਆ। ਇਸੇ ਤਰ੍ਹਾਂ ਹੀ ਜਿਹੜਾ ਪਾਣੀ ਸਾਡਾ ਬਹੁਤ ਝਗੜਾ ਪੈਂਦਾ ਹਰਿਆਣੇ ਦੇ ਨਾਲ, ਸਾਡਾ ਬਹੁਤ ਝਗੜਾ ਪੈਂਦਾ ਹੈ ਰਾਜਸਥਾਨ ਨਾਲ। ਅਸੀਂ ਵਾਰ-ਵਾਰ ਉਹਨਾਂ ਤੋਂ ਰੈਇਲਟੀ ਮੰਗਦੇ ਹਾਂ, ਉਹਨਾਂ ਨੇ ਰੈਇਲਟੀ ਨਹੀਂ ਦੇਣੀਗੀ। ਤੇ ਇਹ ਵੀ ਜਾਪਦਾ ਹੈ ਕਿ ਜੇ ਕੋਈ ਫੈਸਲਾ ਸਰਕਾਰ ਦਾ ਅਜਿਹਾ ਆ ਗਿਆ ਕਿ ਜਿਹਦੇ ਨਾਲ ਪੰਜਾਬ ਦਾ ਪਾਣੀ ਬਾਹਰ ਜਾਂਦਾ ਹੋਵੇ ਤਾਂ ਉਹਦੇ ਨਾਲ ਇੱਥੇ ਪੰਜਾਬ ਵਿੱਚ ਅਨਰਸਟ ਫੈਲ ਸਕਦਾ। ਪਰ ਜਿੰਨਾ ਸਾਡਾ ਹਾਸਲ ਪਾਣੀ ਆ ਉਹਨੂੰ ਵਰਤਣ ਦੇ ਲਈ ਜਿਹੜੀ ਸਾਡੀਆਂ ਤਕਨੀਕਸ ਨੇ ਉਹ ਬੜੀਆਂ ਪੁਰਾਣੀਆਂ ਨੇ ਤੇ ਅਸੀਂ ਧਰਤੀ ਹੇਠਲਾ ਬਹੁਤ ਪਾਣੀ ਵਰਤ ਰਹੇ ਹਾਂ। ਜਦੋਂ ਕਿ ਸਾਨੂੰ ਜਿਹੜਾ ਹੈਗਾ ਪਾਣੀ ਦੂਸਰਾ ਪਾਣੀ ਵਰਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹੜਾ ਅੱਜ ਕੱਲ੍ਹ ਪਾਣੀ ਹੜ ਕੇ ਦਰਿਆ ਵਿੱਚ ਵਗ ਰਿਹਾ, ਘੱਗਰ ਵਿੱਚ ਜਿਹੜਾ ਤਬਾਹੀ ਮਚਾ ਰਿਹਾ, ਉਹਨੂੰ ਸਾਂਭਣ ਦਾ, ਉਹਨੂੰ ਰੀਚਾਰਜ ਕਰਨ ਦਾ ਪਿੰਡ ਪੱਧਰ ਤੇ ਸਾਨੂੰ ਅਜਿਹੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਸੂਰਜੀ ਊਰਜਾ ਨੂੰ ਵਰਤਣਾ ਤੇ ਪਾਣੀ ਨੂੰ ਵਰਤਣਾ ਤੇ ਖੇਤੀ ਦੇ ਵਿੱਚ ਨਵੀਆਂ ਤਕਨੀਕਾਂ ਜਿਵੇਂ ਫੁਹਾਰਾ ਵਿਧੀ ਹੈਗੀ ਆ, ਸਪ੍ਰਿੰਕਲ ਮੈਥਡ ਜਿਹਨੂੰ ਕਹਿੰਦੇ ਆ, ਜਾਂ ਜਿਵੇਂ ਡ੍ਰਿਪ ਸਿਸਟਮ ਹੈਗਾ, ਇਹ ਸਾਨੂੰ ਸਿਸਟਮ ਲਿਆਉਣੇ ਪੈਣੇ ਆ ਤੇ ਇਹਦੇ ਲਈ ਖੇਤੀ ਦੇ ਵਿੱਚ ਇਨਵੈਸਟ ਕਰਨਾ ਪੈਣਾ। ਜਿਸ ਇੱਕ ਹੋਰ ਖੇਤਰ ਦੇ ਵਿੱਚ ਪੰਜਾਬ ਕਾਫੀ ਕੁਝ ਕਰ ਸਕਦਾ ਹੈ, ਉਹ ਪੰਜਾਬ ਉਸ ਖੇਤਰ ਵਿੱਚ ਕਰ ਸਕਦਾ ਹੈ ਕਿ ਪੰਜਾਬ ਸੇਵਾਵਾਂ ਦੇ ਖੇਤਰ ਵਿੱਚ ਬਹੁਤ ਕੁਝ ਕਰ ਸਕਦਾ ਹੈ। ਤੇ ਹੁਣ ਵੀ ਜਿਹੜੇ ਸਾਡੇ ਵੱਡੀ ਪੱਧਰ ਤੇ ਬੱਚੇ ਬਾਹਰ ਜਾਂਦੇ ਉਹ ਬਾਹਰ ਜਾ ਕੇ ਸੇਵਾਵਾਂ ਹੀ ਦਿੰਦੇ ਆ, ਚਾਹੇ ਪੈਟਰੋਲ ਪੰਪਾਂ ਤੇ ਤੇਲ ਪਾਉਣ, ਚਾਹੇ ਲੱਕੜ ਮਿੱਲਾਂ 'ਚ ਕੰਮ ਕਰਨ, ਚਾਹੇ ਫਾਊਂਡਰੀਆਂ 'ਚ ਕੰਮ ਕਰਨ, ਚਾਹੇ ਡਰਾਈਵਰ ਬਣਨ, ਚਾਹੇ ਪਿਜ਼ਾ ਡਿਲੀਵਰ ਕਰਨ, ਤੇ ਚਾਹੇ ਉਹ ਸਿਲੀਕਾਨ ਵੈਲੀ ਦੇ ਵਿੱਚ ਜਾ ਕੇ ਇੰਜੀਨੀਅਰ ਬਣਨ, ਤੇ ਚਾਹੇ ਉਹ ਡਾਕਟਰ ਬਣਨ, ਤੇ ਚਾਹੇ ਵਕੀਲ ਬਣਨ, ਚਾਹੇ ਵੈਟਰਨਰੀ ਡਾਕਟਰ ਬਣਨ, ਦਿੰਦੇ ਸੇਵਾਵਾਂ ਹੈ।
ਤੇ ਸੇਵਾਵਾਂ ਦੇ ਮਾਮਲੇ ਦੇ ਵਿੱਚ, ਸਿੱਖਿਆ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਜਿੰਨਾ ਧਿਆਨ ਦੇਣ ਦੀ ਜ਼ਰੂਰਤ ਆ ਉਹਨਾਂ ਧਿਆਨ ਨਹੀਂ ਦਿੱਤਾ ਗਿਆ। ਇਹ ਗੱਲ ਪੜ੍ਹਦਿਆਂ, ਇਹ ਗੱਲ ਸੁਣਦਿਆਂ ਬੜਾ ਉਦਾਸੀ ਹੁੰਦੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਸਾਖਰਤਾ ਦਰ ਆ ਉਹ 76% ਹੀ ਆ, ਜਦੋਂ ਕਿ ਬਹੁਤ ਸਾਰੇ ਸੂਬੇ ਆ ਜਿਹੜੇ 82% ਤੇ 99% ਲਈ ਬੈਠੇ ਆ। ਕੇਰਲਾ ਵਰਗੇ, ਹਿਮਾਚਲ ਵਰਗੇ ਸੂਬੇ ਸਾਡੇ ਤੋਂ ਅੱਗੇ ਨੇ। ਤੇ ਉਸ ਤੋਂ ਵੀ ਅੱਗੇ ਸਾਨੂੰ ਲੱਗਦਾ ਹੈ ਕਿ ਜਿਹੜੇ ਉੱਨਤ ਦੇਸ਼ ਨੇ ਉਹਨਾਂ ਦੇ ਵਿੱਚ, ਚਾਹੇ ਉਹ ਕਿਊਬਾ ਹੋਵੇ, ਚਾਹੇ ਡੈਨਮਾਰਕ ਹੋਵੇ, ਚਾਹੇ ਨਾਰਵੇ ਹੋਵੇ, ਚਾਹੇ ਸਵੀਡਨ ਹੋਵੇ, ਉੱਥੇ ਜਿਹੜੀ ਸਾਖਰਤਾ ਦਰ ਆ ਉਹ 100% ਨਹੀਂ ਤਾਂ 99% ਆ। ਸਾਨੂੰ ਆਪਣੀ ਸਾਖਰਤਾ ਦਰ ਵਧਾਉਣੀ ਪਵੇਗੀ। ਇਹਦੇ ਨਾਲ ਹੀ ਸਾਨੂੰ ਭਵਿੱਖ ਦੀਆਂ ਜਿਹੜੀਆਂ ਟੈਕਨੀਕਸ ਨੇ, ਭਵਿੱਖ ਦੇ ਜਿਹੜੇ ਵਿਗਿਆਨ ਨੇ, ਉਹ ਚਾਹੇ ਸਾਈਬਰ ਵਰਲਡ ਹੋਵੇ, ਜੈਨੇਟਿਕਸ ਹੋਵੇ, ਜੀਨ ਵਿਗਿਆਨ ਹੋਵੇ, ਉਹਦੇ ਵਿੱਚ ਸਾਨੂੰ ਜ਼ਿਆਦਾ ਖੋਜ ਕਰਨ ਦੀ ਜ਼ਰੂਰਤ ਆ, ਜ਼ਿਆਦਾ ਵਿਦਿਆਰਥੀਆਂ ਨੂੰ ਉਸ ਪਾਸੇ ਵੱਲ ਆਕਰਸ਼ਿਤ ਕਰਨ ਦੀ ਜ਼ਰੂਰਤ ਆ। ਤੇ ਸਾਨੂੰ ਇਹਨਾਂ ਗੱਲਾਂ ਵੱਲ, ਸਿੱਖਿਆ ਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਆ। ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਵਾਂਗੇ, ਉਨੀ ਦੇਰ ਜਿਹੜਾ ਪੰਜਾਬ ਆ ਉਹ ਪਛੜਿਆ ਰਹੇਗਾ ਜਾਂ ਪਿੱਛੇ ਰਹੇਗਾ। ਤਾਂ ਪੰਜਾਬ ਦੀ ਜਿਹੜੀ ਤਾਕਤ ਆ, ਖੇਤੀ, ਜ਼ਮੀਨ, ਪਾਣੀ, ਸੂਰਜ, ਧੁੱਪ, ਇਹ ਤੇ ਅਗਲੀ ਜਿਹੜੀ ਹੈਗੀ ਆ ਕਿ ਪੰਜਾਬੀਆਂ ਦਾ ਮਿਹਨਤੀ ਸੁਭਾਅ, ਪੰਜਾਬੀਆਂ ਦਾ ਕੁਝ ਕਰ ਗੁਜ਼ਰਨ ਦੀ ਤਾਂਘ। ਸਭ ਤੋਂ ਵੱਡੀ ਗੱਲ ਆ ਕਿ ਉਹਨੂੰ ਦਿਸ਼ਾ ਦੇਣ ਦੀ ਲੋੜ ਆ। ਤੇ ਦਿਸ਼ਾ ਕੌਣ ਦੇ ਸਕਦਾ ਹੈ? ਦਿਸ਼ਾ ਜਿਹੜੀ ਉਹ ਸਿੱਖਿਆ ਦੇ ਸਕਦੀ ਹੈ। ਸਿੱਖਿਆ ਦੀ ਸਭ ਤੋਂ ਵੱਧ ਅਹਿਮੀਅਤ ਆ, ਪਰ ਕਿਹੜੀ ਸਿੱਖਿਆ? ਸਾਨੂੰ ਭਵਿੱਖ ਦੀ ਸਿੱਖਿਆ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਭਵਿੱਖ ਦੀ ਸਿੱਖਿਆ ਦੇ ਲਈ ਜੁੜਨਾ ਚਾਹੀਦਾ ਹੈ। ਇਸ ਕਰੋਨਾ ਪੀਰੀਅਡ ਨੇ ਸਾਨੂੰ ਕੁਝ ਹੋਰ ਸਬਕ ਵੀ ਦਿੱਤੇ ਆ ਜਿਹੜੇ ਪੰਜਾਬ ਦੀ ਭਲਾਈ ਦੇ ਲਈ ਬੜੇ ਚੰਗੇ ਨੇ। ਉਹਨਾਂ ਵਿੱਚੋਂ ਇੱਕ ਜਿਹੜਾ ਸਬਕ ਆ, ਮੈਂ ਇੱਕ ਗੱਲ ਦੀ ਹੋਰ ਬੇਨਤੀ ਕਰਨੀ ਚਾਹੁੰਦਾ ਸੀਗਾ ਕਿ ਜਿਹੜੇ ਸੁਣ ਰਹੇ ਸਰੋਤੇ ਨੇ, ਕਿ ਬਹੁਤ ਵਾਰੀ ਉਹਨਾਂ ਦੇ ਮਨਾਂ ਵਿੱਚ ਸਵਾਲ ਹੁੰਦੇ ਆ। ਉਹ ਜਿਹੜੇ ਸਵਾਲ ਆ ਉਹ ਨਾਲ ਦੀ ਨਾਲ ਸਕਰੀਨ ਤੇ ਵੀ ਕਈ ਵਾਰ ਆ ਜਾਂਦੇ ਨੇ, ਪਰ ਮੇਰਾ ਧਿਆਨ ਉਹਨਾਂ ਸਵਾਲਾਂ ਵੱਲ ਨਹੀਂ ਆ। ਕੋਈ ਅਧਿਆਪਕ ਆ ਜਿਹੜਾ ਉਹ ਉਹਨਾਂ ਸਵਾਲਾਂ ਨੂੰ ਇੱਕ ਵਾਰ ਇਕੱਠੇ ਕਰ ਲਏ ਤੇ ਬਾਅਦ ਦੇ ਵਿੱਚ ਆਪਾਂ ਉਸ ਮਸਲੇ ਤੇ ਵੀ ਗੱਲ ਕਰ ਸਕਦੇ ਹਾਂ। ਤਾਂ ਮੈਂ ਅੱਗੇ ਗੱਲ ਕਰਨੀ ਚਾਹੁੰਦਾ ਸੀ ਕਿ ਜਿਹੜੇ ਸਾਨੂੰ ਕੁਝ ਸਿੱਖਿਆ ਮਿਲੀ ਆ, ਅਸੀਂ ਉਹਦੇ ਬਾਰੇ ਗੱਲ ਕਰੀਏ। ਇੱਕ ਤਾਂ ਸਾਨੂੰ ਸਿੱਖਿਆ ਇਹ ਮਿਲੀ ਕਿ ਜਦੋਂ ਮੁਸੀਬਤ ਪੈਂਦੀ ਆ, ਜਦੋਂ ਮਜਬੂਰੀ ਹੁੰਦੀ ਆ, ਤਾਂ ਅਸੀਂ ਨਵੀਂ ਟੈਕਨੀਕ ਵੱਲ ਆ ਜਾਂਦੇ ਆ, ਨਹੀਂ ਅਸੀਂ ਨਵੀਂ ਟੈਕਨੀਕ ਵੱਲ ਨਹੀਂ ਆਉਂਦੇ। ਤਾਂ ਮੇਰਾ ਖਿਆਲ ਆ ਕਿ ਬਹੁਤ ਵਾਰੀ ਮੈਂ ਮਾਨਸਾ ਨਹਿਰੂ ਮੈਮੋਰੀਅਲ ਕਾਲਜ 'ਚ ਜਾਂ ਕਿਸੇ ਹੋਰ ਕਾਲਜ ਦੇ ਵਿੱਚ ਲੈਕਚਰ ਵੀ ਕਰਕੇ ਗਿਆ ਹੈਗਾ, ਲੱਲਾ ਕਾਲਜ ਦੇ ਵਿੱਚ ਲੈਕਚਰ ਕਰਕੇ ਗਿਆ। ਆਮ ਕਰਕੇ ਇਹ ਖਰਚੀਲਾ ਕੰਮ ਆ, ਸਮੇਂ ਵਾਲਾ ਕੰਮ ਆ, ਟਾਈਮ ਲਾਉਣ ਵਾਲਾ ਕੰਮ ਆ। ਇਹ ਟੈਕਨੀਕ ਪਹਿਲਾਂ ਵੀ ਅਵੇਲੇਬਲ ਸੀ, ਪਰ ਅਸੀਂ ਇਹਨੂੰ ਕਦੇ ਵਰਤਦੇ ਨਹੀਂ ਸੀਗੇ। ਇੱਕ ਦੋ ਵਾਰੀ ਮੈਂ ਕਾਲਜ ਦੇ ਵਿੱਚ ਸਿਲੈਕਸ਼ਨ ਕਮੇਟੀਆਂ ਦੇ ਵਿੱਚ ਆਇਆ, ਪਰ ਕਦੇ ਅਸੀਂ ਇਹ ਨਹੀਂ ਸੀ ਸੋਚਿਆ ਕਿ ਅਸੀਂ ਵੈਬੀਨਾਰ ਕਰੀਏ। ਤਾਂ ਸਾਡੇ ਤੇ ਦਬਾਅ ਪਿਆ, ਤਾਂ ਅਸੀਂ ਆਨਲਾਈਨ ਟੀਚਿੰਗ ਕਰਨੀ ਸ਼ੁਰੂ ਕਰਤੀ, ਵੈਬੀਨਾਰ ਕਰਨੇ ਸ਼ੁਰੂ ਕਰਤੇ ਤੇ ਸੋਸ਼ਲ ਮੀਡੀਆ ਤੇ ਵਧੇਰੇ ਆਉਣਾ ਸ਼ੁਰੂ ਕਰਤਾ। ਇਹ ਜਿਹੜੀ ਡਿਜੀਟਲਾਈਜੇਸ਼ਨ ਆ, ਭਾਵਾਂ ਇਹ ਮਜਬੂਰੀ 'ਚ ਹੀ ਆ, ਪਰ ਇਹ ਮਜਬੂਰੀ ਦੇ ਵਿੱਚ ਅਸੀਂ ਇਹਦੇ ਵਿੱਚ ਹੁਣ ਹੋਰ ਵੀ ਵਧੇਰੇ ਚੰਗੀਆਂ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ ਭਵਿੱਖ ਦੇ ਵਿੱਚ। ਤੇ ਇਹਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਨਹੀਂ ਤਾਂ ਹੁਣ ਜਿਹੜੇ ਹਜ਼ਾਰਾਂ ਡੈਲੀਗੇਟ ਨੇ ਉਹ ਆਪਦੀਆਂ ਕਾਰਾਂ, ਸਕੂਟਰਾਂ ਤੇ ਆਉਂਦੇ ਆ, ਪੈਟਰੋਲ ਫੂਕਦੇ ਆਉਂਦੇ ਆ, ਗੱਲਾਂ ਤਾਂ ਉਹੀ ਕਰਨੀਆਂ ਹੁੰਦੀਆਂ। ਤੇ ਉਹਦੇ ਮੁਕਾਬਲੇ ਤੁਸੀਂ ਇਹ ਡਿਜੀਟਲ ਮਾਧਿਅਮ ਨੂੰ ਵਰਤਦੇ ਆ ਤਾਂ ਤੁਸੀਂ ਇਸ ਪਾਸੇ ਵੱਲ ਅੱਗੇ ਵੱਧ ਸਕਦੇ ਹੋ। ਇਸੇ ਤਰ੍ਹਾਂ ਹੀ ਸਾਡੀਆਂ ਕੁਝ ਹੋਰ ਕਾਰਨ ਆ ਕਿ ਜਿਹੜੇ ਭਾਵਾਂ ਕਿਹਾ ਜਾ ਸਕਦਾ ਕਿ ਜਿਹੜੀ ਆਨਲਾਈਨ ਟੀਚਿੰਗ ਆ, ਇਹ ਆਫਲਾਈਨ ਟੀਚਿੰਗ ਦਾ ਬਦਲ ਨਹੀਂ ਆ। ਇਹ ਨਹੀਂ ਸੋਚਣਾ ਚਾਹੀਦਾ ਉਹਦਾ ਬਦਲ ਨਹੀਂ ਆ। ਆਫਲਾਈਨ ਟੀਚਿੰਗ ਆ ਜਿਹੜੀ, ਉਹਦੇ ਆਪਣੇ ਫਾਇਦੇ ਨੇ, ਆਨਲਾਈਨ ਟੀਚਿੰਗ ਦੇ ਆਪਣੇ ਫਾਇਦੇ ਨੇ। ਤਾਂ ਸਾਨੂੰ ਕੁਝ ਸਾਲਾਂ ਲਈ ਇਹਨਾਂ ਦਾ ਬਲੈਂਡ, ਇਹਨਾਂ ਦਾ ਮਿਸ਼ਰਣ ਵਰਤਣਾ ਪਵੇਗਾ, ਕਿਉਂਕਿ ਹਾਲ ਦੀ ਘੜੀ ਅਸੀਂ ਆਨਲਾਈਨ ਟੀਚਿੰਗ ਦੇ ਵਿੱਚ ਬਹੁਤੇ, ਜਿਹਨੂੰ ਕਹਿ ਸਕਦੇ ਹਾਂ, ਦਕਸ਼ ਵੀ ਨਹੀਂ ਗਏ। ਆਨਲਾਈਨ ਟੀਚਿੰਗ ਦੇ ਵਿੱਚ ਬਹੁਤੀ ਸਾਡੀ ਮਹਾਰਤ ਨਹੀਂ ਗਈ। ਉਹਦਾ ਕਾਰਨ ਇਹ ਹੈ ਕਿ ਅਸੀਂ ਤਾਂ ਕਲਾਸਰੂਮ ਲੈਕਚਰ ਹੀ ਦੇਣ ਸਿੱਖੇ ਹੋਏ ਹਾਂ, ਤੇ ਕਲਾਸਰੂਮ ਦੇ ਲੈਕਚਰ ਹੀ ਦੇਣਾ ਸਾਨੂੰ ਆਉਂਦਾ ਹੈ। ਤੇ ਅਸੀਂ ਜਦੋਂ ਹੁਣ ਆਨਲਾਈਨ ਵੀ ਹੁੰਨੇ ਆ, ਤਾਂ ਹੁਣ ਵੀ ਮੈਨੂੰ ਲੱਗਦਾ ਹੈ ਕਿ ਮੈਨੂੰ 20-25 ਮਿੰਟ ਹੋ ਗਏ ਬੋਲਦੇ ਨੂੰ, ਤੇ ਮੈਂ ਉਹ ਬੋਲੀ ਜਾਂਦਾ, ਤੁਸੀਂ ਸੁਣੀ ਜਾਂਦੇ ਆ।
ਜਦੋਂ ਕਿ ਆਨਲਾਈਨ ਜਿਹੜੀ ਟੀਚਿੰਗ ਜਾਂ ਆਨਲਾਈਨ ਜਿਹੜਾ ਸੈਮੀਨਾਰ ਆ ਉਹਦੇ ਜਿਹੜੇ ਢੰਗ ਤਰੀਕੇ ਆ ਸਾਨੂੰ ਵੱਖਰੇ ਵਿਕਸਿਤ ਕਰਨੇ ਪੈਣਗੇ। ਉਹਦੇ ਲਈ ਚਾਰਟ ਬਣਾਉਣ ਦੀ ਲੋੜ ਆ, ਉਹਦੇ ਲਈ ਵੀਡੀਓ ਬਣਾਉਣ ਦੀ ਲੋੜ ਹੈਗੀ ਆ, ਚਾਰਟ ਤੇ ਵੀਡੀਓ ਤੋਂ ਇਲਾਵਾ ਉਹਦੇ ਲਈ ਗ੍ਰਾਫ ਬਣਾਉਣ ਦੀ ਲੋੜ ਹੈਗੀ ਆ, ਉਹਦੇ ਵਿੱਚ ਇੰਟਰਐਕਟਿਵ ਹੋਣ ਦੀ ਜ਼ਰੂਰਤ ਹੈਗੀ ਆ। ਇਹ ਚੀਜ਼ਾਂ ਜਦੋਂ ਅਸੀਂ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਅਸੀਂ ਇਸ ਇੱਕ ਨਵਾਂ ਪੜਾਅ ਪਾਰ ਕਰਾਂਗੇ। ਪਰ ਸਿਰਫ ਬਹੁਤ ਸਾਰੀਆਂ ਚੀਜ਼ਾਂ ਖਾਸ ਕਰਕੇ ਸਕੂਲ ਪੱਧਰ ਤੇ ਜਿਹੜੀਆਂ ਆਫਲਾਈਨ ਹੀ ਹੋ ਸਕਦੀਆਂ। ਬੱਚਿਆਂ ਨੇ ਉੱਥੇ ਜਾ ਕੇ ਸਮਾਜਿਕਤਾ ਸਿੱਖਣੀ ਹੁੰਦੀ ਆ, ਉੱਥੇ ਜਾ ਕੇ ਬੱਚਿਆਂ ਨੇ ਦੂਜਿਆਂ ਨਾਲ ਵਿਵਹਾਰ ਕਰਨਾ ਸਿੱਖਣਾ ਹੁੰਦਾ ਹੈ, ਉੱਥੇ ਜਾ ਕੇ ਬੱਚਿਆਂ ਨੇ ਖੇਡਣਾ ਹੁੰਦਾ ਹੈ, ਉੱਥੇ ਜਾ ਕੇ ਬੱਚਿਆਂ ਨੇ ਪ੍ਰੈਕਟੀਕਲ ਕਰਨੇ ਹੁੰਦੇ ਆ। ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਆਨਲਾਈਨ ਟੀਚਿੰਗ ਆ ਤੇ ਉਹ ਆਫਲਾਈਨ ਬੰਦ ਹੋ ਜਾਣੀ ਚਾਹੀਦੀ ਹੈ, ਸਗੋਂ ਦੋਹਾਂ ਦਾ ਮਿਸ਼ਰਣ ਕਰਨ ਦੀ ਜ਼ਰੂਰਤ ਹੈਗੀ ਹੈ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੁਣ ਅਜਿਹੀਆਂ ਸੇਵਾਵਾਂ ਹੋਣਗੀਆਂ ਕਿ ਜਿਹੜੀਆਂ ਅਸੀਂ ਵਿਸ਼ਵ ਪੱਧਰ ਤੇ ਦੇ ਸਕਦੇ ਹੈਗੇ ਆ। ਵਿਸ਼ਵ ਪੱਧਰ ਤੇ ਸਾਡੇ ਇੱਥੇ ਬੈਠੇ ਡਾਕਟਰ ਦੂਰ ਬੈਠੇ ਮਰੀਜ਼ਾਂ ਨੂੰ ਠੀਕ ਕਰ ਸਕਦੇ ਆ, ਉਹਨਾਂ ਨੂੰ ਦਵਾਈਆਂ ਦੇ ਸਕਦੇ ਆ। ਕੁਝ ਚੀਜ਼ਾਂ ਤੱਕ ਜਿਹਦੇ ਲਈ ਤੁਹਾਨੂੰ ਆਉਣਾ ਪੈਂਦਾ, ਜੇ ਹੁਣ ਆਪਰੇਸ਼ਨ ਕਰਨਾ ਤਾਂ ਉਹਦੇ ਲਈ ਡਾਕਟਰ ਦਾ ਹਾਜ਼ਰ ਹੋਣਾ ਜ਼ਰੂਰੀ ਆ। ਪਰ ਬਹੁਤ ਸਾਰੀਆਂ ਬਿਮਾਰੀਆਂ ਜਿਹਦੇ ਲਈ ਤੁਹਾਨੂੰ ਜਾਣ ਦੀ ਕਿਤੇ ਜ਼ਰੂਰਤ ਨਹੀਂ। ਤਾਂ ਪੰਜਾਬ ਦਾ ਜੇ ਨੌਜਵਾਨ ਸਿੱਖਿਅਤ ਹੋਊਗਾ, ਵਰਲਡ ਕਲਾਸ ਉਹ ਸੇਵਾਵਾਂ ਦੇਣ ਦੇ ਸਮਰੱਥ ਹੋਊਗਾ, ਤਾਂ ਉਹਦੇ ਨਾਲ ਪੰਜਾਬ ਦਾ ਭਵਿੱਖ ਚੰਗਾ ਹੋ ਸਕਦਾ ਹੈਗਾ। ਬਹੁਤ ਵਾਰੀ ਇਹ ਲੱਗਦਾ ਹੈ ਕਿ ਸ਼ਾਇਦ ਜਿਹੜੀਆਂ ਮੈਂ ਇਹ ਗੱਲਾਂ ਕੀਤੀਆਂ ਇਹ ਇੰਨੀ ਹਨੇਰੇ ਸਮੇਂ ਦੇ ਵਿੱਚ ਕੀ ਅਜਿਹਾ ਹੋ ਸਕਦਾ ਹੈ। ਮੇਰਾ ਪੂਰਾ ਯਕੀਨ ਆ ਕਿ ਅਜਿਹਾ ਹੋ ਸਕਦਾ ਹੈ, ਕਿਉਂਕਿ ਜਿਸ ਸਮੇਂ ਭਗਤ ਸਿੰਘ ਨੂੰ ਫਾਂਸੀ ਲੱਗੀ ਉਦੋਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਕੀ ਅੰਗਰੇਜ਼ਾਂ ਦਾ ਰਾਜ ਕਦੇ ਜਾ ਸਕਦਾ ਹੈ। ਅੰਗਰੇਜ਼ਾਂ ਦਾ ਰਾਜ ਗਿਆ। ਕਦੇ ਇਹ ਲੱਗਦਾ ਹੀ ਨਹੀਂ ਸੀਗਾ ਕਿ ਇੰਗਲੈਂਡ ਇੰਨੀ ਤਰੱਕੀ ਕਰਦਾ, ਇੱਥੋਂ ਤੱਕ ਕਿ ਯੂਰਪ ਦੇ ਵਿੱਚ ਖਾਸ ਕਰਕੇ ਫਰਾਂਸ 'ਚ ਅੰਗਰੇਜ਼ਾਂ ਨੂੰ ਗੁਆਰ ਸਮਝਿਆ ਜਾਂਦਾ ਸੀ, ਪਰ ਉਹਨਾਂ ਨੇ ਇੱਕ ਸਾਮਰਾਜ ਖੜਾ ਕੀਤਾ ਜਿਹੜਾ ਸਾਰੀ ਦੁਨੀਆ ਤੇ ਫੈਲਿਆ। ਚੀਨੀਆਂ ਨੂੰ ਅਫੀਮੀ ਕਿਹਾ ਜਾਂਦਾ ਸੀਗਾ, ਚੀਨੀਆਂ ਨੂੰ ਅਫੀਮੀ ਕਿਹਾ ਜਾਂਦਾ ਸੀਗਾ, ਪਰ ਉਹ ਹੁਣ ਵਿਸ਼ਵ ਦੀ ਦੂਜੇ ਨੰਬਰ ਦੀ ਤਾਕਤ ਹੈ। ਸੋ ਇਹ ਨਹੀਂ ਕਿ ਪੰਜਾਬ ਤਰੱਕੀ ਨਹੀਂ ਕਰ ਸਕਦਾ, ਪੰਜਾਬ ਵਿੱਚ ਬੜੀ ਸਮਰੱਥਾ ਹੈ, ਪੰਜਾਬ ਵਿੱਚ ਬੜੀ ਪੋਟੈਂਸ਼ੀਅਲ ਆ। ਜੇ ਪੰਜਾਬ ਆਪਣੇ ਆਪ ਨੂੰ ਪਛਾਣੇ ਤੇ ਖੜਾ ਹੋ ਜਾਵੇ ਤੇ ਇਸ ਮਹਾਮਾਰੀ ਦੇ ਸਮੇਂ ਨੂੰ ਸਬਕ ਵਜੋਂ ਲਵੇ। ਇੱਕ ਆਖਰੀ ਗੱਲ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਦਾ, ਉਹ ਇਹ ਕਿ ਆਮ ਕਰਕੇ ਕਿਹਾ ਜਾਂਦਾ ਕਿ ਪੰਜਾਬੀ ਆ ਜਿਹੜੇ ਉਹ ਕੰਮ ਨਹੀਂ ਕਰਦੇਗੇ, ਵਿਹਲੇ ਭੱਜੇ ਫਿਰਦੇ ਆ। ਬਿਨਾਂ ਸ਼ੱਕ ਉਹਨਾਂ ਨੂੰ ਉਹ ਕੰਮ ਨਹੀਂ ਮਿਲ ਰਿਹਾ ਜਿਸ ਕੰਮ ਦੇ ਉਹ ਆਪਣੇ ਆਪ ਨੂੰ ਯੋਗ ਸਮਝਦੇ ਆ। ਉਹਨਾਂ ਦੇ ਕੋਲੇ ਸਟੇਟਸ ਦੀ ਬੇਰੁਜ਼ਗਾਰੀ ਆ, ਉਹਨਾਂ ਕੋਲ ਇਰਰੈਲੇਵੈਂਟ ਹੋਣ ਦੀ ਬੇਰੁਜ਼ਗਾਰੀ ਆ, ਪਰ ਇਸ ਨੂੰ ਉਹ ਸ਼ਕਤੀ ਦੇ ਵਿੱਚ ਵੀ ਬਦਲ ਸਕਦੇ ਆ। ਆਪਣੀ ਜਿਹੜੀਆਂ ਸ਼ਕਤੀਆਂ ਉਹਨੂੰ ਸਿਰਜਣਾਤਮਕ ਪਾਸੇ ਵੀ ਲਾ ਸਕਦੇ ਆ। ਇਹ ਸਮਾਜ ਦੇ ਨੇਤਾਵਾਂ ਦਾ ਤੇ ਸਮਾਜ ਨੂੰ ਸੇਧ ਦੇਣ ਵਾਲੇ ਲੋਕਾਂ ਦਾ ਕੰਮ ਆ ਕਿ ਉਹਨਾਂ ਨੇ ਨਸ਼ਿਆਂ ਦੇ ਵਿੱਚ ਗਰਕ ਗੈਂਗਸਟਰ ਬਣਾਣੇ ਨੇ, ਅੱਤਵਾਦੀ ਬਣਾਣੇ ਨੇ, ਜਾਂ ਖੁਦਕਸ਼ੀਆਂ ਕਰਨ ਵਾਲੇ ਰਾਹ ਪਾਣੇ ਆ, ਜਾਂ ਉਹਨਾਂ ਸ਼ਕਤੀਆਂ ਨੂੰ ਉਜਾਗਰ ਕਰਕੇ ਉਹਨਾਂ ਨੂੰ ਸਾਇੰਸਦਾਨ ਬਣਾਉਣਾ, ਉਹਨਾਂ ਨੂੰ ਕਲਾਕਾਰ ਬਣਾਉਣਾ, ਉਹਨਾਂ ਨੂੰ ਵਿਗਿਆਨੀ ਬਣਾਉਣਾ ਤੇ ਉਹਨਾਂ ਨੂੰ ਸਮਾਜ ਲਈ ਕੰਮ ਕਰਨ ਵਾਲੇ ਯੋਧੇ ਬਣਾਉਣਾ। ਕੀ ਬਣਾਉਣਾ? ਇਹ ਬਹੁਤ ਕੁਝ ਆ ਜਿਹੜਾ ਉਹ ਸਮਾਜ ਦੇ ਲਈ ਸਾਂਝੇ ਤੌਰ ਤੇ ਵੀ ਜ਼ਿੰਮੇਵਾਰੀ ਹੁੰਦੀ ਆ, ਪਰ ਸਰਕਾਰ ਦੀ ਵਿਸ਼ੇਸ਼ ਤੌਰ ਤੇ ਜ਼ਿੰਮੇਵਾਰੀ ਹੁੰਦੀ ਆ। ਉਹ ਆਪਣੀ ਇਹ ਜ਼ਿੰਮੇਵਾਰੀ ਚੁੱਕੇ ਤੇ ਇਸ ਪਾਸੇ ਵੱਲ ਜੇ ਜਾਵੇ ਤਾਂ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਬਹੁਤ ਚੰਗਾ ਵੀ ਹੋ ਸਕਦਾ ਹੈ, ਉੱਜਲ ਵੀ ਹੋ ਸਕਦਾ ਹੈ, ਤੇ ਸਾਰੀ ਦੁਨੀਆ ਨੂੰ ਰਸਤਾ ਦਿਖਾਉਣ ਵਾਲਾ ਵੀ ਹੋ ਸਕਦਾ ਹੈ। ਤੇ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਾਟੋ ਦਿੱਤਾ ਹੈ ਕਿ ਉਹ ਸਰਬੱਤ ਦਾ ਭਲਾ ਕਰਨ ਵਾਲਾ ਵੀ ਹੋ ਸਕਦਾ ਹੈ। ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਨੂੰ ਜੇ ਅਸੀਂ ਡੀਕੋਡ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ, ਕਿ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤਾਂ ਚੜ੍ਹਦੀ ਕਲਾ। ਤੇ ਦੂਸਰੀ ਗੱਲ ਜਿਹੜਾ ਸਰਬੱਤ ਦਾ ਭਲਾ ਮੰਗਣਾ ਹੈ ਕਿ ਇਕੱਲਾ ਆਪਣਾ ਨਹੀਂ, ਪਰ ਆਪਣੇ ਪਰਿਵਾਰ ਦਾ ਨਹੀਂ, ਆਪਣੇ ਇਲਾਕੇ ਦਾ ਨਹੀਂ, ਆਪਣੇ ਦੇਸ਼ ਦਾ ਨਹੀਂ, ਸਗੋਂ ਸਾਰੀ ਮਨੁੱਖਤਾ ਦਾ ਭਲਾ ਮੰਨਣਾ ਹੈ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀਆਂ ਵਿੱਚ ਇਹ ਸਮਰੱਥ ਹੈ। ਜਿਹੜੇ ਤੁਸੀਂ ਸੁਣ ਰਹੇ ਆ ਤੁਹਾਡੇ ਵਿੱਚ ਵੀ ਉਹ ਸਮਰੱਥ ਹੈ। ਤੁਸੀਂ ਉਸ ਸਮਰੱਥਾ ਨੂੰ ਜਗਾਓ ਤੇ ਪੰਜਾਬ ਨੂੰ ਨਵੇਂ ਰਾਹ ਤੇ ਪਾਓ। ਇੱਕ ਵਾਰ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਤੁਸੀਂ ਮੈਨੂੰ ਸੁਣਿਆ। ਤੁਸੀਂ ਜੇ ਕੋਈ ਪ੍ਰਸ਼ਨ ਪੁੱਛੋਗੇ ਜਾਂ ਕੋਈ ਗੱਲ ਕਰੋਗੇ ਤਾਂ ਉਸ ਪ੍ਰਸੰਗ ਦੇ ਵਿੱਚ ਆਪਾਂ ਗੱਲ ਨੂੰ ਅੱਗੇ ਤੋਰਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਉੱਚ ਪਾਈ ਦੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
अपना समा सानू दिता। सो मैं डॉक्टर बराड़ दे लई ये लाइन बोलनी चाहांगी कि पानी वगदे ही रहन, वगदे सुनदे ने, खड़ोंदे उसदे ने, कि पानी वगदे ही रहन। सो डॉक्टर बराड़ एक बहुत बड़ी शख्सियत है। अपनी बौद्धिकता दे सदका, अपनी कलम दे राही एक इस कोरोना संकट के दौरान साडे समाज नू एक नवी सेध है जिहड़ी ओह दे रहे है, जिस दी कि सानू लोड़ है। सो असी इस विस्तारपूर्वक चर्चा दे विच अगे इस चर्चा नू लंघाउंदे होए साडे अगले कीनोट स्पीकर डॉक्टर कमलजीत कौर नू बुलाना चाहांगी। इस दे लई मैं डॉक्टर ज्योति बाला नू रिक्वेस्ट करांगी कि वो साडे अगले कीनोट स्पीकर नू बुलाउण। ओवर टू डॉक्टर ज्योति बाला। Thank you, Mrs. Baljeet Kaur. Am I audible? Honorable dignitaries, distinguished guests, respected principals, respected managing committee members, and dear participants. It is my great honor and privilege to introduce our esteemed keynote speaker, Dr. Kamaljeet Kaur Marwaha. Dr. Kamaljeet Kaur Marwaha is a distinguished educationist and associate professor in economics at Shri Guru Gobind Singh College, Sector 26, Chandigarh. With over 32 years of teaching and 15 years of research experience, is a well-known figure in the field of education community. Her areas of specialization are banking, industry, and health. Dr. Kamaljeet Kaur has published 8 books and numerous papers in reputed journals and has been guiding 5 PhD students. In a very active life, Dr. Kamaljeet Kaur has presented almost 100 research papers in various national and international conferences and have also chaired almost 40 sessions, 15 keynote addresses, 30 post-year sessions, 60 guest lectures in different national and international conferences. Dr. Kamaljeet Kaur has successfully organized 2 international conferences at Bhutan also. Dr. Kamaljeet Kaur has also organized national, international, and virtual international conferences at Shri Guru Gobind Singh College, Sector 26, Chandigarh. Dr. Kamaljeet Kaur has completed minor research projects with the UGC and also doing with ICSSR, IMP RESS project on cancer prevalence in Malwa region of Punjab. Dr. Kamaljeet Kaur has received many awards for her contribution in the field of education. Dr. Kamaljeet Kaur is also a life member of prestigious Indian Economic Association, Association of Social Economic Development Societies, Studies, Punjab Development Society, and Chandigarh Economic Development Association. Dr. Kamaljeet Kaur is an EC member of Indian Economic Association and coordinator North Region for IEA. It is so impossible to mention Dr. Kamaljeet Kaur's every single accomplishment because they are a lot. With these words, I humbly request very energetic and dynamic personality, Dr. Kamaljeet Kaur Marwaha, for sharing her expertise and knowledge. Over Dr. Kamaljeet Kaur Marwaha. Hello. Good morning. I'm audible? Good morning. Yes. Thank you, Dr. Jyoti. Esteemed Dr. Varinder Singh, Chief Guest of the Day, Mrs. Jagmoni Gauba, Principal of the College, Dr. Jyoti Bala, Coordinator of the National Webinar, Professor Baljeet Kaur, Convener of the National Webinar, I express my gratitude to be invited and to deliver keynote address on a very relevant topic, that is socio-economic revival for the better new world. So already you have listened to Dr. Jinder Pal Singh Brad, who has very beautifully presented all aspects of this corona and how to save it
and what can be done even regarding online education or regarding health or regarding agriculture. So he has covered very excellent information regarding all these aspects. So now, as being teacher of economics, so I would like to discuss in another manner, that is, what was its impact and how we can have the revival. And here I would like to present my PPT, through which I will be discussing the various points. I hope my screen is visible. Hello? My screen is visible, Dr. Jyoti? Yes, ma'am. Okay. Yes, ma'am. So the topic will be, as suggested by the committee, socio-economic revival for a better new world. So, as all of you know, that COVID-19 is a pandemic and it is a global. So if it is a global, then it means it requires a coordinated worldwide response. So every country has to come forward. Only then we can find the solution. And this pandemic, so there is no distinction between the developed and the underdeveloped worlds. Everybody is equally affected. The most developed country of the world, USA, so they are suffering the most. So that means this pandemic has not made any distinction between the rich and the poor countries. And that is why it is pushing us for a new socio-economic world order. And the major economies of the world, like USA, Brazil, Russia, UK, Spain, Italy, all have been badly affected by this pandemic. And the most developed country of the world, America, so there the rate of unemployment has increased to 25%. And there is a cut on economic growth, despite there is a $3 trillion stimulus. And we see the death rate, there is a more than 6 lakh deaths have taken place globally. And India is not an exception. Even in India, about 28,000 deaths have already taken place. And some of the states, they are the worst factor, like Maharashtra or Delhi, where even today's newspaper said that perhaps Delhi has reached the peak level even. Now, if we see what is the impact of this COVID-19, as already discussed by Professor Brad, so it has impacted all the sectors of the economy, trade, business, and industry. So they have been impacted. Now, the only sector which is left is agriculture, the backbone of Indian economy. It has shown resilience to beat the ill effects of virus. But here even there is a loss of producers who are producing fruits, vegetables, dairy, and poultry products. Why they were facing problem? Because there were disruptions in the transportation, and the most important thing, there was no demand. So there was contraction in the demand. That is why these producers, they have to face lot of problems. But the agricultural sector, no doubt, is expected and is showing a very positive growth. And that is the hope for the Indian economy also. Now, if we see, there are 4 pillars of Indian economy on which we are based. So all students and teachers of economics, they know it is a consumption and manufacturing, exports, and capital flows. So these are the pillars on which Indian economy was sustaining. Now see, one by one, as far as consumption is concerned, there is a fall in consumption because there is no demand. Why? Due to lockdown, due to unemployment. Then manufacturing sector is hit by large-scale supply chain disruption. So there was no supply, that is why manufacturing sector has been hit. And exports, naturally, they are on a pause mode because global consumers everywhere, they are on this mode only. Then as far as capital flows are concerned, this pandemic has caused risk aversion and emerging markets have felt slowdown as far as capital inflows are concerned. So that means all the 4 pillars of Indian economy have been shattered due to the COVID-19 pandemic.
Now, if we see the way where this impact is more, now two things I have taken. One is poverty and one is unemployment. Already in India, we are facing the problem of poverty, but due to this pandemic, see in the graph that there is about 120 million more poor will be added by the end of next year. And if we see the poverty percentage, which is now 2.8, it will rise to 4.2 and ultimately to 6.2. So that means the number of poor and the percentage of poor who are living below the poverty line, they will be rising due to the pandemic. Similarly, see the impact on employment. Now, a very serious issue. Already we are facing the problem of unemployment. Now, see in the graph, you can see that at this time, a 456 were employed, and in this current year, there were 38 million who were unemployed. But now, this figure will be rising to 123, and ultimately, by the time next year comes, it will rise to 173. And if you see the unemployment rate, again, it is continuously rising from 7.6% to more and more. And the labor force participation, no doubt it will reduce. There is a lot of reverse migration. The labor has migrated to their respective states, whether it was UP or Bihar. Labor force participation was now 49.3%, and it is reduced to 30-35%. A very bad scenario as far as unemployment is considered. Now, ultimately, our question is, now this is the situation. We have to revive our economy. That is the socio-economic revival. Here, I would like to have a quote from Swami Vivekananda, who said, the simplest method to be worked on at present is to induce Indians to use their own produce and get markets for Indian artware in other countries. Now, so this path was shown to us by Swami Vivekananda, and now this has been taken by our Prime Minister, Mr. Narendra Modi. How? So we have taken our Prime Minister has taken the Atmanirbhar Abhiyan package worth rupees 20 lakh crore, and it is about 10% of our GDP. And this Atmanirbhar Bharat Abhiyan is one of the largest economic boost-up schemes. And this will show an opportunity to kickstart Make in India 2.0. And this package, it is emphasizing on re-energize, revamp, and reinforce a strong industrial and manufacturing sector. And this package will provide support as well as strength to various sections of the country, and it will also help a renewed boost to the Indian economy. So we would like to have a self-reliant India with the help of this package. And to make self-reliant India, the laws on land, labor, liquidity, all have been emphasized under this package. It will cater to the cottage industries, MSMEs, laborers, world class. And the World Bank has already given us $2.7 billion support to India so that we can fulfill the guidelines given under the Atmanirbhar Bharat Abhiyan. Now, under this package, there is twofold objectives are there. The first objective, it covers the interim measures, such as liquidity infusion and direct cash transfers for the poor and the needy. And this kind of liquidity infusion will work as a shock absorbers for the poor. Because when liquidity will be given to the poor, no doubt, so they will get their ration and they will be creating a demand in the market. For this, rupees 6 lakh crore has been advanced, and it is in the form of collateral-free loans, interest rate subventions, and liquidity provisions. Further, to ease out this kind of risk aversion of the banks, the lenders, they have been assured by the Government of India that they will be given full credit guarantee on the loans they will give to the MSMEs. The second part of the strategy is regarding long-term reforms. They are in the growth critical sectors so that we can make them globally competitive as well as attractive. Here, the major reform has been done for the MSME sector.
The investment limit has been enhanced in the revised definition of MSMEs. And this is a real booster for the Indian economy for the MSMEs. So rupees 25 lakh to rupees 1 crore for micro enterprises, then rupees 5 crore to rupees 10 crore for small enterprises, and rupees 10 crore to rupees 20 crore for medium enterprises. No doubt this revised definition will help in the growth of MSMEs. Now, we have to see that ultimately economy must come back to the life. No doubt there is a pandemic, it is still continuing. So there is a no relent of this. It is raging with unrelenting intensity. Still, the number of cases are rising. Number of deaths are also rising. No doubt, as Professor Brad said, the recovery rate is very good. That is only the positive thing. But now there are genuine fears to restart the work in many of the sectors. But it is not the end of the story. There are hints of light at the end of the proverbial tunnel. Very rightly said by Professor Brad also that there is a hope. So if we are ready to have a change, no doubt we will turn this pandemic also into an opportunity. But we can see there are certain green shoots of recovery. They are visible. But what is needed is support to convert them into a full-fledged economic revival. And the biggest positive point is the agriculture sector, and specifically for the Punjab economy, as rightly said by Professor Brad also. Here, the record Rabi output and procurement is expected to spur demand in the rural belts of the country, a very good thing. And agriculture, no doubt, it still accounts for 16% of the GDP, and agriculture sector is providing 60% of the employment. So this agriculture sector is a booster, and when here the employment is more, production is rising, demand is likely to be there for the secondary sector also. Now, agriculture, we always call, as a student of economics, it is called the backbone of Indian economy. And during this pandemic, it has really proved when everything was closed, agriculture came to our help. And what we can see, the Rabi food grain output is at a record level of 149 million compared to the last year, 139 million. This is a very, very positive sign for the Indian economy. And then the further forecast of a normal monsoon, really, again, it will boost our hopes. And the area under sowing is also rising. Now, further in the agriculture sector, if we see, the tractor sales have increased by 4% as compared to the last year. Even the two-wheeler and the passenger car sales, they are surging in rural areas in contrast to the urban slum. And these signs of a pickup in rural demand hint at a relief in the coming period for the secondary sector also. Now, another positive sign we can see from the rising GST collections also, because ultimately government needs money. So this is a very good sign that collection from GST is rising, and e-way bills that are almost back to the pre-COVID level, a very good sign. And this part is very, very important for both central government as well as the state government. Although GST collection is less by 9%, but the trend indicates that business will get back to the trend. And electronic way bills, they also reflect goods movement have increased in the month of June. Now, if we see the trade scenario, international trade, here we have a mixed picture. No doubt, India has monthly trade surplus in the month of June after 18 years, but it reflects languishing imports. Why? It is due to the slowdown in economic activity and as well as lower world oil prices. And exports are now about 90% of the pre-COVID levels. What is required? We need a positive drive to push our exports as well as to finalize the various free trade agreements which we have done. The need is now we have to implement all those free trade agreements. Now, another positive sign. Dr. Kamal ma'am. Anji, yes. ਹਾਂਜੀ ਤੁਹਾਡੀ PPT show नहीं हो रही screen ਤੇ please check करो. Show नहीं हो रही? What happened?
So I think it is with Dr. Jyoti also. She can share it. मैम पहले आपकी शो हो रही थी. Huh, but I do not know. You said no, it is not working. ਤੁਸੀਂ present करो. You can come to the slide number 15. मैम दोबारा present करके देखना. On the way. Is it visible now? How to bring it? I'm checking, ma'am. I'm checking. Is it visible now? मैं check कर रही हूँ. मैम screen present करना अपनी. हाँ. No, I can't see now because actually it is before me. मैम मैडम मेरा ख्याल है ਤੁਸੀਂ ਅੱਗੇ ਕੰਟੀਨਿਊ ਕਰੋ ਜੀ. ਤੁਹਾਡੇ ਕੋਲ ਤਾਂ But ਦਿਖ ਹੀ ma'am, ਰਿਹਾ you ਨਾ. are visible as well as audible. Okay, Yes, but you are the visible next as well as slide I audible. really wanted to show. The next slide was very important. So, Dr. Jyoti, you have please, if you can share it. The next slide actually is very important, which I wanted to show. Otherwise, I can continue. Ma'am, you can on the back camera. What I have to do? Back camera. You can on the back camera. Dr. Jyoti, please, you can share my PPT. Or should I continue? Yeah, ma'am. Okay, I can continue. Okay. But next slide was very important. Okay. The another positive sign is from power sector, fuel and pharma. So positive sign for revival is rising power and fuel consumption. E-commerce is also thriving and sales are back to 90% of normal times. And physical retail, it is still facing a 60% slump because the demand is basically for food and hygiene products from FMCG companies. No, India's pharma industry, it is an asset, not for the country, but also for the world. So if there is a need, we have exported to the USA also. So at this time, it is playing a very leading role in reducing the cost of medicines in the developing countries also. So in my next slide, actually, I wanted to show the modes of recovery, and that was the most important part of my presentation, that how we can have recovery. So here the Arthur D. Little, he has made a survey and he said that there can be 4 modes of recovery. So he said it can take place V-shape, U, W and L. V-shape means when there is a rapid revival, that is GDP will contract only by 1% in 2021 and further it will expand by 4.1% in the coming year. But if it takes U-shape, that means stagnation before growth. That is recession of 2000 is example with us here. The GDP will fall by 5.3% in 2021 and will grow by 2.8% in the next year. And third category can be W shape. So here we have an example of European Union. They faced this kind of recovery in 2010. There will be a slump after an initial period of growth. Then there will be rise in cases by summer, and then second wave will come in the month of winter, and W-shaped recovery will take place. Here the GDP will fall by 10.8%, and even in the next year, growth will be only 0.8%. Then there can be 4th category is called as L-shape. Here many years will be taken to have the revival. Japan took 10 years. Here the GDP will
contract by 15.9% in the current fiscal year and by 2.5% in 21-22. Means there will be continuous fall as the shape of L says. Now the prediction is that India will face a W-shaped recovery, and that is not a very good thing. If somehow we can convert this into U-shape, that is a good for Indian economy. For that, so there is a need of certain things. So that again, I have the next slide with me also. In the V scenario, there can be in the next year, the growth rate can be 4.1%. In U scenario, only 2.8%. In W, only 0.8. And in the L scenario, there won't be any growth even in the next year. Now, if we wanted to have a U-shaped recovery or even V-shaped recovery, then what should be done? That is very, very important. Now, apart from agriculture, I said agriculture is showing a positive growth rate. So what is needed? A package, a stimulus package, and a prioritization of relief and rehabilitation measures are required for those sectors which are facing a serious problem. Which are they? Tourism, hospitality, transportation sector. They are really in a trouble. Then government needs to provide greater comfort to small business enterprises that have been hit hard by this pandemic. And you know, most of the small businesses, they have not taken even loans, and they fail to qualify the concessions which are given by the government under Atmanirbhar Bharat. That means finance ministry must need, and they should have a look at the way in which small businesses operate, and accordingly relief must be provided to them. And unless the MSME sector is rescued in a genuine way, recovery will be difficult. So government must provide substantial funds through direct benefit transfer to the poorest of the poor. So the government has already taken a decision to extend the free food grain up to November. This is a very welcome step. Another thing can be done. Moratoria on debt repayments and provisioning deferrals must be given until growth recovers, but not indefinitely. Now, this crisis reveals long-run supply-side opportunities and directions for change. So, if the world is now facing problem with China, then we can invite those companies which earlier were in China, so they can have investment in the Indian economy now. So it can include a larger share of distance work, economizing on fuel, and encouraging the digital economy, which is India's strength. Now the states, all states, they should think of the packages, how to attract the foreign direct investment. Now this will reduce out migration, access labor living in pathetic condition in the large cities like Mumbai. Now, we have to build infrastructure, and this infrastructure is needed not just for creating assets for the future, but it will also help us in reducing the unemployment problem in our country. Now, we have to emphasize to the rural economy, which will become a base for the further revival of the economy. Now, if we see the economic revival, it has been backed by recent sales number. Now, if you see the tractor sales, which is a very, very important barometer of the rural economy, the sales were up in the month of May and June and now continue. Escorts Limited, they saw a 23% sales growth in the domestic market. Similarly, Mahindra and Mahindra, they reported a 10% rise in sales in the month of June. Even the bicycle industry, it has witnessed 50% increase in demand in the month of May and June. And if we see the month of June number of GST, it shows shrinkage of revenue in Delhi, Haryana, Gujarat. That is those states where majority of the population is urban. And a comparatively high growth rate was registered in the rural states. In the month of June, if you see the case of Madhya Pradesh and Chhattisgarh, they saw an impressive GST growth of 24% and 22% respectively from a year ago. So then it means what we have to do. So this pandemic has taught us the value of local manufacturing, the local market, and the local supply chains. It is not the globalization, it is a deglobalization which will work. Already, you know,
The government has banned 59 mobile applications of the Chinese because that was a threat to the security of the country also. And this move will also help us in the reduction of the foreign dependence in a strategic sector like ICT. So then what we have to do? We have to make investment in all aspects of telecom, research and development, and infrastructure. So government incentives are required to locally develop technologies. We have to nurture innovation in the telecom sector by startups and by developing technological capability in the new and emerging areas. Now, there is no doubt India has the intellectual capital, and we have to respect that capital. Indian engineers, designers, they are writing telecom software, and they have also designed chips, and they have developed networking solutions for international companies. Why not they can do for Indian companies also? So it means we have not respected them. The government has to respect our own Indian intellectual capital. We need to have a holistic perspective of the foreign policy, military, and economic challenges. Only then we can address the various problems faced by the economy. If the Indian states can create a new generation of entrepreneurs, they can facilitate them with a legal and infrastructural framework which is needed for the mega manufacturing facilities simply for import substitution, then we can create jobs, we can create prosperity, we can create desi billionaires within a very, very short span of time. What is required? A new vision is required, a new perspective about the value of manufacturing over trading, entrepreneurship over crony capitalism. This is required. What else? Easy entry, exit, and labor policies are the basic minimum prerequisites. Our Prime Minister said that India is ready to play a leading role in the global revival as it is one of the most open economies. India has the talent, has the ability to reform, and is rolling out the red carpet for all global companies. There are many possibilities and opportunities in the sectors like agriculture, defense, space, IT, etc. Even IMF has estimated, Finance Minister has estimated that the economy may shrink to 4.5%, but next year there is every hope. Now, at the end, I would like to say that we have to follow two-part strategy to come out of this pandemic. On the one hand, we have to save lives, and on the other hand, we have to revive the demand. The task ahead is political also. In our own country, we see the Kerala government. They have told the public to behave, and public have behaved. So their 5-point strategy was to trace, quarantine, test, isolate, and treat. It has worked. And similarly, South Korea has followed a strategy of extensive testing, the most rigorous tracing, and strict enforcement of isolation for the serious. So this has worked there also. So this was the first part, that we have to save the lives. And the second part is we have to revive the demand. ਹਾਂਜੀ ਕਮਲ ਮੈਮ ਆਵਾਜ਼ ਨਹੀਂ ਆ ਰਹੀ ਤੁਹਾਡੀ। ਹਾਂਜੀ ਕਮਲ ਮੈਮ। ਹਾਂਜੀ ਡਾਕਟਰ ਕਮਲਜੀਤ ਸੁਣ ਰਹੇ ਹੋ ਤੁਸੀਂ ਮੈਨੂੰ? ਕੌਸ਼ਲ ਸਰ ਪਲੀਜ਼ ਚੈੱਕ ਕਰੋ ਕਮਲ ਮੈਮ ਦਾ। ਹਾਂਜੀ ਕਮਲ ਮੈਮ ਸਾਡੇ ਨਾਲ ਜੁੜ ਰਹੇ ਹੈ ਜੀ। 1 ਸਕਿੰਟ ਲਈ ਵੇਟ ਕਰੋ।
ਹੁਣ ਉਹਨਾਂ ਦਾ ਕੱਟ ਜੂਗਾ। ਕਮਲ ਮੈਮ ਸਾਡੇ ਨਾਲ ਜੁੜ ਰਹੇ ਆ। ਤਕਨੀਕੀ ਖਰਾਬੀ ਕਾਰਨ ਉਹਨਾਂ ਦਾ ਲਿੰਕ ਹੈ ਜਿਹੜਾ ਸਾਡੇ ਨਾਲੋਂ ਟੁੱਟ ਗਿਆ। ਸੋ ਬੜੀ ਜਲਦੀ ਉਹ ਸਾਡੇ ਨਾਲ ਆਪਣੇ ਵਿਚਾਰ ਹੈ ਜਿਹੜੇ ਕੰਟੀਨਿਊ ਕਰਨਗੇ। डॉक्टर कमलजीत जी, आप अपने अनम्यूट कीजिए प्लीज। आपकी तरफ से म्यूट हो चुका है ये। ਕਮਲ ਮੈਡਮ ਦੀ आप अनम्यूट कीजिए प्लीज। ਵਿਚਾਰ ਚਰਚਾ ਤੋਂ ਬਾਅਦ ਕੁਐਸਚਨ ਆਨਸਰ ਦੌਰ ਹੈ ਜਿਹੜਾ ਰੱਖਾਂਗੇ। डॉक्टर ਜਿਸ कमलजीत ਦੇ जी, ਵਿੱਚ ਡਾਕਟਰ ਰਜਿੰਦਰਪਾਲ ਬਰਾੜ ਸਾਡੇ ਨਾਲ ਆਨਲਾਈਨ बिल्कुल ਬਣੇ सुन पा रहे ਰਹਿਣਗੇ हैं आप? ਤੇ ਮੈਡਮ ਕਮਲ आप अपना अनम्यूट कीजिए प्लीज। ਚੈਟ ਬਾਕਸ ਦੇ ਵਿੱਚ ਸਾਨੂੰ ਜਿਹੜੇ ਰੈਲੇਵੈਂਟ ਕੁਐਸਚਨ ਹੈ ਇਸ ਟੌਪਿਕ ਦੇ ਨਾਲ ਜਿਨ੍ਹਾਂ ਤੇ ਚਰਚਾ ਜਿਹੜੀ ਉਹ ਹੋਣੀ ਚਾਹੀਦੀ ਹੈ, ਉਹ ਅਸੀਂ ਕੁਐਸਚਨ ਦੀ ਲਿਸਟ ਹੈ ਜਿਹੜੀ ਆਪਣੇ ਹੱਥ 'ਚ ਲੈ ਲਈ ਹੈ ਤੇ ਸਾਡੇ ਅੱਜ ਦੇ ਰਿਸੋਰਸ ਪਰਸਨ ਕੋਲੋਂ ਅਸੀਂ ਇਹ ਕੁਐਸਚਨ ਹੈ ਜਿਹੜੇ ਪੁੱਛਾਂਗੇ ਤੇ ਇਸ ਹਾਂਜੀ। ਤੇ ਵਿਚਾਰ Hello? ਚਰਚਾ ਕਰਾਂਗੇ ਕਿਉਂਕਿ ਇਸ Hello? ਅੱਜ ਦੇ ਵੈਬਿਨਾਰ ਦਾ ਉਦੇਸ਼ Am I ਹਾਂਜੀ audible ਕਮਲ now? ਮੈਮ ਸਾਡੇ ਨਾਲ ਜੁੜ ਕੇ ਹੈ। Hello? Yes, can you hear me now? ਹਾਂਜੀ ਕਮਲ ਮੈਮ ਕੰਟੀਨਿਊ ਕਰੋ ਆਪਣਾ। Okay, okay. So our Prime Minister Narendra Modi said that India is ready to play a leading role in the global revival as it is one of the Yes, most ma'am, yes. open Yes. economies. So India has the talent, has the ability to reform and is rolling out the red carpet for all global companies. So there are many possibilities and opportunities in the various sunrise sectors in India like agriculture, defense, space, IT sector. Now here I would like to conclude, as our Prime Minister Narendra Modi has said, that when India talks of revival, it is revival with care, compassion, and that revival which is sustainable both for the environment and the economy. So it is only the political will, the all now is in the hands of the government as well as the various states from which we can come out. So we have to learn to live with the corona. So no doubt vaccine will come. It will take 3 to 4 months. By that time, it becomes our moral duty also to follow the various precautions so that we can save ourselves as well as our fellow colleagues. So here I would like to conclude. So I'm ready to face any kind of questions. Thank you, ma'am. Hello, I'm over with my presentation. ਓਕੇ ਥੈਂਕ ਯੂ ਮੈਮ। ਤੁਸੀਂ ਕੁਐਸਚਨ ਆਨਸਰ ਲਈ ਸਾਡੇ ਨਾਲ ਬਣੇ ਰਹੋ ਮੈਮ। ਹਾਂਜੀ ਜਰੂਰ ਜੀ ਜਰੂਰ। ਹਾਂਜੀ ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਬੜੇ ਅੱਛੇ ਵਿਚਾਰ ਹੈ ਸਾਡੇ ਨਾਲ ਸਾਂਝੇ ਕੀਤੇ ਹੈ। ਆਰਥਿਕ ਪੱਖ ਤੋਂ ਜੋ ਵੀ ਜਿਹੜੇ ਮੁੱਦੇ ਸੀ ਉਹ ਬਣਦੇ ਸੀ ਉਹ ਤੁਸੀਂ ਉਠਾਏ ਹੈ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਪਾਰਟਿਸਪੈਂਟ ਹੈ ਜੁੜੇ ਹੋਏ ਹੈ ਉਹਨਾਂ ਨੇ ਇਸ ਪੱਖ ਤੋਂ ਵਿਸਤਾਰਪੂਰਵਕ ਜਾਣਕਾਰੀ ਹੈ ਜਿਹੜੀ ਪ੍ਰਾਪਤ ਕੀਤੀ ਹੋਵੇਗੀ। ਸੋ ਇਸ ਦੇ ਨਾਲ ਹੀ ਅਸੀਂ ਜਿਹੜਾ ਕੁਐਸਚਨ ਆਨਸਰ ਦੌਰ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾ ਜਿਹੜਾ ਸਾਡਾ ਕੁਐਸਚਨ ਹੈ ਉਹ ਡਾਕਟਰ ਰਜਿੰਦਰਪਾਲ ਬਰਾੜ ਜੀ ਨੂੰ ਆ। ਮਨਦੀਪ ਕੌਰ ਦਾ ਕੁਐਸਚਨ ਹੈ ਜੀ। ਹਾਂਜੀ ਬਰਾੜ ਸਰ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ? ਹੈਲੋ ਹਾਂਜੀ 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 ਸਰ।
ਮਨਦੀਪ ਕੌਰ ਦਾ ਕੁਐਸਚਨ ਹੈ ਸਰ ਕਿ ਜਿਹੜੇ ਅਧਿਆਪਕਾਂ ਦੀਆਂ ਹਾਂਜੀ। ਤਨਖਾਹਾਂ ਦੇ ਵਿੱਚ ਕਟੌਤੀ ਹੋ ਰਹੀ ਹੈ, ਡੀਏ ਵੀ ਰੋਕਿਆ ਗਿਆ ਹੈ, ਜਦੋਂ ਕਿ ਮਹਿੰਗਾਈ ਤਾਂ ਵਧੀ ਹੈ ਤੇ ਅਧਿਆਪਕ ਵਰਗ ਇਹਦੇ ਮੁਕਾਬਲੇ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਵੀ ਦੇ ਰਿਹਾ ਹੈ, ਆਨਲਾਈਨ ਪੜ੍ਹਾਈ ਹੈ ਜਿਹੜੀ ਕਰਾ ਰਿਹਾ ਹੈਗਾ, ਤੇ ਇਹਦੇ ਬਾਰੇ ਉਹ ਕੁਝ ਪੁੱਛਣਾ ਚਾਹੁੰਦੇ ਆ। ਠੀਕ ਹੈ, ਉਹ ਹੁਣ ਬੋਲਣਗੇ ਜਾਂ ਮੈਂ ਇਹਦੀ ਗੱਲ ਦਾ ਜਵਾਬ ਨਹੀਂ ਦੇਵਾਂ? ਤੁਸੀਂ ਜਵਾਬ ਦਿਓ ਜੀ ਇਸ ਕੁਐਸਚਨ ਦਾ। ਠੀਕ ਠੀਕ ਠੀਕ, ਬਿਲਕੁਲ। ਅਸਲ ਦੇ ਵਿੱਚ ਤਾਂ ਇਹ ਸਮੱਸਿਆ ਜਿਹੜੀ ਹੈਗੀ ਆ ਇਹਦਾ ਸਿੱਧਾ ਸੰਬੰਧ ਹੁਣ ਇਸ ਵੇਲੇ ਭਾਵਾਂ ਕਰੋਨਾ ਨਾਲ ਜੁੜ ਗਿਆ, ਪਰ ਅਸਲ ਵਿੱਚ ਜਿਹੜਾ ਇਹਦਾ ਸੰਬੰਧ ਹੈਗਾ ਉਹ ਸਾਡੀ ਨਵੀਂ ਸਿੱਖਿਆ ਨੀਤੀ ਨਾਲ। ਨਵੀਂ ਸਿੱਖਿਆ ਨੀਤੀ ਵੀ ਜਿਹੜੀ ਹੁਣ ਬਹੁਤ ਪੁਰਾਣੀ ਹੋ ਗਈ, ਜਿਹੜੀ 84-85 ਦੇ ਵਿੱਚ ਆਈ ਸੀਗੀ, ਜਿਹਦੇ ਨਾਲ ਇਹ ਕਿ ਸਰਕਾਰ ਨੇ ਤੇਜ਼ੀ ਦੇ ਨਾਲ ਜਿਹੜੀ ਸਿੱਖਿਆ ਦੇ ਵਿੱਚ ਪ੍ਰਾਈਵੇਟ ਪਲੇਅਰਸ ਨੂੰ ਅੱਗੇ ਕਰ ਦਿੱਤਾ, ਤੇ ਜਿਹੜੀਆਂ ਉਹ ਸੰਸਥਾਵਾਂ ਨੂੰ ਪਹਿਲਾਂ ਪ੍ਰਾਈਵੇਟ ਸੰਸਥਾਵਾਂ ਨੂੰ ਗ੍ਰਾਂਟ ਵੀ ਦਿੰਦੀ ਸੀਗੀ ਉਹ ਵੀ ਬੰਦ ਕਰਤੀ ਜਾਂ ਘਟਾਤੀ। ਜਿਹੜੀ 95% ਗ੍ਰਾਂਟ ਹੁੰਦੀ ਸੀ ਉਹ ਹੌਲੀ ਹੌਲੀ ਘਟਦੀ ਬਹੁਤ ਥੋੜੀ ਰਹੇਗੀ। ਸਿੱਟੇ ਵਜੋਂ ਇਹ ਕਿ ਪ੍ਰਾਈਵੇਟ ਜਿਹੜੀਆਂ ਇੰਸਟੀਚਿਊਟਸ ਨੇ ਉਹਨਾਂ ਕੋਲ ਉਹੀ ਪੈਸਾ ਹੁੰਦਾ ਕਿ ਜਿਹੜਾ ਉਹ ਫੀਸਾਂ ਵਜੋਂ ਇਕੱਤਰ ਕਰਦੇ ਆ ਤੇ ਉਹੀ ਉਹ ਅਧਿਆਪਕਾਂ ਨੂੰ ਵੰਡ ਦਿੰਦੇ ਆ। ਉਹਦੇ ਵਿੱਚੋਂ ਮੁਨਾਫਾ ਕਿੰਨਾ ਕਮਾਉਂਦੇ ਆ, ਚਲੋ ਇਸ ਦੀ ਸ਼ੇਅਰਿੰਗ ਬਾਰੇ ਤਾਂ ਰੌਲਾ ਪੈਂਦਾ ਰਹਿੰਦਾ ਕਿ ਉਹ ਬਹੁਤ ਜ਼ਿਆਦਾ ਮੁਨਾਫਾ ਕਮਾਉਂਦੇ ਆ ਜਾਂ ਘੱਟ ਕਮਾਉਂਦੇ ਆ, ਪਰ ਇਹ ਜਿਹੜਾ ਮਾਡਲ ਆ ਇਹ ਸਰਕਾਰ ਦਾ ਸਿੱਖਿਆ ਦੇ ਖੇਤਰ ਵਿੱਚੋਂ ਪਿੱਛੇ ਹਟਣ ਦੀ ਨਿਸ਼ਾਨੀ ਹੈਗੀ ਆ, ਤੇ ਇਹ ਉਹਦਾ ਦੁੱਖ ਹੈਗਾ। ਜਿਹੜਾ ਹੁਣ ਪੈਂਡੈਮਿਕ ਪੀਰੀਅਡ ਦੇ ਵਿੱਚ, ਜਿਹੜਾ ਹੁਣ ਦੇ ਪੀਰੀਅਡ ਦੇ ਵਿੱਚ ਜਿਹੜੀ ਸਰਕਾਰ ਦਾ ਫਰਮਾਨ ਹੈ ਕਿ ਇੱਕ ਪਾਸੇ ਤਾਂ ਇਹ ਕਿਹਾ ਗਿਆ ਕਿ ਤਨਖਾਹਾਂ ਦਿੱਤੀਆਂ ਜਾਣ, ਦੂਸਰੇ ਪਾਸੇ ਕਿਹਾ ਗਿਆ ਕਿ ਫੀਸਾਂ ਨਾ ਲਈਆਂ ਜਾਣ, ਇਹਦੇ ਨਾਲ ਪ੍ਰਾਈਵੇਟ ਸੰਸਥਾਵਾਂ ਵਿੱਚ ਖਾਸ ਕਰਕੇ ਸਕੂਲਾਂ ਦਾ ਅਤੇ ਮਾਪਿਆਂ ਦਾ ਇੱਕ ਟਕਰਾਓ ਪੈਦਾ ਹੋ ਗਿਆ। ਤਾਂ ਇਹਦੇ ਬਾਰੇ ਇੱਕ ਟੀਵੀ ਡਿਬੇਟ ਦੇ ਵਿੱਚ ਮੈਂ ਰਾਏ ਦਿੱਤੀ ਸੀਗੀ ਕਿ ਇਹ ਜਿਹੜੀ ਸਮੱਸਿਆ ਹੈਗੀ ਆ ਇਹ ਸਰਵ ਵਿਆਪੀ ਸਮੱਸਿਆ ਹੈ। ਪਹਿਲੀ ਗੱਲ ਤਾਂ ਇਹ ਕਿ ਜਿਹੜੇ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਏ ਆ, ਸਰਕਾਰੀ ਸਕੂਲਾਂ ਦੇ ਨੂੰ ਛੱਡ ਕੇ, ਤਾਂ ਉਹਨਾਂ ਨੇ ਇਹ ਚੁਆਇਸ ਕੀਤੀ ਸੀਗੀ, ਪਰ ਇਸ ਦੇ ਬਾਵਜੂਦ ਅੱਜ ਉਹ ਮੁਸੀਬਤ ਦੇ ਵਿੱਚ ਫਸੇ ਹੋਏ ਆ। ਤਾਂ ਮੁਸੀਬਤ ਦੇ ਵਿੱਚ ਫਸਿਆ ਹੋਇਆਂ ਨੂੰ ਇਹ ਭਾਰ ਆ ਜਿਹੜਾ ਰਲ ਕੇ ਚੱਕਣਾ ਚਾਹੀਦਾ ਹੈ ਕਿ ਉਹਦਾ ਇੱਕ ਹਿੱਸਾ ਜਿਹੜਾ ਉਹ ਸਰਕਾਰ ਦੇਵੇ, ਇੱਕ ਹਿੱਸਾ ਜਿਹੜਾ ਆਪਣੇ ਮੁਨਾਫੇ ਦੇ ਵਿੱਚੋਂ ਘੱਟ ਕਰੇ, ਮੈਨੇਜਮੈਂਟ ਆਪਣੇ ਮੁਨਾਫੇ ਦੇ ਵਿੱਚੋਂ ਇੱਕ ਹਿੱਸਾ ਘੱਟ ਕਰੇ, ਤੇ ਜਿਹੜਾ ਇੱਕ ਹਿੱਸਾ ਉਹ ਅਧਿਆਪਕਾਂ ਦੀ ਤਨਖਾਹ ਘਟਾਈ ਜਾਵੇ, ਪਰ ਇੱਕ ਹਿੱਸਾ ਜਿਹੜਾ ਉਹ ਮਾਪੇ ਵੀ ਪੇ ਕਰਨ, ਤਾਂ ਕਿ ਇਹ ਬੋਝ ਬਰਾਬਰ ਵੰਡਿਆ ਜਾਵੇ। ਪਰ ਇਸ ਸਮੇਂ ਕੀ ਹੋ ਰਿਹਾ ਹੈ ਕਿ ਜਾਂ ਤਾਂ ਇਹ ਬੋਝ ਮਾਪਿਆਂ ਤੇ ਪੈ ਰਿਹਾ ਹੈ ਕਿ ਹਰ ਹਾਲਤ ਦੇ ਵਿੱਚ ਤੁਸੀਂ ਪੈਸੇ ਭਰੋ ਹੀ ਭਰੋ, ਤੇ ਜਾਂ ਇਹ ਜਿਹੜਾ ਬੋਝ ਹੈਗਾ ਉਹ ਅਧਿਆਪਕਾਂ ਤੇ ਪੈ ਰਿਹਾ ਕਿ ਬਹੁਤ ਸਾਰੇ ਅਧਿਆਪਕਾਂ ਨੂੰ, ਮੈਂ ਕਿਹਾ ਮੈਨੂੰ ਬਿਲਕੁਲ ਨਿੱਜੀ ਤਜਰਬਾ ਹੈ ਕਿ ਬਹੁਤ ਸਾਰੇ ਜਿਹੜੇ ਕਾਬਲ ਅਧਿਆਪਕ ਆ ਉਹਨਾਂ ਦੀ ਤਨਖਾਹ ਮੈਂ ਕਿ ਜੇ 40-50 ਹਜ਼ਾਰ ਰੁਪਇਆ ਲੈ ਰਹੇ ਸੀਗੇ ਤੇ ਉਹ ਮੈਨੇਜਮੈਂਟਾਂ ਨੇ ਇਸ ਸਮੇਂ ਪਹਿਲਾਂ ਘੱਟ ਕਰਕੇ 8-10 ਤੇ ਲੈ ਆਂਦੀ, ਤੇ ਹੁਣ 8-10 ਤੋਂ ਵੀ ਇਨਕਾਰ ਕਰ ਦਿੱਤਾ ਹੈਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਮੈਂ ਖੁਦ ਐਫੀਡੇਵਿਟ ਦੇਣ ਨੂੰ ਤਿਆਰ ਹਾਂ ਕਿ ਅਜਿਹਾ ਹੋਇਆ। ਇਹ ਜਿਹੜੀ ਹੈਗੀ ਹੈ ਇੱਥੋਂ ਇਹ ਲੱਗਦਾ ਹੈਗਾ ਕਿ ਸਰਕਾਰ ਦਾ ਜਿਹੜਾ ਚਾਹੀਦਾ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੁਦ ਆਪਣੇ ਫੰਡ ਰਿਲੀਜ਼ ਕਰਦੀ, ਦੂਸਰੇ ਪਾਸੇ ਮੈਨੇਜਮੈਂਟ ਕਮੇਟੀਆਂ ਨੂੰ ਵੀ ਕਹਿੰਦੀ, ਤੇ ਤੀਸਰੇ ਪਾਸੇ ਮਾਪਿਆਂ ਨੂੰ ਵੀ ਪ੍ਰੇਰਿਤ ਕਰਦੀ। ਇਸ ਤਰ੍ਹਾਂ ਅਧਿਆਪਕਾਂ ਦੀ ਤਨਖਾਹ ਵੀ ਜੇ 100 ਚੋਂ 75% ਰਹਿ ਜਾਂਦੀ ਤਾਂ ਅਸੀਂ ਮੰਨ ਲੈਂਦੇ। ਇਸ ਹਾਲਤ ਦੇ ਵਿੱਚ ਜੇ ਅਸੀਂ ਆਪਣੇ ਨੈਸ਼ਨਲ ਬਿਲਡਰਸ ਦੇ ਨਾਲ ਇਹ ਗੱਲ ਕਰਾਂਗੇ ਤਾਂ ਇਹ ਹੈ ਮਾੜੀ। ਤੇ ਇਸ ਦਾ ਫਾਰਮੂਲਾ ਹਜੇ ਵੀ ਮੇਰੀ ਸਮਝ ਵਿੱਚ ਇਹੀ ਆਉਂਦਾ ਹੈ ਕਿ ਇਸ ਨੂੰ ਚਾਰੇ ਧਿਰਾਂ ਰਲ ਕੇ ਚੱਕਣ, ਸਿਰਫ ਮਾਪਿਆਂ ਤੇ ਸਿਰਫ ਅਧਿਆਪਕਾਂ ਤੇ ਬੋਝ ਨਾ ਪਾਇਆ ਜਾਵੇ, ਮੈਨੇਜਮੈਂਟ ਤੇ ਸਰਕਾਰ ਵੀ ਇਹਦੇ ਵਿੱਚ ਆਪਣਾ ਹਿੱਸਾ ਪਾਵੇ। ਸੋ ਥੈਂਕ ਯੂ ਸਰ। ਇਹਦੇ ਨਾਲ ਇੱਕ ਗੁਰਪ੍ਰੀਤ ਸਾਹੂਵਾਲਾ ਜੀ ਦਾ ਕੁਐਸਚਨ ਹੈ ਜੀ ਕਿ ਅੱਜ ਅਸੀਂ ਜਿਹੜੇ ਇਹ ਵੈਬੀਨਾਰ ਕਰਨ ਜਾ ਰਹੇ ਹਾਂ, ਪਹਿਲਾਂ ਸੈਮੀਨਾਰ ਕਰਦੇ ਸੀ ਜਿਹਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਨੂੰ ਵੱਡੇ ਖਰਚੇ ਕਰਨੇ ਪੈਂਦੇ ਸੀ, ਤੇ ਉਹਦੇ ਮੁਕਾਬਲੇ ਇਹਨਾਂ ਨੇ ਪੁੱਛਿਆ ਵੀ ਸਾਰਥਿਕਤਾ ਕਿਸ ਦੀ ਆ, ਆਫਲਾਈਨ ਜਾਂ ਆਨਲਾਈਨ? ਮੈਂ ਦੋ ਗੱਲਾਂ ਕਰਨੀਆਂ ਚਾਹਣਾ। ਇੱਕ ਗੱਲ ਤਾਂ ਇਹ ਕਰਨੀ ਚਾਹਣਾ ਕਿ ਮੈਂ ਪਹਿਲਾਂ ਵੀ ਲੈਕਚਰ ਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜੀ ਆਨਲਾਈਨ ਟੀਚਿੰਗ ਹੈਗੀ ਆ ਜਾਂ ਆਨਲਾਈਨ ਸੈਮੀਨਾਰ ਨੇ, ਇਹ ਹਾਲ ਦੀ ਘੜੀ ਆਫਲਾਈਨ ਦਾ ਬਦਲ ਨਹੀਂ ਹੈ। ਇਹ ਜਿਹੜੀ ਸਾਡੀ ਰਵਾਇਤੀ ਸਿੱਖਿਆ ਹੈਗੀ ਆ ਉਹਦੇ ਵਿੱਚ ਵਾਧਾ ਕਰ ਸਕਦੀ ਆ, ਉਸ ਦੇ ਨਾਲ
ਇਹ ਸਪਲੀਮੈਂਟ ਕਰ ਸਕਦੀ ਆ। ਹਾਲ ਦੀ ਘੜੀ ਸਾਡਾ ਇਸ ਕਿਸਮ ਦਾ ਸਿਸਟਮ ਨਹੀਂ ਆ ਕਿ ਇਸ ਨੂੰ ਅਸੀਂ ਹਜੇ, ਸਾਡੇ ਅਧਿਆਪਕਾਂ ਦੀ ਵੀ ਉਹ ਤਿਆਰੀ ਨਹੀਂ, ਸਾਡੇ ਬੱਚਿਆਂ ਦੀ ਵੀ ਉਹੋ ਜਿਹੀ ਤਿਆਰੀ ਨਹੀਂ, ਸਾਡੇ ਇਨਫਰਾਸਟ੍ਰਕਚਰ ਵੀ ਸਾਡਾ ਉਸ ਕਿਸਮ ਦਾ ਨਹੀਂ। ਅੱਜ ਵੀ ਯਾਨੀ ਕਿ 2-3 ਵਾਰੀ ਸਾਡੇ ਲਿੰਕ ਟੁੱਟੇ, 2-3 ਵਾਰੀ ਅਸੀਂ ਠੀਕ ਢੰਗ ਨਾਲ ਗੱਲ ਨਹੀਂ ਕਰ ਸਕੇ। ਬਹੁਤ ਸਾਰੇ ਥਾਵਾਂ ਦੇ ਉੱਤੇ ਹਜੇ ਨੈਟ ਦੀ ਪ੍ਰੋਬਲਮ ਆ, ਚੰਗੇ ਡਿਵਾਈਸਸ ਦੀ ਪ੍ਰੋਬਲਮ ਆ, ਸਮਾਰਟਫੋਨ ਦੀ ਪ੍ਰੋਬਲਮ ਆ, ਟੇਬਲੇਟਸ ਜਾਂ ਲੈਪਟਾਪਸ ਦੀ ਪ੍ਰੋਬਲਮ ਆ। ਤੇ ਹਾਲ ਦੀ ਘੜੀ ਇਹਨਾਂ ਦੋਹਾਂ ਦਾ ਮਿਸ਼ਰਣ ਹੀ ਵਰਤਿਆ ਜਾਣਾ ਚਾਹੀਦਾ ਹੈ। ਤੇ ਦੂਸਰਾ ਇਹ ਕਿ ਜਿਹੜੀ ਸਾਨੂੰ ਸਿੱਖਿਆ ਪ੍ਰਣਾਲੀ ਆ ਉਹਦੇ ਵਿੱਚ ਵੀ ਬਹੁਤ ਸੁਧਾਰ ਕਰਨ ਦੀ ਲੋੜ ਆ ਕਿ ਸਾਨੂੰ ਉਸ ਢੰਗ ਨਾਲ ਜੋੜਨਾ ਪਊਗਾ। ਇੱਕ ਗੱਲ ਮੈਂ ਇਹਦੇ ਵਿੱਚ ਇੱਕ ਹੋਰ ਜੋੜਨੀ ਚਾਹੁੰਦਾ ਸੀਗਾ ਕਿ ਇਸ ਪੈਂਡੈਮਿਕ ਦੇ ਸਮੇਂ ਜਿਹੜੀਆਂ ਸਾਡੇ ਸਾਹਮਣੇ ਨਵੀਆਂ ਸਮੱਸਿਆਵਾਂ ਆਈਆਂ, ਉਹਨਾਂ ਨੂੰ ਹੱਲ ਕਰਕੇ ਅਸੀਂ ਭਵਿੱਖ ਲਈ ਜਿਹੜੀ ਦਿਸ਼ਾ ਨਿਰਧਾਰਨ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ। ਉਹਦੇ ਵਿੱਚੋਂ ਇੱਕ ਗੱਲ ਮੈਡਮ ਨੇ ਆਪਣੇ ਲੈਕਚਰ ਦੇ ਵਿੱਚ ਵੀ ਕਹੀ, ਮੈਡਮ ਕਮਲਜੀਤ ਨੇ, ਕਿ ਸਾਡਾ ਇਹਦੇ ਵਿੱਚ ਜਿਹੜਾ ਖੇਤੀਬਾੜੀ ਵਾਲਾ ਸੈਕਟਰ ਆ ਉਹਨੇ ਸਾਡੀ ਬੜਾ ਸਹਾਇਤਾ ਕੀਤੀ ਕਿ ਉਹ ਨਹੀਂ ਸਾਡਾ ਮਰਿਆ, ਉਹਨੇ ਸਮਾਂ ਠੀਕ ਆਪਣੇ ਪਰਫਾਰਮ ਕਰੀ ਆ। ਪਰ ਜਿਹੜਾ ਉਹਦੇ ਨਾਲ ਜੁੜੀ ਗੱਲ ਪੰਜਾਬ ਦੇ ਲਈ ਜਿਹੜੀ ਬਹੁਤ ਜ਼ਿਆਦਾ ਰੈਲੇਵੈਂਟ ਗੱਲ ਹੈਗੀ ਆ ਉਹ ਕਿ ਪੰਜਾਬ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਫੂਡ ਸਨਅਤ ਨੂੰ ਵਿਕਸਿਤ ਕਰੀਏ, ਅਸੀਂ ਖੇਤੀ ਆਧਾਰਿਤ ਸਨਅਤ ਲਾਈਏ। ਹਾਲ ਦੀ ਘੜੀ ਸਾਡੇ ਕੋਲ ਖੇਤੀ ਸਨਅਤ ਨਹੀਂ ਆ। ਇਸੇ ਕਰਕੇ ਜਿਹੜਾ ਮੈਡਮ ਨੇ ਕਿਹਾ ਕਿ ਵੈਜੀਟੇਬਲ ਵਾਲਿਆਂ ਦਾ ਨੁਕਸਾਨ ਹੋਇਆ ਜਾਂ ਫਰੂਟ ਪ੍ਰੋਡਿਊਸ ਕਰਨ ਵਾਲਿਆਂ ਦਾ ਨੁਕਸਾਨ ਹੋਇਆ, ਉਹ ਇਸ ਕਰਕੇ ਨੁਕਸਾਨ ਹੋਇਆ ਕਿ ਸਾਡੇ ਕੋਲੇ ਪਿੰਡ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਦੇ ਕਲਸਟਰਸ ਦੇ ਉੱਪਰ ਇਸ ਕਿਸਮ ਦੀ ਸਨਅਤ ਨਹੀਂ ਆ। ਤਾਂ ਸਾਨੂੰ ਫੂਡ ਸਨਅਤ ਉੱਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਆ ਤਾਂ ਕਿ ਜੋ ਕੁਝ ਪਿੰਡ ਦੇ ਵਿੱਚ ਜਾਂ ਖੇਤ ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਹੈ ਉਹਨੂੰ ਲੰਮੇ ਸਮੇਂ ਲਈ ਸਾਂਭਿਆ ਜਾਵੇ ਤੇ ਕੇਵਲ ਪੰਜਾਬ ਦੀ ਮੰਡੀ ਵਿੱਚ ਹੀ ਜਾਂ ਭਾਰਤ ਦੀ ਮੰਡੀ ਵਿੱਚ ਹੀ ਨਹੀਂ ਸਗੋਂ ਵਿਸ਼ਵ ਦੀ ਮੰਡੀ ਦੇ ਵਿੱਚ ਵੇਚਿਆ ਜਾਵੇ। ਇਸ ਸੰਬੰਧ ਦੇ ਵਿੱਚ ਸਾਨੂੰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਮੈਂ ਫੇਰ ਸਿਆਸੀ ਵਿਅਕਤੀਆਂ ਦੇ ਬਾਰੇ ਟਿੱਪਣੀ ਕਰਨੀ ਨਹੀਂ ਚਾਹੀਦੀ, ਪਰ ਕਈ ਵਾਰ ਕਰਨੀ ਪੈ ਜਾਂਦੀ ਹੈ ਕਿ ਜਿਹੜਾ ਪੰਜਾਬ ਦੇ ਵਿੱਚੋਂ ਇੱਕੋ ਇੱਕ ਮਿਨਿਸਟਰ ਆ ਜਿਹੜੇ ਉਹ ਸਾਡੇ ਕਿ ਫੂਡ ਦੀ ਜਿਹੜੀ ਪ੍ਰੋਸੈਸਿੰਗ ਮਿਨਿਸਟਰ ਨੇ, ਪਰ ਪੰਜਾਬ ਦੇ ਲਈ ਕੋਈ ਵੱਡਾ ਪ੍ਰੋਜੈਕਟ ਜਾਂ ਛੋਟੇ ਪ੍ਰੋਜੈਕਟਾਂ ਦੇ ਲਈ ਕੋਈ ਲੰਮਾ ਪ੍ਰੋਤਸਾਹਨ ਹਜੇ ਸਾਨੂੰ ਦਿਖਾਈ ਨਹੀਂ ਦੇ ਰਿਹਾ, ਜਿਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਕਿ ਖੇਤੀ ਆਧਾਰਿਤ ਸਾਡੇ ਸਨਅਤਾਂ ਲੱਗਣ ਤਾਂ ਕਿ ਪੰਜਾਬ ਆ ਜਿਹੜਾ ਉਹ ਲੰਮੇ ਸਮੇਂ ਲਈ ਸਰਵਾਈਵ ਵੀ ਨਾ ਕਰ ਸਕੇ, ਸਗੋਂ ਉਹ ਸਮਰਿੱਧ ਹੋ ਸਕੇ, ਸਗੋਂ ਉਹ ਪ੍ਰੋਸਪੈਰਿਟੀ ਵੱਲ ਵੱਧ ਸਕੇ। ਹਾਂਜੀ, ਥੈਂਕ ਯੂ ਸਰ। ਹਾਂਜੀ, ਡਾਕਟਰ ਕਮਲਜੀਤ ਨੂੰ ਵੀ ਇੱਕ ਕੁਐਸਚਨ ਆਇਆ ਜੀ, ਡਾਕਟਰ ਜੋਤੀ ਵਾਲਾ ਉਹਨਾਂ ਨੂੰ ਪੁੱਛਣਗੇ ਇਹ ਕੁਐਸਚਨ। ਓਵਰ ਟੂ ਡਾਕਟਰ ਜੋਤੀ। ਹਾਂਜੀ, ਥੈਂਕ ਯੂ ਮੈਡਮ ਬਲਜੀਤ ਕੌਰ। ਹਾਂਜੀ, मैम डॉक्टर कमलजीत कौर Waha ji. Then there is one question raised by Hasan Sardar that why Atmanirbhar Bharat Abhiyan not implemented in government sector like Indian Railways, BSNL, airlines, etc. Okay, thank you for the question. Actually, Atmanirbhar package, it is for all the sectors, but at this time there was need of the revival for the MSME sector. That is why the most of the package is covering that. Otherwise, it is covering agriculture, it is covering industry, transport, packages for everyone. But at this time, the most important was the MSME. That is why the major focus is there. Otherwise, if you read this Atmanirbhar package, it is covering all aspects of the economy. And it is one of the biggest package which the government has given. It is 10% of our GDP. No other package has come. So rather we wanted that more should be given to the MSME or more should be given to the actual poor who are in the need. Rather certain things have not been covered for the MSME. They are not eligible. We wanted more should be given to them also. And actually what we wanted that it should be given to the needy, to the poorest of the poor. So they must be compensated due to this COVID-19. Their jobs are not there. So although government has given them ration till November, so they are getting free ration as well as the money is coming to their accounts also. That was a very good step. But so we are expecting more from the government. There is every possibility that there might come a second package also. हाँ जी, ठीक है, थैंक यू मैम फॉर आंसरिंग।
Then another question from Kumar Khatra. How can Punjab improve their manufacturing sector? Yes, ma'am. How can Punjab Improve their manufacturing sector? manufacturing sector? Again, here the role of the government becomes very important, because all these things, the decision have to be taken by the state government. Just now, Mr. Brad was saying that we need food processing industry. That will become a part of the manufacturing also. So if we have the agriculture alongside, we have the fruits, vegetables, all these things are there. So that means some package should be given to the small businesses so that they can start, not because in Punjab, because of the shortage of raw material, we can't have the large scale industries, but we can have the small businesses. So small cottage industry, handicraft industries, these things can be started. So government has to give some kind of incentive so that we can have at least food processing, our handicraft, as I think already Punjab government is doing something for the our heritage, like fulkari, that is one part of embroidery. Now the ladies are doing job in the villages, they are getting money. So that is the one part, at least at small level we can start, if not at the big level, that we can do. So thank you, ma'am. Okay, welcome ji. So ਹਾਂਜੀ ਡਾਕਟਰ ਬਰਾੜ, ਡਾਕਟਰ ਕਮਲਜੀਤ ਮੈਮ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬਹੁਤ ਸੋਹਣੇ ਜਵਾਬ ਹੈ ਜਿਹੜੇ ਸਾਡੇ ਪਾਰਟਿਸਪੈਂਟਾਂ ਦੇ ਕੁਐਸਚਨ ਆਨਸਰਸ ਦੇ ਦਿੱਤੇ ਹੈ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ। ਇਸ ਦੇ ਨਾਲ ਹੀ ਅਸੀਂ ਅੱਜ ਦੇ ਸਾਡੇ ਵੈਬੀਨਾਰ ਦੇ ਮੁੱਖ ਮਹਿਮਾਨ ਡਾਕਟਰ ਵਰਿੰਦਰ ਸਿੰਘ, ਐਕਸ ਵਾਈਸ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਜਿਹੜੇ ਕਿ ਸਾਡੇ ਨਾਲ ਸਵੇਰ ਤੋਂ ਹੀ ਜੁੜੇ ਹੋਏ ਹੈ। ਇਸ ਵੈਬੀਨਾਰ ਬਾਰੇ ਅਸੀਂ ਉਹਨਾਂ ਦੇ ਵਿਚਾਰ ਵੀ ਸੁਣਨੇ ਚਾਹਾਂਗੇ। ਜ਼ਿਆਦਾ ਸਮਾਂ ਨਹੀਂ ਅਸੀਂ ਲਵਾਂਗੇ ਉਹਨਾਂ ਦਾ, ਕਿਉਂਕਿ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਵੀ ਸਾਡੇ ਨਾਲ ਜੁੜੇ ਹੋਇਆਂ ਨੂੰ। ਡਾਕਟਰ ਵਰਿੰਦਰ ਜੀ, ਜਿਨ੍ਹਾਂ ਦੀ ਕਿ ਮਾਨਸਾ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ, ਤੇ ਜਿਸ ਦੇ ਕਾਰਨ ਵਿੱਦਿਆ ਦੇ ਪੱਖੋਂ ਜੇ ਅਸੀਂ ਦੇਖੀਏ ਤਾਂ ਉਹਨਾਂ ਦੇ ਦੁਆਰਾ ਜਿਹੜੀਆਂ ਸੰਸਥਾਵਾਂ, ਵਿਦਿਅਕ ਸੰਸਥਾਵਾਂ ਸ਼ੁਰੂ ਕੀਤੀਆਂ ਗਈਆਂ ਸੀ, ਅੱਜ ਉਹ ਸਿਖਰ ਤੇ ਪਹੁੰਚ ਗਈਆਂ ਨੇ, ਤੇ ਜਿਨ੍ਹਾਂ ਦੇ ਸਦਕਾ ਜਿਹੜਾ ਮਾਨਸਾ ਜ਼ਿਲ੍ਹਾ ਆਪਣੇ ਪਛੜੇਪਨ ਦਾ ਦਾਗ ਹੈ ਜਿਹੜਾ ਉਹ ਧੋ ਚੁੱਕਾ ਗਾ। ਸੋ ਡਾਕਟਰ ਵਰਿੰਦਰ ਦੀ ਵਿੱਦਿਆ ਦੇ ਪੱਖੋਂ ਮਾਨਸਾ ਜ਼ਿਲ੍ਹੇ ਨੂੰ ਬਹੁਤ ਵੱਡੀ ਦੇਣ ਹੈ, ਤੇ ਉਹ ਲੇਖਣੀ ਦੇ ਕਾਰਜ ਨਾਲ ਵੀ ਜੁੜੇ ਹੋਏ ਨੇ, ਤੇ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਹਿਸਟਰੀ ਦੇ ਜਿਹੜੇ ਵਿਦਿਆਰਥੀ ਹੈ ਉਹ ਪੜ੍ਹਦੇ ਹੈ। ਸੋ ਡਾਕਟਰ ਵਰਿੰਦਰ ਜੀ ਨੂੰ ਅਸੀਂ ਇਸ ਵੈਬੀਨਾਰ ਦੇ ਵਿੱਚ ਉਹਨਾਂ ਦੇ ਵਿਚਾਰ ਵੀ ਸੁਣਨੇ ਚਾਹਾਂਗੇ। ਇਸ ਦੇ ਨਾਲ ਹੀ ਸਾਡੇ ਨਾਲ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਪੰਜਾਬ ਤੋਂ ਬਿਨਾਂ ਹੋਰਨਾਂ ਰਾਜਾਂ ਦੇ ਵੀ ਜਿਹੜੇ ਬਹੁਤ ਸਾਰੇ ਪਾਰਟਿਸਪੈਂਟ ਜੁੜੇ ਹੋਏ ਹੈ, ਤੇ ਬਾਹਰਲੇ ਦੇਸ਼ ਤੋਂ ਕੈਨੇਡਾ ਦੇ ਵਿੱਚੋਂ ਤਰਨ ਚਾਵਲਾ, ਆਕਾਸ਼ ਚਾਵਲਾ ਇਸ ਵੈਬੀਨਾਰ ਦੇ ਵਿੱਚ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ। ਸਾਡੇ ਵਿਚਾਰ ਚਰਚਾ ਇਹ ਜਿਹੜੀ ਸਾਰੀ ਸੁਣੀ ਹੈ। ਮੈਂ ਇਸ ਵੈਬੀਨਾਰ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੀ ਹਾਂ। ਡਾਕਟਰ ਵਰਿੰਦਰ ਸਿੰਘ ਦਾ ਵੀ ਸਵਾਗਤ ਕਰਦੀ ਹਾਂ, ਉਹਨਾਂ ਨੂੰ ਜੀ ਆਇਆਂ ਆਖਦੀ ਹਾਂ। ਤੇ ਮੈਂ ਡਾਕਟਰ ਵਰਿੰਦਰ ਸਿੰਘ ਜੀ ਨੂੰ ਹੁਣ ਰਿਕੁਐਸਟ ਕਰਾਂਗੀ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਓਵਰ ਟੂ ਡਾਕਟਰ ਵਰਿੰਦਰ ਸਿੰਘ ਜੀ। ਹਾਂਜੀ ਵਰਿੰਦਰ ਸਰ। ਕੌਸ਼ਲ ਸਰ, ਵਰਿੰਦਰ ਸਰ ਨੂੰ ਦੇਖੋ। ਹਾਂਜੀ ਹਾਂਜੀ, ਵੈਲਕਮ ਸਰ। आवाज ਹਾਂਜੀ ਆਵਾਜ਼ ਆ ਰਹੀ ਹੈ। प्रिंसिपल मैडम, ओके, थैंक यू। प्रिंसिपल मैडम, डॉक्टर ब्राट, डॉक्टर कमलजीत, फैकल्टी मैंबर्स एंड पार्टिसिपेंट्स, सब तो पहले तो मैं एसटी कॉलेज मैनेजमेंट स्टाफ स्टूडेंट्स इन्होंने बधाई दिंदा हाँ कि अज जो सिल्वर जुबली सैलीब्रेशन ते ये सारा प्रोग्राम कर रहे हैं। मैं मानसा का जंपल हाँ। एसटी कॉलेज मेरे बिल्कुल सामने
ਸ਼ੁਰੂ ਹੋਇਆ ਔਰ ਐਸਡੀ ਕਾਲਜ ਨੇ ਜਿਸ ਢੰਗ ਨਾਲ ਡਿਵੈਲਪ ਕਰਕੇ ਅੱਜ ਤੱਕ ਇਹਨਾਂ ਵਿਦਿਆਰਥੀਆਂ ਦੀ ਵਾਲੀ ਜੋ ਕੰਟਰੀਬਿਊਸ਼ਨ ਹੈ ਉਹ ਇੱਕ ਬੜੀ ਅਜੀਬ ਕਿਸਮ ਦੀ ਕੰਟਰੀਬਿਊਸ਼ਨ ਹੈ। ਮੈਂ ਮੈਡਮ ਨੇ ਵੀ ਹੁਣੀ ਕਹਿਤਾ ਵੀ ਅਸੀਂ ਉਹਨਾਂ ਦਾ ਬਹੁਤਾ ਟਾਈਮ ਨਹੀਂ ਰਹਿਣਾ ਔਰ ਪ੍ਰਿੰਸੀਪਲ ਮੈਡਮ ਨੇ ਵੀ ਮੈਨੂੰ ਇਸ ਤੋਂ ਪਹਿਲਾਂ ਕਹਿਤਾ ਸੀ ਤੁਹਾਨੂੰ ਲਾਸਟ 'ਚ ਅਸੀਂ ਇਸ ਕਰਕੇ ਰੱਖ ਰਹੇ ਹਾਂ ਕਿ ਤਾਂ ਕਿ ਤੁਸੀਂ ਟਾਈਮ ਦਾ ਧਿਆਨ ਰੱਖ ਲਿਓ ਵੀ ਪ੍ਰੋਗਰਾਮ ਠੀਕ ਟਾਈਮ ਤੇ ਖਤਮ ਹੋ ਸਕੇ। ਇਸ ਲਈ ਬਹੁਤਾ ਸਮਾਂ ਨਹੀਂ ਲਵਾਂਗਾ। ਦੋਨੋਂ ਸਪੀਕਰਸ ਨੇ ਬੜੀ ਇੰਟੈਲੈਕਚੁਅਲ ਟਾਕ ਦਿੱਤੀ ਹੈ ਜਿਹਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਸਾਰੇ ਲਿਸਨਰਸ ਨੂੰ ਹੋਣ ਵਾਲਾ ਹੈ। ਐਪੀਡੈਮਿਕ 19 corona 19 it was a challenge for the whole world to our country also। ਸਾਡੇ ਆਪਣੇ ਦੇਸ਼ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਦਾ ਹਾਲ ਕੋਈ ਬਹੁਤਾ ਵਧੀਆ ਨਹੀਂ ਸੀ, ਲੇਕਿਨ ਉਸ ਤੋਂ ਬਾਅਦ ਵੀ ਜਿਸ ਢੰਗ ਨਾਲ ਬੋਲਡਲੀ ਆਪਣੇ ਦੇਸ਼ ਨੇ ਇਸ ਨੂੰ ਫੇਸ ਕੀਤਾ ਔਰ ਅੱਜ ਤਾਂ ਇਹ ਲੱਗ ਰਿਹਾ ਹੈ ਕਿ ਵੀ ਆਪਾਂ ਬਿਲਕੁਲ ਫਾਈਨਲ ਸਟੇਜ ਤੇ ਹਾਂ ਇਸ ਦੀ ਫਾਈਟ ਦੇ ਵਿੱਚ। ਵੈਕਸੀਨ ਆ ਰਹੀ ਹੈ, ਵਾਇਰਲ ਦੀ ਇੰਟੈਂਸਿਟੀ ਵੀ ਘਟ ਗਈ, ਤਾਂ ਇਸ ਲਈ ਅਸੀਂ ਵਿਕਟੋਰੀਅਸ ਹੋ ਕੇ ਬਾਹਰ ਆਵਾਂਗੇ ਔਰ ਆਪਣਾ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ। ਮੈਂ ਕਿ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿਣੀ ਹੈ ਕਿ ਇਸ ਤੇ ਸਾਨੂੰ ਕੁਝ ਪੋਜ਼ਿਟਿਵ ਗੱਲਾਂ ਵੀ ਸਾਡੇ ਧਿਆਨ 'ਚ ਰੱਖਣੀਆਂ ਚਾਹੀਦੀਆਂ। ਫੋਰ ਐਗਜ਼ਾਮਪਲ ਪੋਲਿਊਸ਼ਨ ਆਪਣੇ ਲਈ ਇੱਕ ਬਹੁਤ ਵੱਡਾ ਇਸ਼ੂ ਸੀਗਾ, ਅੱਜ ਉਹ ਸਮੱਸਿਆ ਸਾਡੀ ਖਤਮ ਹੋਣ ਜਾ ਰਹੀ ਹੈ, ਪਰ ਉਹ ਅੱਗੇ ਨੂੰ ਪੈਦਾ ਨਾ ਹੋਵੇ ਉਸ ਲਈ ਸਾਨੂੰ ਸੋਚਣਾ ਪਵੇਗਾ। ਨਦੀਆਂ ਦਾ ਕਿੰਨਾ ਭੈੜਾ ਹਾਲ ਸੀ, ਗੰਗਾ ਦੀ ਸਫਾਈ ਲਈ ਸੈਂਟਰ ਗਵਰਨਮੈਂਟ ਨੇ ਇੱਕ ਸੈਂਟਰ ਮਿਨਿਸਟਰੀ ਬਣਾਈ, ਉਸ ਤੋਂ ਬਾਅਦ ਵੀ ਗੰਗਾ ਸਾਫ਼ ਨਹੀਂ ਸੀ ਹੋ ਰਹੀ। ਅੱਜ ਗੰਗਾ ਬਿਲਕੁਲ ਸਾਫ਼ ਹੈ। ਲੇਬਰ ਦੀ ਪ੍ਰੋਬਲਮ ਕਿੰਨੀ ਉੱਭਰ ਕੇ ਸਾਡੇ ਸਾਹਮਣੇ ਆਈ, ਕਿਸ ਢੰਗ ਨਾਲ ਡਿਫਰੈਂਟ ਸਟੇਟਸ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਲੇਬਰ ਬੈਠੀ ਹੈ ਔਰ ਉਹਨਾਂ ਦਾ ਕੀ ਹਾਲ ਹੈ। ਇਟ ਵਾਜ਼ ਅ ਮਿਜ਼ਰੇਬਲ ਕੰਡੀਸ਼ਨ, ਇਹ ਸਾਡੇ ਸਾਹਮਣੇ ਆਈ ਔਰ ਇਹਨੂੰ ਆਉਣ ਵਾਲੇ ਸਮੇਂ ਵਿੱਚ ਆਪਾਂ ਹੱਲ ਕਰ ਸਕਾਂਗੇ। ਇਹ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹਨ ਜਿਹੜੇ ਸਾਡੇ ਧਿਆਨ 'ਚ ਰੱਖਣ ਵਾਲੀਆਂ ਹਨ। ਬਾਕੀ ਦਾ ਇਕਨੋਮਿਕ ਪੱਖ ਤੋਂ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਜਦ ਤੱਕ ਆਪਾਂ ਸੈਲਫ ਆਤਮ ਨਿਰਭਰ ਨਹੀਂ ਹੋਵਾਂਗੇ ਉਨੀ ਦੇਰ ਤੱਕ ਅਸੀਂ ਦੁਨੀਆ ਦੇ ਵਿੱਚ ਖੜੇ ਨਹੀਂ ਹੋ ਸਕਾਂਗੇ। ਅਸੀਂ ਸਰਵਿਸ ਸੀਕਰ ਦੀ ਬਜਾਏ ਸਰਵਿਸ ਪ੍ਰੋਵਾਈਡਰ ਬਣੀਏ। ਗਵਰਨਮੈਂਟ ਵੀ ਉਸ ਟਾਈਪ ਦੀ ਪਾਲਿਸੀ ਦੇ ਉੱਤੇ ਚੱਲ ਰਹੀ ਹੈ, ਪਰ ਆਪਾਂ ਉਹਨਾਂ ਨੂੰ ਨਾਲ ਲੈ ਕੇ ਉਹਦੇ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਦੇਸ਼ ਨੂੰ ਕਿਸ ਢੰਗ ਨਾਲ ਆਰਗੇਨਾਈਜ਼ ਕਰ ਸਕਦੇ ਹਾਂ, ਇਸ ਟਾਈਪ ਦੀ ਪਲੈਨਿੰਗ ਸਾਨੂੰ ਬਣਾਉਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ। ਸੋ ਥੈਂਕ ਯੂ ਡਾਕਟਰ ਬਰਿੰਦਰ ਜੀ, ਓਕੇ ਜੀ। ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਆਪਣਾ ਸਮਾਂ ਸਾਨੂੰ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਅਸੀਂ ਵੈਬੀਨਾਰ ਦੀ ਸਮਾਪਤੀ ਵੱਲ ਵਧਦੇ ਹਾਂ ਤੇ ਸਾਡੇ ਆਏ ਹੋਏ ਮਹਿਮਾਨਾਂ ਦਾ ਇਸ ਵੈਬੀਨਾਰ ਵਿੱਚ ਜੁੜਨ ਤੇ ਅਸੀਂ ਰਸਮੀ ਧੰਨਵਾਦ ਕਰਨਾ ਚਾਹਾਂਗੇ। ਓਵਰ ਟੂ ਡਾਕਟਰ ਜੋਤੀ ਬਾਲਾ। Thank you, Madam Baljeet Kaur. Honorable dignitaries, distinguished guests, respected Principal Madam, and respected Managing Committee members, and dear participants. I, Dr. Jyoti Bala, being coordinator of this webinar, consider the occasion as an honor and privilege to extend the vote of thanks. Once a great man whispers, feeling thankfulness and not expressing it is like wrapping a present and not giving it. Today, I take the opportunity to put all my gratitude into words. It is the biggest day in our college today that on the eve of Golden Jubilee celebration, we have hosted our first webinar, and there are a huge number of participants who are joining this webinar. It is a huge success in itself. On behalf of SC Kanya Mahavidyalaya Mansa and its entire fraternity and myself, I express my sincere gratitude to our worthy chief guest, Dr. Virendra Singh, ex-Vice Chancellor, Desh Bhakti University, Mandi Govindgarh, for taking his precious time out and consenting to be the chief guest. Sir, indeed your words have inspired us. At the outset, I thank a distinguished resource person, Dr. Rajinder Pal Singh Bradji, Department of Punjabi,
Punjabi University, Patiala. The way you mentioned the need for digital education in the COVID-19 situation, especially the mixed techniques of online and offline education, is extraordinary. We are really enlightened with your knowledge and presence, sir. Further, I would like to extend a profound gratitude to our esteemed keynote speaker, Dr. Kamaljeet Kaur, Department of Economics, Shri Guru Gobind Singh College, Sector 26, Chandigarh, for making excellent presentations and also making this webinar interesting. Her insightful lecture on COVID-19 Social Economic Revival for a Better New World was full of wisdom and information. We are all inspired by your words, ma'am. Thank you so much. We are thankful to our honorable committee members for their motivation. I take this opportunity to specially express my deep regard and gratitude to Mrs. Jagmoni Gabba, Principal, for always encouraging us and providing opportunities to organize such events. We have been fortunate to be assisted by our staff members, especially our senior staff members, for their constant support and encouragement. I must mention our deep sense of appreciation for Dr. Kamaljeet Kaur, Department of Punjabi, for introducing our resource person. My deep sense of appreciation to all the students, researchers, teachers, professors, and other online participants of various colleges and universities from different parts of this country and also across this country who chose to be live with us and attend this webinar with great enthusiasm and make it a successful event. I further extend a hearty thanks to Mrs. Baljeet Kaur, Assistant Professor, Department of Punjabi, and also convener of this webinar for taking such relevant topics in today's age and time. I also appreciate the hard work of Mrs. Kamaljeet Kaur, Assistant Professor, Department of Computer Application, for providing us excellent technical help. I further extend my hearty thanks to Mr. Gurdeep Singh and Mr. Kaushal Kumar for providing excellent technical facilities for this webinar. I once again thank everyone for making this webinar a successful event. With these warm words and a kind message, we move to the end of today's webinar. Thank you so much. Thank you all. Over to Mrs. Baljeet Kaur. So, thank you, Dr. Jyoti ji. So, ਅੱਜ ਦੇ ਇਸ ਵੈਬਿਨਾਰ ਦੀ ਅਸੀਂ ਸਮਾਪਤੀ ਕਰ ਰਹੇ ਹਾਂ ਪ੍ਰਿੰਸੀਪਲ ਜਗਮੋਨੀ ਗਾਬਾ ਜੀ ਦੀ ਪ੍ਰਵਾਨਗੀ ਹੇਠ ਤੇ ਅਗਲੇ ਇੱਕ ਨਵੇਂ ਵਿਸ਼ੇ ਦੇ ਨਾਲ ਸਾਡੇ ਹੀ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ 23 ਜੁਲਾਈ ਨੂੰ ਯੋਗਾ ਐਂਡ ਮੈਡੀਟੇਸ਼ਨ a wound for mental stress during COVID-19 ਤੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਤੇ ਉਹਦੇ ਲਈ ਅੱਗੇ ਤੋਂ ਸਾਡੇ ਲਈ ਜਿਹੜੀ ਇਜਾਜ਼ਤ ਦਿਓ ਤੇ 23 ਜੁਲਾਈ ਨੂੰ ਅਸੀਂ ਇਸ ਨਵੇਂ ਵਿਸ਼ੇ ਤੇ ਫਿਰ ਮਿਲਦੇ ਹਾਂ ਧੰਨਵਾਦ सामान भी लिया करा सारा बंद था सारे मैसेज मेरे में चल रहा था सारे मिलेंगे एक भी मैसेज नहीं नेम सरोज वेरन विद सॉल्यूशन हां तो मिस है मैसेज है मैसेज डेजिग्नेशन